ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਅਸੀਂ ਆਪਣੇ ਸਮੇਂ ਮੁਤਾਬਕ ਹਾਜ਼ਰ ਹਾਂ। ਹਰ ਰੋਜ਼ ਜਿਹੜੀਆਂ ਖਬਰਾਂ 24 ਘੰਟਿਆਂ 'ਚ ਵਾਪਰਦੀਆਂ ਨੇ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਤਾਂ ਖਬਰਾਂ ਸੁਣਾ ਦਈਏ, ਨਾਲ ਜੋ ਇਹਨਾਂ ਦਾ ਇੱਧਰ ਉੱਧਰਲਾ ਪੱਖ ਹੈ ਉਹ ਵੀ ਡਿਸਕਸ ਹੋ ਜਾਂਦਾ। ਅੱਜ ਵੀ ਗੱਲ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਨਵੀਂ ਚੁਣੀ ਗਈ ਸਰਕਾਰ ਜਿਹੜੀ ਹੈ ਜੀ, ਉਹਨੂੰ ਪੰਜਾਬੀ ਉਡੀਕਦੇ ਆ ਜਾਂ ਵਿਰੋਧੀ ਉਡੀਕਦੇ ਆ, ਪਰ ਕਹਿੰਦੇ ਵੀ ਸਰਕਾਰ ਤੇ ਸਰਕਾਰ ਵਾਲਿਆਂ ਦਾ ਧਿਆਨ ਕਹਿੰਦੇ ਵੀ ਬਾਕੀ ਸਟੇਟਾਂ ਵਾਲੇ ਪਾਸੇ ਹੋ ਗਿਆ। ਫਿਰ ਕੁਛ NRIs ਨੂੰ ਅਪੀਲ ਕੀਤੀ ਗਈ ਆ, ਹੁਣ NRI ਮੰਤਰੀ ਸਾਹਿਬ ਵੱਲੋਂ ਉਹ ਕੀ ਕਹਾਣੀਆਂ, ਤੇ ਉੱਧਰਲੇ ਪਾਸੇ ਪਾਰਲੀਮੈਂਟ ਦੇ ਵਿੱਚ ਵੀ ਕੁਛ ਪੰਜਾਬ ਦੇ ਲਈ ਮੰਗਿਆ ਗਿਆ, ਕੁਛ ਕੇਂਦਰ ਸਰਕਾਰ ਤੋਂ ਮੰਗਿਆ ਗਿਆ, ਤੇ ਸੁਣ 'ਚ ਆਇਆ ਵੀ ਸ਼ਾਇਦ ਉਹ ਸਾਰਾ ਕੁਛ ਮਿਲ ਜਾਵੇ। ਬਾਕੀ ਕੁਛ ਹੋਰ ਖਬਰਾਂ ਨੇ, ਆਪਾਂ ਵਿਚਾਰਾਂਗੇ ਨਾਲ ਆਪਣੇ ਵੀਰ ਪਰਮਵੀਰ ਬਾਠੜੀ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਕਿੱਦਾਂ? ਸਿਹਤਾਂ ਠੀਕ ਨੇ ਹੁਣ, ਬਹੁਤ ਵਧੀਆ। ਆ ਹੋਈ ਨਾ ਗੱਲ, ਮਤਲਬ ਉੱਠੇ ਚਿੱਤ ਕੀਤਾ ਨਾ, ਜਦੋਂ ਭੁੱਖ ਲੱਗੀ ਚਿੱਤ ਕਰਦਾ ਵੀ ਕੁਛ ਖਾਈਏ, ਹਾਂ ਅੰਦਰ ਖਾਣ ਨੂੰ ਮੰਗਦਾ। ਪੰਜਾਬੀ ਜਿਹਨੂੰ ਕਹਿੰਦੇ ਖੋਹ ਪੈਂਦੀ ਆ, ਦਲੀਆ ਲਿਆਓ ਪਤਲਾ ਜਿਹਾ ਕਰਕੇ, ਹਾਂ ਬਸ ਉਦੋਂ ਠੀਕ ਹੁੰਦਾ। ਤੇ ਜਦੋਂ ਮੈਂ ਵੀ ਦੇਖਿਆ ਵੀ ਤੁਸੀਂ ਵੀ ਹੁਣ ਠੀਕ ਹੋ। ਨਹੀਂ ਫਰਕ, ਕਿਉਂਕਿ ਕੱਲ ਜਦੋਂ ਤੁਸੀਂ ਦੁੱਧ 'ਚ ਭੇਂ ਕੇ ਰੋਟੀ ਖਾਧੀ ਆ, ਹਾਂ ਰਸ ਨਾਲ, ਹਾਂ ਰਸ ਠੀਕ ਰਿਹਾ ਕੰਮ ਕੁਛ। ਚਲੋ ਠੀਕ ਆ ਬਾਠ ਸਾਹਿਬ। ਗੱਲ ਇਹ ਆ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ ਜੀ, ਤੇ ਬੰਦਾ ਸੋਚਦਾ ਵੀ ਯਾਰ ਇੰਨੇ ਮਸਲੇ ਨੇ, ਪਤਾ ਨਹੀਂ ਵੀ ਕਿਹੜੇ ਪਾਸੇ ਖਿੱਚਾਂਗੇ ਧੂਆਂਗੇ ਤੇ ਫਿਰ ਜਾ ਕੇ ਮਸਲਾ ਹੱਲ ਹੋਣਾ। ਪਰ ਪਤਾ ਨਹੀਂ ਕਿਉਂ ਮੈਨੂੰ ਵਾਰ-ਵਾਰ ਭਗਵੰਤ ਮਾਨ ਸਾਹਿਬ ਦਾ ਨਾ ਉਹ ਬਿਆਨ ਯਾਦ ਆ ਜਾਂਦਾ। ਉਹ ਅਸੀਂ ਪਿੰਡਾਂ 'ਚੋਂ ਆਏ ਹਾਂ, ਸਾਨੂੰ ਪਤਾ ਵੀ ਜੇ ਖਾਦ ਦੀ ਬੋਰੀ ਖੋਲਦਿਆਂ ਦੂਜੇ ਪਾਸੇ ਸ਼ੁਰੂ ਕਰ ਲਈਏ ਫਿਰ ਨਹੀਂ ਖੁੱਲਦੀ ਜੀ, ਤੇ ਜੇ ਸਹੀ ਧਾਗਾ ਇਹਦੇ ਵਿੱਚ ਸਕਿੰਟਾਂ 'ਚ ਖੁੱਲ ਜਾਂਦੀ ਹੈ। ਖੋਲ੍ਹਣ ਦਾ ਸਵਾਦ ਹੀ ਵੱਖਰਾ ਹੁੰਦਾ ਹੈ ਨਾ। ਮੈਂ ਕੁਦਰਤੀ ਸੋਚਦਾ ਸੀ ਵੀ ਪਤਾ ਨਹੀਂ ਜਾਂ ਤਾਂ ਅਜੇ ਉਹਨਾਂ ਨੂੰ ਹੀ ਧਾਗਾ ਨਹੀਂ ਲੱਭਣ ਡਿਆ, ਤੇ ਜਾਂ ਫਿਰ ਹੁਣ ਉਹਨਾਂ ਨੂੰ ਪਤਾ ਲੱਗਾ ਵੀ ਉਹ ਇਹ ਬੋਰੀ ਯਾਰ ਉਹ ਮਸ਼ੀਨ ਨਾਲ ਤਾਂ ਸੀਤੀ, ਇਹ ਤਾਂ ਕਿਸੇ ਹੋਰ ਤਰ੍ਹਾਂ ਸੀਤੀ ਲੱਗਦੀ ਜੀ। ਇਹ ਜਾਣੀ ਆਪ ਸੂਈ ਲੈ ਕੇ ਐਂ ਕੀਤਾ, ਜਿੱਥੇ ਧਾਗਾ ਉਹ ਸੇਬਾ ਮੁੱਕ ਗਿਆ ਉੱਥੇ ਨਵਾਂ ਸ਼ੁਰੂ ਕਰ ਲਿਆ। ਟਾਈਮ ਲੱਗਣਾ ਸੰਧਾਲੀਆ ਸਾਹਿਬ, ਕੋਈ ਗੱਲ ਨਹੀਂ। ਕਈ ਵਾਰੀ ਨਾ ਬੋਰੀ ਜਿਹੜੀ ਹੁੰਦੀ ਆ ਉਹ ਇੰਨੀ ਕੁ ਖੱਦੀ ਹੁੰਦੀ, ਇੰਨੀ ਕੁ ਪੁਰਾਣੀ ਹੁੰਦੀ ਆ ਕਿ ਥਾਂ ਤੋਂ ਸੀਤੀ ਹੁੰਦੀ ਆ ਕਿ ਭਾਈ ਉਹਦੇ ਵਿੱਚੋਂ ਕੋਈ ਚੀਜ਼ ਬਾਹਰ ਨੂੰ ਖਿਸਕ ਸਕਦੀ, ਉਹਨੂੰ ਜ਼ੋਰ ਨਾਲ ਸਿੱਟ ਵੀ ਨਹੀਂ ਸਕਦੇ, ਉਹ ਪਾਟ ਵੀ ਸਕਦੀ ਹੈ। ਕੋਈ ਗੱਲ ਨਹੀਂ, ਪਰ ਇੰਨੀ ਗੱਲ ਜ਼ਰੂਰ ਹੈ, ਲੋਕਾਂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ। ਲੋਕਾਂ ਨੇ 25 ਸਾਲ ਹੀ ਫਿਰ ਕੋਈ ਨਾ ਕੋਈ ਮੁੱਖ ਮੰਤਰੀ ਬਣਾਉਣਾ। ਉਹ ਭਗਵੰਤ ਸਿੰਘ ਮਾਨ ਵੀ ਹੋ ਸਕਦੇ ਆ, ਉਹ ਹੋਰ ਵੀ ਕੋਈ ਹੋ ਸਕਦਾ। ਮੈਂ ਇਸ ਕਰਕੇ ਕਹਿ ਰਿਹਾ ਕਿ ਲੋਕਾਂ ਦੀ ਤਾਕਤ ਵੱਡੀ ਹੁੰਦੀ ਹੈ। ਇਹਦੇ ਤੋਂ ਪਹਿਲਾਂ ਕਿ ਤੁਸੀਂ ਪੰਜਾਬ ਵਾਲੀ ਬੋਰੀ ਖੋਲ੍ਹ ਲਓ, ਜਦੋਂ ਖੁੱਲ੍ਹ ਗਈ ਨਾ ਫਿਰ ਮੁੱਕਣਾ ਨਹੀਂ ਕੰਮ। ਮੈਨੂੰ ਲੱਗਦਾ ਸੀ ਕਿ ਆਪਾਂ ਸ਼੍ਰੀਲੰਕਾ ਵਾਲੇ ਪਾਸਿਓਂ ਹੋ ਕੇ ਆਈਏ, ਕਿਉਂਕਿ ਪੰਜਾਬ ਦਾ ਹਰ ਇੱਕ ਸਿਆਸੀ ਲੀਡਰ ਚੇਤਾ ਰੱਖੇ ਕਿ ਲੋਕਾਂ ਦੀ ਤਾਕਤ ਸਭ ਤੋਂ ਵੱਡੀ ਹੁੰਦੀ ਹੈ। ਉਹਨਾਂ ਨੇ ਕੋਈ ਲੋਕ ਕੀਲ ਕੇ ਜੇਬ 'ਚ ਨਹੀਂ ਪਾ ਲਿਆ ਕਿ ਲੋਕਾਂ ਨੇ 5 ਸਾਲਾਂ ਬਾਅਦ ਆਪਣਾ ਫਤਵਾ ਕਿਸੇ ਹੋਰ ਦੇ ਹੱਕ 'ਚ ਨਹੀਂ ਦੇਣਾ ਜਾਂ ਉਹਨਾਂ ਦੇ ਖਿਲਾਫ ਨਹੀਂ ਦੇਣਾ। ਤੁਸੀਂ ਇਹ ਦੇਖੋ ਕਿ ਸ਼੍ਰੀਲੰਕਾ ਦੇ ਵਿੱਚ ਵਿੱਤੀ ਸਥਿਤੀ ਗੜਬੜਾ ਗਈ, ਪਰ ਕਿਉਂਕਿ ਤੁਸੀਂ ਲੋਕਾਂ ਨੂੰ ਬੁੱਧੂ ਬਣਾ ਸਕਦੇ ਹੋ, ਤੁਸੀਂ ਲੋਕਾਂ ਤੋਂ ਵੋਟਾਂ ਲੈ ਸਕਦੇ ਹੋ, ਤੁਸੀਂ ਲੋਕਾਂ ਨਾਲ ਵਾਅਦੇ ਕਰ ਸਕਦੇ ਹੋ, ਤੁਸੀਂ ਕਰਜ਼ਾ ਲੈ ਕੇ ਇੱਧਰੋਂ ਉੱਧਰੋਂ ਕੰਮ ਚਲਾ ਸਕਦੇ ਹੋ, ਕੋਈ ਜ਼ਮੀਨਾਂ ਗਹਿਣੇ ਪਾ ਸਕਦੇ ਹੋ। ਪਰ 25 27 10 ਸਾਲੀ ਲੋਕਾਂ ਨੂੰ ਜਾਗ ਆਈ ਜਾਂਦੀ ਹੈ, ਉੱਥੇ ਆਰਥਿਕ ਕੰਮ ਖਰਾਬ ਹੋ ਗਿਆ, ਵਿਦੇਸ਼ੀ ਪੈਸਾ ਰਿਹਾ ਕੋਈ ਨਹੀਂ, ਮਹਿੰਗਾਈ ਸਿਰੇ 'ਤੇ ਹੋ ਗਈ, ਤੇਲ ਡੀਜ਼ਲ ਪੈਟਰੋਲ ਲੱਭੇ ਕੱਖ ਨਾ। ਉੱਥੇ ਐਮਰਜੈਂਸੀ ਲਾਤੀ, ਸਰਕਾਰ ਅਸਤੀਫਾ ਦੇ ਗਈ। ਰਾਸ਼ਟਰਪਤੀ ਸਾਹਿਬ ਨੇ ਕਿਹਾ ਐਮਰਜੈਂਸੀ, ਕੋਈ ਬੰਦਾ ਇੱਥੇ ਇਕੱਠਾ ਨਹੀਂ ਹੋ ਸਕਦਾ। ਫੌਜ ਲਾਤੀ ਕੋਲੰਬੋ ਦੀਆਂ ਸੜਕਾਂ ਦੇ ਉੱਤੇ ਕਿ ਕਰਿਆਨੇ ਦੀਆਂ ਦੁਕਾਨਾਂ ਵੀ ਫਿਰ ਖੁੱਲਣਗੀਆਂ। ਲੋਕ ਕਤਾਰਾਂ 'ਚ ਲੱਗੇ ਆ, ਦੁੱਧ ਲੈਣ ਲਈ, ਤੇਲ ਲੈਣ ਲਈ, ਪਾਣੀ ਭਰਨ ਦੇ ਲਈ, ਪਤਾ ਨਹੀਂ ਲੱਗਦਾ, ਜਾ ਜਾਂਦੀ ਹੋ ਗਈ। ਤੁਸੀਂ ਇਹ ਦੇਖੋ ਕਿ 5 ਦਿਨਾਂ ਦੇ ਵਿੱਚ ਹੀ ਉੱਥੋਂ ਦੇ ਰਾਸ਼ਟਰਪਤੀ ਸਾਹਿਬ ਨੂੰ ਐਮਰਜੈਂਸੀ ਹਟਾਉਣੀ ਪੈ ਗਈ। ਸਥਿਤੀ ਨਹੀਂ ਬਦਲੀ, ਸਥਿਤੀ ਉਹੀ ਹੈ। ਐਮਰਜੈਂਸੀ ਲਾਈ ਸੀ ਕਿ ਭਾਈ ਸਖਤੀ ਕਰਾਂਗੇ, ਕਿਸੇ ਨੂੰ ਚੀਂ ਤੇ ਪੜੀ ਕਰ ਨਹੀਂ ਦੇਣਾ। 60 ਬੰਦੇ ਗ੍ਰਿਫਤਾਰ ਕਰ ਲੈ ਕੇ ਭਾਈ ਇਹ ਘਰੋਂ ਬਾਹਰ ਨਿਕਲੇ ਕਿੱਦਾਂ, ਇਹਨਾਂ ਨੇ ਪ੍ਰਦਰਸ਼ਨ ਕੀਤਾ ਕਿੱਦਾਂ, ਇਹਨਾਂ ਨੇ ਸਰਕਾਰ ਦਾ ਵਿਰੋਧ ਕੀਤਾ ਕਿੱਦਾਂ। 60 ਬੰਦੇ ਗ੍ਰਿਫਤਾਰ ਕਰ ਲਏ, ਅਦਾਲਤ 'ਚ ਚਲੇ ਗਏ। 600 ਵਕੀਲ ਉਹਨਾਂ ਨੂੰ ਛੁਡਾਉਣ ਪਹੁੰਚ ਗਿਆ। ਉਹ ਬੰਦੇ 60 ਸੀਗੇ, ਜਾਣੀ 600 ਵਕੀਲ ਜੇ ਛੁਡਾਉਣ ਪਹੁੰਚ ਗਿਆ ਤਾਂ ਸਰਕਾਰ ਦੀਆਂ ਅੱਖਾਂ ਖੁੱਲ੍ਹ ਗਈਆਂ ਹੋਣੀਆਂ। ਹਜ਼ਾਰਾਂ ਵਿਦਿਆਰਥੀ ਕੋਲੰਬੋ ਦੀਆਂ, ਰਾਜਧਾਨੀ ਹੈ ਕੋਲੰਬੋ, ਉਹਦੀਆਂ ਸੜਕਾਂ ਦੇ ਉੱਤੇ ਅੱਪੜ ਗਏ। ਤੇ ਸਾਰੇ ਸ਼੍ਰੀਲੰਕਾ ਦੇ ਵਿੱਚ ਇਸ ਗੱਲ ਦੇ ਉੱਤੇ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਿਆ ਕਿ ਭਾਈ ਤੁਸੀਂ ਦੇਸ਼ ਚੀਨ ਦੇ ਹੱਥੀਂ ਵੇਚ ਦਿੱਤਾ ਹੀ, ਤੁਸੀਂ ਕਰਜ਼ਾ ਇੰਨਾ ਲੈ ਲਿਆ, ਤੁਸੀਂ ਸਰਕਾਰ ਚੱਜ ਨਾਲ ਨਹੀਂ ਚਲਾਈ। ਆਪਣੀ ਦੇਸ਼ ਦੀ ਸਰਕਾਰ ਦੇ ਖਿਲਾਫ ਤਾਂ ਮੁਜ਼ਾਹਰੇ ਹੋਣੇ ਸੀ, ਉਹਦੇ ਤੋਂ ਵੀ ਕਿਤੇ ਵੱਧ ਮੁਜ਼ਾਹਰੇ ਜਿਹੜੇ ਆ ਉਹ ਚੀਨ ਦੇ ਖਿਲਾਫ ਹੋਏ ਕਿ ਭਾਈ ਚੀਨ ਇੰਨਾ ਕਰਜ਼ਾ ਦੇਈ ਜਾਂਦਾ, ਇਸ ਢੰਗ ਤਰੀਕੇ ਦੇਈ ਜਾਂਦਾ, ਇੱਦਾਂ ਦੀਆਂ ਸ਼ਰਤਾਂ ਨਾਲ ਦੇਈ ਜਾਂਦਾ ਕਿ ਭਾਈ ਤੁਹਾਡੇ ਦੇਸ਼ ਦੇ ਪੱਲੇ ਰਹਿਣਾ ਫੱਕਾ ਨਹੀਂ। 5 ਦਿਨਾਂ ਦੇ ਵਿੱਚ ਹੀ ਘਬਰਾ ਕੇ ਐਮਰਜੈਂਸੀ ਹਟਾਉਣੀ ਪੈ ਗਈ। ਸਥਿਤੀ ਨਹੀਂ ਬਦਲੀ, ਲੋਕਾਂ ਦੀ ਤਾਕਤ ਇੱਥੇ ਤੱਕ ਕੰਮ ਕਰਦੀ ਹੈ। ਨਹੀਂ, ਲੋਕਾਂ ਦੀ ਤਾਕਤ ਵਧੀਆ ਗੱਲ ਹੈ, ਪਰ ਮੈਨੂੰ ਲੱਗਦਾ ਵੀ ਜਿਹੜਾ ਉਹ ਚਾਈਨਾ ਦੇ ਖਿਲਾਫ ਪ੍ਰਦਰਸ਼ਨ ਕਰਦੇ ਆ ਉਹਦਾ ਤਾਂ ਕੋਈ ਫਾਇਦਾ ਹੈ ਨਹੀਂ। ਇਹ ਤਾਂ ਹੁਣ ਜੇ ਮੰਨ ਲਓ ਵੀ ਇੱਧਰਲੇ ਪਾਸੇ, ਹੁਣ ਜੇ ਆਪਾਂ ਪਿੰਡਾਂ ਦੀ ਉਦਾਹਰਨ ਦੇ ਹਿਸਾਬ ਨਾਲ ਗੱਲ ਕਰ ਲਈ, ਵੀ ਮੰਨ ਲਓ ਧੀ ਪੁੱਤ ਹੋ ਜਾ ਨਿਕਲ ਆਇਆ ਤੇ ਬਾਪੂ ਨੇ ਚਲੋ 5 ਕਰਕੇ ਜੋੜੇ ਸੀ 4 ਸਿਆੜ, ਤੇ ਹੌਲੀ ਹੌਲੀ ਉਹਨੇ ਆਖਿਆ ਵੀ ਨਹੀਂ ਮੈਂ ਪਹਿਲਾਂ ਕਨਾਲ, ਫਿਰ ਉਸ ਤੋਂ ਬਾਅਦ 2 ਕਨਾਲਾਂ, ਫਿਰ
ਅੱਧਾ ਕਿੱਲਾ ਵੇਗਾ, ਫਿਰ ਕਿੱਲਾ, ਫਿਰ ਹੌਲੀ ਹੌਲੀ ਮਤਲਬ ਜਦੋਂ ਖੋਰਾ ਜਿਹਾ ਲਾ ਲਿਆ ਤੇ ਉਹ ਸਾਰਾ ਕੁਝ ਕਰਦਿਆਂ ਕਤਰਦਿਆਂ ਫਿਰ ਕੋਈ ਨਾ ਕੋਈ ਸ਼ਾਹੂਕਾਰ ਤੇ ਹੁੰਦਾ ਹੀ ਆ। ਉਹ ਆ ਕੋਈ ਨਹੀਂ ਫੜ ਤੂੰ ਰੱਖ, ਏਡੀ ਕਿਹੜੀ ਗੱਲ ਆ, ਹੁਣ ਤੂੰ ਫਲਾਨਾ ਸਹੁੰਦਾ ਮੁੰਡਾ ਤੇ ਹੁਣ ਤੂੰ ਦੱਸ ਬਿਨਾਂ ਜੀਭ ਤੋਂ ਕਿੱਦਾਂ ਜਾਏਗਾ, ਹੈ ਨਾ। ਉਹ ਸਾਰਾ ਕੁਝ ਕਰਦਿਆਂ ਕਿਤੇ ਨਾ ਕਿਤੇ ਤੇ ਉਹਨਾਂ ਦੀ ਗਲਤੀ ਵੀ ਹੁੰਦੀ ਨਾ, ਵੀ ਜਿਨ੍ਹਾਂ ਨੇ ਆਖਿਆ ਹੁੰਦਾ ਵੀ ਹਾਂ ਭਾਈ ਅਸੀਂ ਆਪਣਾ ਘਰ ਵੇਖੀਏ। ਇਹਦਾ ਮਤਲਬ ਜਿਹੜੇ ਸ਼ਾਸਕ ਨੇ ਉਹ ਰਾਤੋਂ ਰਾਤ ਤੇ ਆਏ ਨਹੀਂ ਸ਼੍ਰੀਲੰਕਾ 'ਚ, ਉਹ ਵੀ ਪੁਰਾਣੇ ਨੇ ਮੇਰੇ ਖਿਆਲ ਨਾਲ। ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਜੇ ਲੋਕ ਇੱਦਾਂ ਹੀ ਰਹੇ, ਸ਼ਾਇਦ ਉਹ ਵੀ ਕਿਤੇ ਨਾ ਕਿਤੇ ਗੱਲ ਖੁੱਲ੍ਹ ਜਾਵੇ ਵੀ ਉਹ ਜਿਹੜਾ ਕਰਜ਼ਾ ਲਿਆ ਗਿਆ ਸੀਗਾ ਉਹ ਕਰਜ਼ਾ ਹੋ ਸਕਦਾ ਮੁਲਕ 'ਤੇ ਲਿਆ ਗਿਆ ਹੋਵੇ, ਪਰ ਉਹਦੇ ਵਿੱਚ ਇੱਕ ਨਾਂ ਹੁੰਦਾ ਕਮਿਸ਼ਨ ਜੀ। ਉਹ ਪਤਾ ਨਹੀਂ ਕਿਹਨੂੰ ਕਿੱਥੇ ਮਿਲਿਆ ਹੋਣਾ, ਤੇ ਇਹ ਵੀ ਹੋ ਸਕਦਾ ਵੀ ਬਾਅਦ 'ਚ ਉਹ ਵੀ ਕਲੀਅਰ ਹੋਵੇ ਵੀ ਜਿੱਦਣ ਇੱਥੋਂ ਸਾਰਾ ਕੁਝ ਰੌਲਾ ਰੱਪਾ ਪੈ ਕੇ ਖਤਮ ਹੋ ਗਿਆ। ਆਮ ਹੀ ਹੁੰਦਾ ਕਈ ਦੇਸ਼ਾਂ ਦੇ ਵਿੱਚ, ਆਪਾਂ ਪਹਿਲਾਂ ਵੀ ਦੇਖਿਆ। ਫਿਰ ਉਹ ਜਿਹੜਾ ਪ੍ਰਸ਼ਾਸਕ ਹੁੰਦਾ ਅਚਾਨਕ ਇੱਕ ਹੈਲੀਕਾਪਟਰ ਜਾਂ ਜਹਾਜ਼ ਲੈ ਕੇ ਉੱਡਦਾ ਹੁੰਦਾ ਤੇ ਪਤਾ ਲੱਗਦਾ ਹੁੰਦਾ ਵੀ ਹੁਣ ਉਹ ਫਲਾਣੇ ਦੇਸ਼ 'ਚ ਹੈ ਤੇ ਉੱਥੇ ਦੀ ਆਲਰੇਡੀ ਪ੍ਰਾਪਰਟੀ ਹੈਗੀ। ਫਿਰ ਪਤਾ ਲੱਗਦਾ ਇੰਨੀਆਂ ਬੋਰੀਆਂ ਦੇ ਵਿੱਚੋਂ ਨੋਟ ਹੀ ਲੱਭੇ, ਉਹ ਰਹਿ ਗਏ ਸੀ, ਕਹਿੰਦੇ ਬਾਕੀ ਤਾਂ ਲੈ ਗਏ, ਲੱਦ ਨਹੀਂ ਹੋਏ। ਮਤਲਬ ਇਹੋ ਜਿਹੀਆਂ ਸਿਚੁਏਸ਼ਨਸ ਆਉਂਦੀਆਂ। ਪਰ ਚਲੋ ਜੇ ਲੋਕ ਹੁਣ ਉੱਥੋਂ ਦੇ ਜਾਗਰੂਕ ਹੋਏ ਆ ਤੇ ਮੈਂ ਕਹਿੰਦਾ ਵੀ ਕਿਸੇ ਨਾ ਕਿਸੇ ਪਾਸਿਓਂ ਮੋੜਾ ਕੱਟ ਲੈਣ। ਪਰ ਨਾਲ ਇਹ ਵੀ ਗੱਲ ਹੈਗੀ ਆ ਵੀ ਹੁਣ ਇਹਦਾ ਮਤਲਬ ਇਹ ਹੋ ਗਿਆ ਵੀ ਪਹਿਲਾਂ ਤਾਂ ਲੋਕਾਂ ਨੂੰ ਉਨਾ ਕੀ ਪ੍ਰਦਰਸ਼ਨ ਕਰਨੇ ਪੈਂਦੇ ਹੁੰਦੇ ਵੀ ਯਾਰ ਸਾਨੂੰ ਰੋਟੀ ਚਾਹੀਦੀ ਆ, ਸਾਨੂੰ ਪਾਣੀ ਚਾਹੀਦਾ, ਸਾਡੀਆਂ ਬੇਸਿਕ ਲੋੜਾਂ ਨੇ। ਇਹ ਤਾਂ ਲੋਕ ਵਿਚਾਰੇ ਹੁਣ ਇਸ ਗੱਲ ਦਾ ਵੀ ਖਿਆਲ ਰੱਖਣ ਵੀ ਸਾਡਾ ਮੁਲਕ ਵਿਦੇਸ਼ਾਂ ਦੇ ਨਾਲ ਕੀ ਸੰਬੰਧ ਬਣਾ ਰਿਹਾ। ਵਿਦੇਸ਼ ਨੀਤੀ ਵੀ ਲੋਕ ਦੇਖਣ ਦਾ। ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਪੰਜਾਬ ਨੂੰ, ਭਾਰਤ ਨੂੰ ਜਾਂ ਹਰ ਮੁਲਕ ਨੂੰ ਇੱਕ ਚੀਜ਼ ਸਿੱਖਣੀ ਚਾਹੀਦੀ ਹੈ ਕਿ ਦੇਸ਼ ਚਲਾਉਣਾ ਸਖਾਲਾ ਨਹੀਂ, ਸੂਬਾ ਚਲਾਉਣਾ ਸਖਾਲਾ ਨਹੀਂ। ਖੇਤੀ, ਵਪਾਰ, ਵਿਦੇਸ਼ ਨੀਤੀ, ਫਾਈਨਾਂਸ, ਕਿੰਨਾ ਕੁਛ ਆ ਜਿਹੜਾ ਕਿ ਸਰਕਾਰਾਂ ਦੇ ਮੰਤਰੀਆਂ ਨੇ ਦੇਖਣਾ ਹੁੰਦਾ। ਇਸ ਕਰਕੇ ਉਹਨਾਂ ਅਹੁਦਿਆਂ 'ਤੇ ਚੰਗੇ, ਯੋਗ, ਨਿਪੁੰਨ ਜਿਨ੍ਹਾਂ ਲੋਕਾਂ ਨੂੰ ਕੰਮ ਕਰਨਾ ਆਉਂਦਾ ਕਿ ਭਾਈ ਆਪਾਂ 20, 25, 30 ਸਾਲ ਅੱਗੇ ਸੋਚ ਕੇ ਨੀਤੀਆਂ ਬਣਾਉਣੀਆਂ, ਉਹ ਲੋਕ ਉਹਨਾਂ ਕੁਰਸੀਆਂ 'ਤੇ ਬੈਠਣੇ ਚਾਹੀਦੇ ਆ। ਪੁੱਤ, ਭਰਾ, ਭਤੀਜਾ, ਬਾਪੂ, ਨੌਂ, ਘਰ ਵਾਲੀ, ਇਹ ਦੇਖ ਕੇ ਨਹੀਂ ਕਿ ਭਾਈ ਇਹ ਸਾਡੇ ਪਰਿਵਾਰ ਦੇ ਵਿੱਚੋਂ ਤਾਂ ਅਸੀਂ ਇਹਨਾਂ ਨੂੰ ਬਿਠਾਈਏ। ਉਹ ਕਿਤੇ ਨਾ ਕਿਤੇ ਨੁਕਸਾਨ ਹੋ ਜਾਂਦਾ। ਹਾਂ, ਕਈ ਵਾਰੀ ਇੱਕ ਟੱਬਰ ਦੇ ਵਿੱਚੋਂ 2 ਜੀ ਵੀ ਚੰਗੇ ਹੋ ਸਕਦੇ, ਅਸੀਂ ਨਹੀਂ ਕਹਿੰਦੇ ਕਿ ਹੋ ਹੀ ਨਹੀਂ ਸਕਦੇ। ਪਰ ਜੇ ਆਪਾਂ ਕਹੀਏ ਕਿ ਭਾਈ ਇੱਕੋ ਹੀ ਟੱਬਰ ਦੇ ਵਿੱਚੋਂ ਕਰੀ ਜਾਣਾ ਕੰਮ ਤਾਂ ਔਖਾ। ਸ਼੍ਰੀਲੰਕਾ ਦੇ ਵਿੱਚ ਇੱਕੋ ਹੀ ਟੱਬਰ 'ਚੋਂ ਰਾਸ਼ਟਰਪਤੀ, ਉਸੇ ਟੱਬਰ 'ਚੋਂ ਪ੍ਰਧਾਨ ਮੰਤਰੀ, ਉਸੇ ਟੱਬਰ 'ਚੋਂ ਖੇਤੀ ਮੰਤਰੀ, ਉਸੇ ਟੱਬਰ 'ਚੋਂ ਵਿਦੇਸ਼ ਮੰਤਰੀ, ਜਾਣੀ ਜਿਹੜੀਆਂ ਸਿਖਰਲੀਆਂ 5-7 ਪੋਜੀਸ਼ਨਾਂ ਵੀ ਉਹ ਟੱਬਰ ਕੋਈ ਵੱਖਰੇ ਤਰ੍ਹਾਂ ਦੀ ਗੁੜਤੀ ਲੈ ਕੇ ਪੈਦਾ ਹੋਇਆ ਜਾਂ ਉਹਨਾਂ ਨੂੰ ਉੱਪਰੋਂ ਆਕਾਸ਼ਬਾਣੀ ਹੁੰਦੀ ਹੈ ਕਿ ਭਾਈ ਤੁਸੀਂ ਦੇਸ਼ ਇੱਦਾਂ ਚਲਾਉਣਾ। ਇਸ ਕਰਕੇ ਸਿਆਣਾ ਬੰਦਾ, ਚੰਗਾ ਬੰਦਾ ਜਿਹੜਾ ਕਿ ਦੇਸ਼ ਨੂੰ ਅੱਗੇ ਵਧਾਉਣ ਦੇ ਵਿੱਚ ਕਾਮਯਾਬ ਹੋਵੇ, ਉੱਦਾਂ ਦੇ ਬੰਦੇ ਕੁਰਸੀਆਂ 'ਤੇ ਬੈਠਣੇ ਚਾਹੀਦੇ। ਸ਼੍ਰੀਲੰਕਾ ਵਾਲਿਆਂ ਨੇ ਅਸਰ ਦੇਖ ਲਿਆ, ਅਸੀਂ ਬਚ ਜਾਈਏ। ਇਹ ਜਿਹੜੀ ਉਹ ਗੱਲ ਮੈਂ ਵਿੱਚ ਕਮਿਸ਼ਨ ਵਾਲੀ ਕੀਤੀ, ਇਸ ਤੋਂ ਪਹਿਲਾਂ ਕਈ ਦੇਸ਼ਾਂ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੁੰਦੀ ਵੀ ਜਿੱਥੋਂ ਵੀ ਕਿਤੇ ਚਾਈਨਾ ਜਾਂਦਾ, ਜੇ even ਬਾਕੀ ਦੇਸ਼ ਵੀ ਇੱਦਾਂ ਹੀ ਕਰਦੇ ਵੀ ਜਿੱਥੇ ਕਿਤੇ ਵੀ ਕੋਈ ਆਪਣਾ ਸੌਦਾ ਵੇਚਣਾ, ਸਮਾਨ ਵੇਚਣਾ, ਜੇ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਉਦੋਂ ਵੀ ਕਿਤੇ ਕੋਈ ਵਿਦੇਸ਼ 'ਚੋਂ ਕੋਈ ਜਹਾਜ਼ ਲਿਆਉਣਾ, ਕੋਈ ਕੁਛ ਲਿਆਉਣਾ, ਕਮਿਸ਼ਨ ਨਾਂ ਦੀ ਚੀਜ਼ ਆਮ ਹੁੰਦੀ ਜੀ। ਸੋ ਜੇ ਉੱਥੇ ਵੀ ਇਹੋ ਜਿਹਾ ਕੁਛ ਅੱਜ ਨਹੀਂ ਕੱਲ੍ਹ ਨੂੰ ਨਿਕਲ ਆਉਂਦਾ ਤਾਂ ਫਿਰ ਲੋਕਾਂ ਦਾ ਦਿਲ ਟੁੱਟਣਾ। ਦੂਜੀ ਮਾੜੀ ਗੱਲ ਇਹ ਆ ਵੀ ਹੁਣ ਜਿੱਦਾਂ ਦੇਸ਼ ਜਿਹੜਾ ਉਹ ਟੂਰਿਜ਼ਮ ਦੇ ਆਸਰੇ ਆ, ਅਤੇ ਮੈਂ ਉਹ ਇੱਕ ਰਿਪੋਰਟ ਜੀ ਦੇਖਦਾ ਪਿਆ ਸੀ ਟੂਰਿਜ਼ਮ ਨਾਲ ਰਿਲੇਟਡ ਵੀ ਟੂਰਿਜ਼ਮ ਇੰਡਸਟਰੀ ਵਾਲੇ ਵਿਚਾਰੇ ਸਿਰ ਫੜ ਕੇ ਤਾਂ ਬੈਠੇ ਆ ਵੀ ਮਹਾਰਾਜ ਇੱਕ ਤਾਂ ਹੋ ਗਿਆ ਵੀ ਟੂਰਿਸਟ ਪਹਿਲਾਂ ਨਹੀਂ ਆਏ ਕੋਵਿਡ ਕਰਕੇ, ਹੁਣ ਉਹਨਾਂ ਨੂੰ ਆਏ ਸੀ ਵੀ ਚਲੋ ਕੋਵਿਡ ਹਟ ਗਿਆ, ਬੰਦਿਸ਼ਾਂ ਹਟ ਗਈਆਂ ਅਤੇ ਹੁਣ ਟੂਰਿਸਟ ਸਾਡੇ ਕੋਲ ਆਉਣਗੇ। ਕਹਿੰਦੇ ਹੁਣ ਸਾਨੂੰ ਤਾਂ ਆਸ ਨਹੀਂ ਹੈ ਕਿਉਂਕਿ ਜਿੱਦਾਂ ਪੂਰੀ ਦੁਨੀਆ ਦੇ ਵਿੱਚ ਖਬਰਾਂ ਚੱਲੀਆਂ ਵੀ ਫਲਾਨੀ ਚੀਜ਼ ਇੰਨੀ ਮਹਿੰਗੀ ਉੱਥੇ, ਅਤੇ ਅਗਲੇ ਬੰਦੇ ਦਾ ਹੌਸਲਾ ਹੀ ਨਹੀਂ ਪੈਣਾ ਵੀ ਯਾਰ ਮੈਂ ਉੱਥੇ ਜਾਵਾਂ ਅਤੇ ਮੇਰਾ ਪਤਾ ਨਹੀਂ ਕੀ ਬਣਨਾ। ਦੂਜੀ ਗੱਲ ਉਹ ਕਹਿੰਦੇ ਵੀ ਜੇ ਕੋਈ ਆ ਵੀ ਗਿਆ ਅਤੇ ਸਾਡੇ ਦੇ ਅੱਗੇ ਬੱਤੀ ਨਹੀਂ ਆਉਣ ਡੇ ਅਤੇ ਆਪਣੇ ਬੰਦੇ ਨੂੰ ਮਸਾਂ ਰੋਟੀ ਖਵਾਉਣ ਡੇ, ਟੂਰਿਸਟ ਨੂੰ ਕਿੱਥੋਂ ਸਾਂਭਾਂਗੇ। ਸੰਧਾਲੀਆ ਸਾਹਿਬ ਦੇਖੋ ਉੱਥੇ ਕੀ ਪਤਾ ਕਦੋਂ ਕੀ ਹੋ ਜਾਣਾ। 4-5 ਵੱਡੇ ਦੇਸ਼ਾਂ 'ਚ ਆਸਟ੍ਰੇਲੀਆ, ਨਾਰਵੇ ਵਰਗੇ ਦੇਸ਼ਾਂ ਦੇ ਵਿੱਚੋਂ ਤਾਂ ਸ਼੍ਰੀਲੰਕਾ ਨੇ ਅੰਬੈਸੀਆਂ ਬੰਦ ਕਰਤੀਆਂ ਕਿਉਂਕਿ ਦੂਸਰੇ ਦੇਸ਼ ਦੇ ਵਿੱਚ ਆਪਣਾ ਜੇ ਤੁਸੀਂ ਦਫ਼ਤਰ ਜਾਣਾ ਪੈਸੇ ਲੱਗਦੇ ਆ ਅਤੇ ਪੈਸੇ ਜੇ ਹੋਣਗੇ ਤਾਂ ਹੀ ਲਾਉਣੇ ਆ। ਅਤੇ ਜਦੋਂ ਫਿਰ ਇੱਦਾਂ ਅਗਲਿਆਂ ਨੇ ਜਗਾ ਕੇ ਦੀਵਾ ਬਾਹਰ ਰੱਖਤਾ ਕਿ ਭਾਈ ਸਾਡੇ ਵਾਲਾ ਤੇਲ ਮੁੱਕ ਗਿਆ ਹੀ, ਤਾਂ ਫਿਰ ਉੱਥੇ ਆਮ ਤੌਰ 'ਤੇ ਕਿਉਂਕਿ ਲੋਕਾਂ ਦੇ ਕੋਲ ਚੁਆਇਸ ਹੁੰਦੀ ਹੈ, ਸ਼੍ਰੀਲੰਕਾ ਚੱਲੀਏ, ਆਪਾਂ ਫਿਲਪਾਈਨਸ ਚਲੀਏ, ਆਪਾਂ ਸਿੰਗਾਪੁਰ ਚਲੀਏ, ਆਪਾਂ ਮਲੇਸ਼ੀਆ ਚਲੀਏ, ਕਿੱਥੇ ਘੁੰਮਣ ਜਾਣਾ, ਆਪਾਂ ਮਿਸਰ ਜਾਣਾ ਹੈ, ਤਾਂ ਫਿਰ ਜਿੱਧਰਲੇ ਪਾਸੇ ਮਾੜੀ ਖਬਰ ਆਈ ਹੈ ਬੰਦਾ ਉਸ ਵੇਲੇ ਨਹੀਂ ਇਹਨੂੰ ਰਹਿਣ ਦਿਓ ਬਾਕੀ ਦੇਖੋ, ਉਹ ਤਾਂ ਉਸ ਵੇਲੇ ਡਿਲੀਟ ਹੁੰਦਾ। ਸੋ ਗੱਡੀ ਜਿਹੜੀ ਉਹਨਾਂ ਦੀ ਬੰਦ ਹੋਈ ਆ, ਸਕੂਟਰ ਜਿਹੜਾ ਬੰਦ ਹੋਇਆ, ਉਹ ਅਜੇ ਲੱਗਦਾ ਵੀ ਸ਼ਾਇਦ ਟੇਢਾ ਕਰ ਕਰਕੇ ਵੀ ਕਿੱਕ ਮਾਰਿਆ ਸਟਾਰਟ ਨਾ ਹੋਵੇ। ਹਾਂ ਉਦੋਂ ਬਾਅਦ ਕੋਈ ਇੱਧਰੋਂ ਉੱਧਰੋਂ ਮਿਸਤਰੀ ਫੜ ਕੇ ਕੋਈ ਨਾ ਕੁਛ ਤੇਲ ਪਾ ਕੇ, ਪਹਿਲਾਂ ਹੁੰਦਾ ਨਾ ਵੀ 2 ਗੇੜੇ ਪਹਿਲਾਂ ਮਿਸਤਰੀ ਦੇ ਲਵਾਓ ਵੀ ਭਲਾ ਚੱਲਦਾ ਰਹਿੰਦਾ ਜੀ, ਫਿਰ ਆਪਾਂ ਲੈ ਕੇ ਚੱਲਦੇ ਹਾਂ। ਹੋ ਸਕਦਾ ਵੀ ਹੁਣ ਕੋਈ ਉੱਥੋਂ ਮਿਸਤਰੀ ਉੱਠਦਾ, ਉਹਦੇ 2 ਗੇੜੇ ਲਵਾਉਂਦਾ ਸਕੂਟਰ 'ਚ ਤੇਲ ਤੂਲ ਪਾ ਕੇ, ਫਿਰ ਭਾਵੇਂ ਤੁਰੇ। ਪਰ ਫਿਲਹਾਲ ਦੇ ਹਾਲਾਤ ਤੇ ਆ ਵੀ ਭਾਵੇਂ ਟੇਢਾ ਕਰ ਲਓ ਭਾਵੇਂ ਪੁੱਠਾ ਕਰ ਲਓ, ਚੱਲਦਾ ਜਾਪਦਾ। ਸਿਆਣਾ ਮਿਸਤਰੀ ਜਿਹੜਾ ਹੁੰਦਾ ਨਾ ਸੰਧਾਲੀਆ ਸਾਹਿਬ, ਜੇ ਉਹਦੇ ਕੋਲ ਸਕੂਟਰ 'ਚ ਕੋਈ ਨੁਕਸ ਪੈ ਜਾਵੇ ਉਹਦੇ ਕੋਲ ਲੈ ਕੇ ਜਾਓ, ਉਹ ਸਟਾਰਟ ਕਰਕੇ ਨਾ ਉਹਨੇ ਹੌਲੀ ਹੌਲੀ ਆਵਾਜ਼ ਦੇਣੀ, ਉਹਨੇ ਦੇਖਣਾ ਨਹੀਂ ਉਹਦੇ ਨੂੰ ਆਵਾਜ਼ ਸੁਣਦਾ ਹੁੰਦਾ, ਐਂ ਕਰਕੇ ਉਹਨੇ ਨਾ ਇੱਦਾਂ ਕਰੇ, ਫਿਰ ਥੋੜ੍ਹੀ ਰੇਸ ਦੇਣੀ ਉਹਨੇ, ਫਿਰ ਕਿੰਨੀ ਰੇਸ ਦੇਣੀ, ਫਿਰ ਉਹਨੇ ਹੌਲੀ ਕਰ ਦੇਣੀ, ਵਿੱਚੋਂ ਉਹਨੂੰ ਛਣਕਣ ਜਿਹੀ 'ਚੋਂ ਪਤਾ ਲੱਗਦਾ ਵੀ ਉਹਦੇ ਨੁਕਸ ਕਿੱਥੇ ਆ।
नहीं पर वो गल है ना वो तो आ भी जे मिस्त्री सियाणा होवे है ना मिस्त्री सियाणा होवे चलो आस करते हैं भी श्रीलंका का कोई ना कोई हल हो जू दूजी गल रही भी आप हुण मुड़ आईए क्योंकि आपां भी नवीं दुकान बदली है पंजाब वालियां ने सौदा खराब वो कहंदे जी पहले हिसाब नाल ठीक नहीं उत्थों पता नहीं कहंदे आटा लगा मिल जांदा सी दाल दे विच कोगड़ू निकल आउंदे सी चौल कहंदे उन्हां दे विच भी सुसरी जी तुरी फिरे ते कहंदे तेल लिआंदा भी ना किसे ना काम दा इस करके हुण असीं सौदे वाली दुकान बदली एंड सौदे वाली दुकान आ मार्च महीने 'च ही बदली पंजाबियां ने एंड इस हिसाब नाल बदली भी वो कहंदे भी बाकी सारा सौदा ही होर पासों खत्म कर देना पैसा इक्को थां तो ਹੁਣ ਮੁਸ਼ਕਿਲ ਇਹ ਆ ਵੀ ਉਹਨਾਂ ਨੇ ਦੁਕਾਨ ਵਾਲੇ ਨੇ ਜਿੱਦਾਂ ਗਾਹਕ ਲਾਉਣਾ ਦਾ ਵੀ ਕੋਈ ਗੱਲ ਹੀ ਨਹੀਂ ਮਾਰਿਆ ਤੁਸੀਂ ਪੈਸੇ ਜਦੋਂ ਮਰਜ਼ੀ ਦੇ ਦਿਓ ਆਟਾ ਭੱਜੇ ਜਾਂਦੇ ਆ ਆਟਾ ਜਿਹੜੇ ਮਰਜ਼ੀ ਬ੍ਰਾਂਡ ਦਾ ਲਾਓ ਤੁਸੀਂ ਆਹ ਲਓ ਹੈ ਨਾ ਸੋ ਉਹ ਜਿਹੜੀ ਮਤਲਬ ਅਟਰੈਕਸ਼ਨਾਂ ਜਿਹੜੀਆਂ ਸੀਗੀਆਂ ਉਹਨਾਂ ਦਾ ਕਰਕੇ ਹੁਣ ਦੁਕਾਨ 'ਤੇ ਲਈ ਆ ਬਣਾ ਹੁਣ ਲੋਕਾਂ ਦਾ ਇਤਰਾਜ਼ ਉਜਰ ਇਹ ਹੈ ਵੀ ਦੁਕਾਨ ਵਾਲਿਆਂ ਨੇ ਪਹਿਲਾਂ ਤਾਂ ਖੋਲ੍ਹੀ ਮਹੱਲੇ 'ਚ ਦੁਕਾਨ ਇੱਥੇ ਜੀ ਅਤੇ ਉਹਨਾਂ ਨੇ ਗੱਲ ਇਹ ਕੀਤੀ ਉਹ ਕਹਿੰਦੇ ਵੀ ਯਾਰ ਪਿੱਛੇ ਸਾਡੀ ਦੁਕਾਨ ਬੜੀ ਵਧੀਆ ਚੱਲਦੀ ਸੀ ਹੁਣ ਇੱਥੇ ਵੀ ਖੋਲ੍ਹੀ ਮਹੱਲੇ ਵਾਲਿਆਂ ਨੂੰ ਸੌਦਾ ਅਜੇ ਪਤਾ ਨਹੀਂ ਮਿਲਿਆ ਕਿ ਨਹੀਂ ਮਿਲਿਆ ਸੁਣ 'ਚ ਆਉਣਾ ਵੀ ਦੁਕਾਨ ਵਾਲੇ ਹੁਣ ਇੱਕ ਹੋਰ ਮਹੱਲੇ ਦੀ ਦੁਕਾਨ ਖੋਲ੍ਹਣ ਨੂੰ ਫਿਰ ਅਗਲੇ ਉੱਥੇ ਕੀ ਦੇਖਣ ਗਏ ਉਹ ਉੱਥੇ ਦੁਕਾਨ ਦੇਖਣ ਗਏ ਉੱਥੇ ਵੀ ਖੋਲ੍ਹਣੀ ਨਾ ਆਪਾਂ ਹੁਣ ਫਰੈਂਚਾਈਜ਼ੀ ਦੇਣੀ ਉਹ ਇੱਕ ਮਸਲਾ ਹੈਗਾ ਜ਼ਰੂਰ ਵਿਚਾਰਨ ਵਾਲਾ ਦੇਖੋ ਸੰਧਾਲੀਆ ਸਾਹਿਬ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਮਨ ਦੇ ਵਿੱਚ ਜਗਿਆਸਾ ਅੱਗੇ ਵਧਣ ਦੀ ਲਾਲਸਾ ਦਾ ਮਤਲਬ ਇਹ ਨਹੀਂ ਕਿ ਲਾਲਚ ਕਰਦੇ ਸਾਰੇ ਹੀ ਕਰਦੇ ਆ ਭਾਰਤੀ ਜਨਤਾ ਪਾਰਟੀ ਨੇ ਸਥਾਪਨਾ ਦਿਵਸ ਆਪਣਾ ਮਨਾਇਆ 40 ਸਾਲ ਤੋਂ ਉੱਪਰ ਹੋ ਗਿਆ ਭਾਰਤੀ ਜਨਤਾ ਪਾਰਟੀ ਨੂੰ ਬਣੇ ਨੂੰ 4 ਸਾਲ ਹੋਰ ਤੋਂ ਵੀ ਉੱਪਰ ਹੋ ਗਏ ਕਿਸੇ ਵੇਲੇ 2 ਲੋਕ ਸਭਾ ਦੀਆਂ ਸੀਟਾਂ ਸੀ 84 'ਚ ਉਹਦੇ ਤੋਂ ਬਾਅਦ 303 ਹੋ ਗਈਆਂ 301 ਵੱਧ ਗਈਆਂ 40 42 44 ਸਾਲਾਂ 'ਚ ਇਹਦੇ ਤੋਂ ਇਲਾਵਾ ਕਿਸੇ ਸੂਬੇ 'ਚ ਸਰਕਾਰ ਨਹੀਂ ਸੀ ਅੱਜ ਅੱਧਿਓਂ ਵੱਧ ਭਾਰਤ ਅਗਲੇ ਮੋਰੇ ਭਜਾਈ ਫਿਰਦੇ ਆ ਮਨ ਦੇ ਵਿੱਚ ਸੀਗਾ ਨਾ ਕਿ ਭਾਈ ਆਪਾਂ ਸਰਕਾਰਾਂ ਵੱਧ ਤੋਂ ਵੱਧ ਸੂਬਿਆਂ 'ਚ ਬਣਾਉਣੀਆਂ ਵੱਧ ਤੋਂ ਵੱਧ ਰਾਜ ਸਭਾ ਦੇ ਮੈਂਬਰ ਹੋਣ ਵੱਧ ਤੋਂ ਵੱਧ ਸਾਡੇ ਲੋਕ ਸਭਾ ਦੇ ਵਿੱਚ ਮੈਂਬਰ ਹੋਣ ਅਗਲੇ ਦੇ ਮਨ 'ਚ ਸੀ ਅਗਲੇ ਨੇ ਕੀਤਾ ਇਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵੀ ਕਹਿੰਦੇ ਹੁੰਦੇ ਕਿ ਅਸੀਂ ਭਾਈ ਹੁਣ ਖੇਤਰੀ ਪਾਰਟੀ ਤੋਂ ਨੈਸ਼ਨਲ ਪਾਰਟੀ ਬਣਨਾ ਆਪਾਂ ਯੂਪੀ ਚੋਣਾਂ ਲੜਨੀਆਂ ਹਰਿਆਣੇ 'ਚ ਲੜਨੀਆਂ ਦਿੱਲੀ 'ਚ ਲੜਨੀਆਂ ਰਾਜਸਥਾਨ 'ਚ ਲੜਨੀਆਂ ਜੰਮੂ ਕਸ਼ਮੀਰ 'ਚ ਵਿੰਗ ਬਣਾਉਣਾ ਇਸੇ ਤਰੀਕੇ ਬੀਬੀ ਮਮਤਾ ਬੈਨਰਜੀ ਇੱਧਰ ਉੱਧਰ ਜਾਂਦੇ ਆ ਆਮ ਆਦਮੀ ਪਾਰਟੀ ਨੇ ਵੀ ਹੁਣ ਕੋਸ਼ਿਸ਼ ਸ਼ੁਰੂ ਕੀਤੀ ਹੈ ਗੁਜਰਾਤ ਜਾ ਕੇ ਰੋਡ ਸ਼ੋਅ ਕਰਕੇ ਆਏ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਹਰਿਆਣੇ ਦੇ ਵਿੱਚ ਉਹਨਾਂ ਨੇ ਪਿਛਲੇ ਦਿਨੀ ਆਪਾਂ ਸਾਰਿਆਂ ਨੂੰ ਪਤਾ ਅਸ਼ੋਕ ਤੰਵਰ ਕਾਂਗਰਸ ਦੇ ਸੂਬਾ ਪ੍ਰਧਾਨ ਰਹੇ ਮੈਂਬਰ ਪਾਰਲੀਮੈਂਟ ਰਹੇ ਤ੍ਰਿਣਮੂਲ ਕਾਂਗਰਸ ਦੇ ਵੱਡੇ ਲੀਡਰ ਰਹੇ 4 ਮਹੀਨੇ ਲਗਾਤਾਰ ਹੁਣ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ ਕਿ ਭਾਈ ਅਗਲੀਆਂ ਵਿਧਾਨ ਸਭਾ ਚੋਣਾਂ ਆਪਾਂ ਆਮ ਆਦਮੀ ਪਾਰਟੀ ਵੱਲੋਂ ਲੜਨੀਆਂ ਕਿਉਂਕਿ ਪੰਜਾਬ 'ਚ ਵੀ ਸਰਕਾਰ ਹੈ ਦਿੱਲੀ 'ਚ ਵੀ ਆ ਵਿਚਾਲੇ ਹਰਿਆਣਾ ਪੈਂਦਾ ਉਧਰ ਸਭ ਤੋਂ ਪਹਿਲਾਂ ਜੇ ਕਿਸੇ ਸੂਬੇ ਦੇ ਵਿੱਚ ਵੋਟਾਂ ਪੈਣੀਆਂ ਵਿਧਾਨ ਸਭਾ ਦੀਆਂ ਉਹ ਬਿਲਕੁਲ ਪੰਜਾਬ ਦੇ ਨਾਲ ਲੱਗਦਾ ਹਿਮਾਚਲ ਪ੍ਰਦੇਸ਼ ਨਵੰਬਰ ਦੇ ਵਿੱਚ ਵੋਟਾਂ ਪੈਣੀਆਂ ਜੀ ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਕਾਂਗਰਸ ਪਾਰਟੀ ਵਿਰੋਧੀ ਧਿਰ 'ਚ ਹੈ ਅੱਗੇ ਕਰੀ ਸੁਖਰਾਮ ਨੇ ਹਿਮਾਚਲ ਵਿਕਾਸ ਕਾਂਗਰਸ ਬਣਾਈ ਸੀ ਕਾਂਗਰਸ ਤੋਂ ਗੁੱਸੇ ਹੋ ਕੇ ਪਰ ਹੌਲੀ ਹੌਲੀ ਫਿਰ ਉਹ ਕਾਂਗਰਸ ਜਾਂ ਕਦੇ ਭਾਜਪਾ ਕਦੇ ਕਾਂਗਰਸ ਇੱਧਰ ਉੱਧਰ ਚਲੇ ਜਾਂਦਾ ਹੁੰਦਾ ਬੰਦਾ ਐਤਕੀ ਕਾਮਰੇਡਾਂ ਦਾ ਇੱਕ MLA ਜ਼ਰੂਰ ਹੈਗਾ ਹੋਰ ਕੋਈ ਤੀਸਰੀ ਧਿਰ ਉੱਥੇ ਨਹੀਂ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਲੱਗਿਆ ਕਿ ਭਾਈ ਆਪਾਂ ਪੰਜਾਬ ਦੇ ਵਿੱਚ ਤੱਤਾ ਕੰਮ ਹੈਗਾ ਪ੍ਰਭਾਵ ਗੁਆਂਢ 'ਚ ਵੀ ਪੈਣਾ ਹੈ अरविंद केजरीवाल साहब ने टेलीफोन भगवंत मान साहब ने किया भगवंत जी तैयार रहे मैं आ रहा हूँ फिर आगे हिमाचल चलते हैं वहाँ रोड शो करके आते हैं मंडी में जयराम ठाकुर जी मुख्यमंत्री का गृह जिला है वहाँ पर जाते हैं अच्छा प्रभाव डलेगा आप अभी नए मुख्यमंत्री बने हो चल गए कट होया ये कट पूरा होया पर कट दे विच भी 2-3 गल्लां ध्यान देण वालियां एक तो भी कट हो कहते इदा का भी मान साहब संबोधन करदा कहते वो तेरा भला जे मैनू लगता नहीं भी मंडी च मैनू ऐ लगी जाता भी मैं संगरूर ही तुरया फिरदा जी एक बेनती मंडी तो भाव ये नहीं कि दाणा मंडी च जां पट्ठियां वाली मंडी च हिमाचल प्रदेश के मंडी शहर च हाँ हिमाचल प्रदेश के शहर का नाम मंडी है खैर पता ही चलो दूजी गल ਉਹਦੇ 'ਚ ਇਹ ਆ ਉਹ ਕਹਿੰਦੇ ਵੀ ਜਿਹੜੇ ਨਾਅਰੇ ਲੱਗੇ ਉਹ ਇਹ ਲੱਗੇ ਉਹਨਾਂ ਦੇ ਸਪੋਰਟਰਾਂ ਨੇ ਜਾਂ ਤਾਂ ਘੜੇ ਹੋਣਗੇ ਵੀ ਆਪਾਂ ਇਦਾਂ ਦੇ ਨਾਅਰੇ ਲਾਉਣੇ ਆ ਕਿ ਵੀ बीजेपी वालों काम कर लो नहीं तो केजरीवाल आ जाएगा अच्छा है ना हुण ये देखो भी ये डायलॉग कित्थों घुमा के थोड़ा जिहा फिल्मी जे रूप दे विच उत्थे पेश कीता हुण ये डायलॉग इदां दा भी हुण कल नूं हो सकदा गली गली इधर उधर भाषणां दे विच गूंजण लग पे तीसरी चीज़ जिहड़ी इस तो पहलां एक मौका केजरीवाल नूं पहलां 5 सूबिਆਂ ਚੱਲਿਆ गुजरात वाले रोड शो दे विच भी एक मौका केजरीवाल नूं है ना पर ਇਹਦੇ 'ਚ ਉਹਨਾਂ ਨੇ ਨਾਅਰਾ ਬਹੁਤਾ ਕਰਕੇ ਰੱਖਿਆ ਵੀ ਹਿਮਾਚਲ ਮੰਗੇ ਕੇਜਰੀਵਾਲ ਜੀ ਇਹ ਅਚਾਨਕ ਤੋਂ ਉਹਨਾਂ ਨੂੰ ਲੱਗਿਆ ਹੋਣਾ ਵੀ ਨਹੀਂ ਯਾਰ ਇੱਕ ਮੌਕੇ ਵਾਲਾ ਕੰਮ ਉਦੋਂ ਨਿਕਲ ਗਿਆ ਹੁਣ ਥੋੜਾ ਜਿਹਾ ਇਹ ਮਤਲਬ ਤਾਂ ਉਦਾਂ ਦੇ ਨਹੀਂ ਕਿਤੇ ਉਹ ਕਹਿੰਦਾ ਵੀ ਯਾਰ ਉਸ ਮਹੱਲੇ 'ਚ ਨਾ ਬਾਕੀ ਥੋੜੀ ਜਿਹੀ ਗੱਲ ਇੱਦਾਂ ਰੂਲ ਰੈਗੂਲੇਸ਼ਨ ਦੇ ਹਿਸਾਬ ਨਾਲ ਆਪਾਂ ਥੋੜਾ ਜਿਹਾ ਦੁਕਾਨ ਦਾ ਫਟਾਫਟ ਜਿਹਾ ਚੇਂਜ ਕਰਨਾ ਪੈਣਾ ਤੇ ਉੱਥੇ ਹੁਣ ਆਪਾਂ ਇੱਦਾਂ ਵੱਖਰਾ ਕਰ ਲਈਏ ਇਹ ਵੱਖਰੇ ਢੰਗ ਤਰੀਕੇ ਨਾਲ ਭਾਵੇਂ ਆਪਾਂ ਨਾਅਰਾ ਕਹਿ ਲਓ ਤਬਦੀਲ ਕੀਤਾ ਭਾਵੇਂ ਉੱਥੇ ਸੰਬੋਧਨ ਕਰਨ ਦਾ ਢੰਗ ਤਰੀਕਾ ਜਾਂ ਕਹਿ ਲਓ ਕੰਪੇਨ ਕਰਨ ਦੇ ਲਈ ਜਿਹੜੇ ਡਾਇਲੋਗ ਨੇ ਉਹ ਚੇਂਜ ਕੀਤੇ ਗਏ ਇਹ ਸਾਰੀ ਹੋ ਸਕਦਾ ਵੀ ਰਣਨੀਤੀ ਹੋਵੇ ਉਹਨਾਂ ਦੇ ਰਣਨੀਤੀ ਘਾੜੇ ਚੰਗੇ ਹੋ ਸਕਦੇ ਆ ਪਰ ਗੱਲ ਉਹੀ ਆ ਵੀ
ਜਿਹੜੀ ਹੱਟੀ ਜਿੱਥੇ ਅਜੇ ਖੁੱਲੀ ਸੀ ਉਹ ਤੇ ਵਿਚਾਰੇ ਜੇ ਝੋਲਾ ਲੈ ਕੇ ਖਲੋਤੇ ਆ, ਲਾਈਨ 'ਚ ਲੱਗੇ ਆ, ਤੇ ਹੱਟੀ ਵਾਲੇ ਜਿਹੜੇ ਬੰਦੇ ਨੇ ਉਹ ਹੁਣ ਅਗਲੇ ਮਹੱਲੇ 'ਚ ਦੁਕਾਨ ਵੇਂਦੇ ਫਿਰਦੇ ਆ। ਇਹ ਥੋੜਾ ਜਿਹਾ ਇੱਕ ਵਿਚਾਰਨ ਵਾਲਾ ਮਸਲਾ ਹੈ। ਵਿਚਾਰਨ ਵਾਲਾ ਮਸਲਾ ਦੇਖੋ, ਆਪਾਂ ਉਧਰਲੇ ਪਾਸੇ ਹੀ ਹੋਣ ਲੱਗੇ ਆ। ਆਮ ਆਦਮੀ ਪਾਰਟੀ ਨੂੰ ਐਂ ਲੱਗਦਾ ਕਿ 68 ਸੀਟਾਂ ਚੋਂ 35 ਲੈਣੀਆਂ, ਕਿਉਂਕਿ ਦਿੱਲੀ ਜਿੰਨੀਆਂ ਵਿਧਾਨ ਸਭਾ ਸੀਟਾਂ ਵੀ ਨਹੀਂ ਗਈਆਂ, ਉੱਥੇ ਦਿੱਲੀ 'ਚ 70 ਨੇ। ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਸੰਭਾਵਨਾ ਨਜ਼ਰ ਆਈ ਸੀ ਕਿ ਉੱਥੇ, ਕਿਉਂਕਿ ਪ੍ਰੇਮ ਕੁਮਾਰ ਧੂਮਲ ਮੁੱਖ ਮੰਤਰੀ ਦੇ ਦਾਅਵੇਦਾਰ ਸੀ 2017 'ਚ, ਆਪਦੀ ਸੀਟ ਹਾਰ ਗਿਆ, ਜੈਰਾਮ ਠਾਕੁਰ ਹੋਰਾਂ ਨੂੰ ਮੌਕਾ ਮਿਲਿਆ, ਮੁੱਖ ਮੰਤਰੀ ਬਣ ਗਏ। ਪਿੱਛੇ ਜ਼ਿਮਨੀ ਚੋਣਾਂ ਹੋਈਆਂ ਵਿਧਾਨ ਸਭਾ ਤੇ ਲੋਕ ਸਭਾ ਦੀਆਂ, ਹਿਮਾਚਲ ਪ੍ਰਦੇਸ਼ ਦੇ ਵਿੱਚ 4 ਸੀਟਾਂ ਤੇ ਉੱਥੇ ਕਾਂਗਰਸ ਪਾਰਟੀ ਨੇ ਬਾਜ਼ੀ ਮਾਰੀ। ਹੁਣ ਕੇਜਰੀਵਾਲ ਸਾਹਿਬ ਨੂੰ ਲੱਗਦਾ ਹੋਊਗਾ ਕਿ ਭਾਈ ਭਾਰਤੀ ਜਨਤਾ ਪਾਰਟੀ ਦੀ ਸ਼ਾਖ ਪਹਿਲਾਂ ਵਰਗੀ ਹੈ ਨਹੀਂ, ਤੇ ਲੋਕਾਂ ਦੇ ਕੋਲ ਕੋਈ ਬਦਲ ਹੈ ਨਹੀਂ, ਤੇ ਲੋਕ ਭਾਜਪਾ ਤੋਂ ਗੁੱਸੇ ਹੁੰਦੇ ਆ, ਕਾਂਗਰਸ ਨੂੰ ਵੋਟਾਂ ਪਾ ਦਿੰਦੇ ਆ, ਕਾਂਗਰਸ ਤੋਂ ਗੁੱਸੇ ਹੁੰਦੇ ਆ, ਭਾਜਪਾ ਨੂੰ ਵੋਟਾਂ ਪਾ ਦਿੰਦੇ ਆ, ਟਰਾਈ ਕਰੀਏ। ਉੱਥੇ ਚਲੇ ਗਏ। ਤੁਸੀਂ ਦੇਖੋ ਕਿ ਉਹਨਾਂ ਨੇ ਫੇਰ ਜਾ ਕੇ ਜਿਹੜੀ ਗੁਜਰਾਤ ਦੇ ਵਿੱਚ ਗੱਲ ਕੀਤੀ ਸੀ ਉਹੀ ਇੱਥੇ ਕੀਤੀ। ਗੁਜਰਾਤ 'ਚ ਕਹਿੰਦੇ ਸੀ ਜੀ 10 ਦਿਨ ਹੋਏ ਪੰਜਾਬ 'ਚ ਭਗਵੰਤ ਦੀ ਸਰਕਾਰ ਬਣੇ ਨੂੰ, ਭ੍ਰਿਸ਼ਟਾਚਾਰ ਖਤਮ ਹੋ ਗਿਆ। ਇੱਥੇ ਕਹਿੰਦੇ ਜੀ 20 ਦਿਨ ਹੋ ਗਏ ਭਗਵੰਤ ਮਾਨ ਦੀ ਸਰਕਾਰ ਬਣੀ ਨੂੰ, ਭ੍ਰਿਸ਼ਟਾਚਾਰ ਖਤਮ ਹੋ ਗਿਆ। ਪੰਜਾਬ ਦੇ ਵਿੱਚ ਪ੍ਰਚਾਰ ਕਰਦੇ ਆ ਕਹਿੰਦੇ ਹੁੰਦੇ ਸੀ ਕਿ ਦਿੱਲੀ ਟੈਲੀਫੋਨ ਕਰ ਲਓ, कोई रिश्तेदार होगा, कोई दोस्त होगा, कोई जानकार होगा, टेलीफोन करिए, पता करिए कि वहाँ पर बिना रिश्वत के काम होते हैं कि नहीं होते। अगर बिना रिश्वत के काम होते हैं तो वोट डाल दीजिए। इत्थे कहते जी पंजाब 'च टेलीफोन करके पूछ लो कि उत्थे भगवंत मान ने रिश्वत हटाती कि नहीं हटाती। जे हटाती तो आम आदमी पार्टी नूं चांस दिओ। चलो हुण संधालिया साहब एक गल तां पक्की है कि दुकान दे विच जे पिंड 'च खुली होवे तो उत्थे दे तत्तियां ताज़ियां जलेबियां मिलदियां। वही दुकान जो शहर 'च खोलनी हो तो उत्थे लिखना यहाँ पर न्यूडल मिलते हैं, मोमोज मिलते हैं यहाँ पे, है ना। कि उस हिसाब नाल हुण आम आदमी पार्टी ट्राई तो कर रही है, पर एक गल पक्की है कि जिहड़ी दुकान पंजाब दे विच खोल दित्ती, लोग उद्घाटन ते भी आए, जानी कि जिदन सरकार बनी है, सौं चुकी है, पर 7 महीने अजे वोटां पैण 'च, नवंबर 'च वोटां पैणीਆਂ। जे तां पंजाब वाली दुकानदारी दे विचों बेरोज़गारी दूर करने वाला समान ये सप्लाई कर गए, जे तां पंजाब दे विचों भ्रिष्टाचार बंद करने वाला, मुकाउण वाला सौदा चंगे तरीके लोगों को डोर स्टैप के उत्ते दे गए, जे तां वख-वख मुद्दों के उत्ते जिद्दां इन्हां ने वादे कीते सी उन्हां दे विचों अद्धे क भी उदों तक पूरे करन दा काम छो लिया, फिर तां हो सकता कि हिमाचल प्रदेश दे विच सारे नहीं तां अद्धे अधूरे जिहे पैर लग जाण। पर जे इधरली दुकान दे उत्ते आप बैठे ना, नवें मेरे वर्गे मुंडे बिठाते कि भाई आपां तां गांह जाना है, फिर कई वारी औखा हो जांदा। नहीं ਇਹਦੇ 'ਚ ਵੀ ਇੱਕ ਢੰਗ ਤਰੀਕਾ ਹੋ ਸਕਦਾ, ਆਪਾਂ ਚਲੋ ਬੇਨਤੀ ਕਰ ਸਕਦੇ ਹਾਂ ਜੀ। ਢੰਗ ਤਰੀਕਾ ਇਹ ਵੀ ਜਿਹੜਾ ਢੰਗ ਤਰੀਕਾ ਕੇਜਰੀਵਾਲ ਸਾਹਿਬ ਨੇ ਦਿੱਲੀ ਵਰਤਿਆ, ਉਹ ਇਦਾਂ ਕਹਿੰਦੇ ਵੀ, ਉਹ ਕਹਿੰਦੇ ਵੀ ਦੇਖੋ ਗੱਲ ਇਹ ਆ ਵੀ ਚਾਬੀਆਂ ਮੁੰਡੇ ਤੁਹਾਡੇ ਕੋਲ ਆ ਜੀ, ਮੈਂ ਗੀੜਾ ਗੂੜਾ ਮਾਰਨਾ ਵਿੱਚ, ਕੰਮ ਤੁਸੀਂ ਵੇਖਣਾ। ਉਹਦੇ 'ਚ ਤੇ ਗੱਲ ਅਗਲੇ ਨੂੰ ਵੀ ਹੋਇਆ ਵੀ ਯਾਰ ਜ਼ਿੰਮੇਵਾਰੀ ਮੇਰੀ ਹੈ ਵੀ ਜੇ ਹੁਣ ਨਾ ਕੁਛ ਕੀਤਾ ਤੇ ਫਿਰ ਅਗਲੇ ਨੇ ਪੁੱਛ ਲੈਣਾ ਆਣ ਕੇ। ਅਜੇ ਆਪਾਂ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ 'ਚ 17 ਬਣ ਸਕਦੇ ਆ ਟੋਟਲ ਮੰਤਰੀ, ਅਜੇ ਅਗਲੇ 10 ਬਣਾਏ, 7 ਤੇ ਮੰਤਰੀ ਘੱਟ ਨੇ। दूसरे पासे जे आपां मान साहब की गल करिए तो उन्होंने को बहुत सारे अजे पोर्टफोलियो जां कह लो कि मंत्राले ने जिहड़े कि उन्होंने आप देखने। हुण कारण है भी एक तो काम अजे नवां, गड्डी जमां मतलब अजे स्टार्ट करनी आ, एक तो हुंदा भी अजे धुआं भी कच्चा जिहा मारदी है, गर्म भी नहीं होई यार, कुछ नहीं, धुंध भी आ, बत्तियां बुत्तियां भी चैक करनियां। उदों जे मान लो तुसीं आपां बस 'च सवारियां बैठियां ਡੀਕਦੀਆਂ एंड 2 मिनट बाद ड्राइवर साहब उतर के देखना किधर गया, वो चाह पीण गया माड़ी, अच्छा चलो वो आ गया भी तुरन लगी बस, रेसां दे के ड्राइवर साहब फिर उतर जाना, किधर गया, वो पता नहीं कोई मिलण आ गया, खने उन्होंने 2 मिनट गल सुन गया। ਉਹ ਜਿਹੜੀ ਸਵਾਰੀ ਹੈ ਵਿੱਚ ਬੈਠੀ ਉਹਨੂੰ ਭਾਵੇਂ ਆਸ ਹੋਵੇ ਵੀ ਬੱਸ ਚੱਲੂਗੀ, ਪਹੁੰਚਾਂਗੇ, ਪਰ ਜਦੋਂ ਵਾਰ-ਵਾਰ ਇੱਦਾਂ ਉਤਰ ਕੇ ਡਰਾਈਵਰ ਸਾਹਿਬ ਜਾਂਦੇ ਆ ਆਉਂਦੇ ਨਾ, ਤੇ ਫਿਰ ਬੰਦੇ ਨੂੰ ਲੱਗਦਾ ਯਾਰ ਪਤਾ ਨਹੀਂ ਕਦੋਂ ਉਤਰਨਗੇ, ਹੈ ਨਾ। ਉਹਦੇ ਨਾਲੋਂ ਚੰਗਾ ਵੀ ਮਾਨ ਸਾਹਿਬ ਇਹ ਕੰਮ ਕਰ ਸਕਦੇ ਆ ਵੀ ਉਹ ਜਿਹੜੇ ਬੰਦੇ ਬਾਕੀ 7 ਕੁਰਸੀਆਂ ਖਾਲੀ ਹੈ ਉਹ ਵੀ ਐਡ ਆਨ ਕਰ ਲਓ, 17 ਦੇ 17 ਬੰਦੇ ਪੂਰੇ ਕਰਕੇ ਜਿੰਨੇ ਮੰਤਰਾਲੇ ਉਹਨਾਂ ਨੂੰ ਦੇ ਦਿਓ ਵੀ ਆਹ ਲਓ ਭਾਈ, ਇਕੱਲੇ ਨੂੰ ਦੇਤੀ ਚਾਬੀ, ਮੈਂ 5 ਦਿਨ ਨਾ ਆਵਾਂ, ਮੈਂ 10 ਦਿਨ ਨਾ ਆਵਾਂ, ਪਰ ਜਿੱਦਣ ਮੈਂ ਆ ਗਿਆ ਮੈਂ ਉਦੋਂ ਹਿਸਾਬ ਲੈਣਾ ਜੀ। फिर हो सकता भी पंजाब भी काम चली जाए, ठीक है, उन्होंने पार्टी का विस्तार करना, जी सदके करिए, किहड़ा रोकदा नहीं, बहुत जरूरी है जी पार्टी का विस्तार करन, जी सदके करन, पर पार्टी लोगों ने वोटां पार्टी नूं नहीं, पार्टी के काम नूं पाउणीआं, जिथे जिथे सरकारां आ उहदे काम नूं पाउणीआं। हुण संधालिया साहब तुसीं देखो कि एक बहुत वड्डा पंजाब दे विच इशू रहा, वो इशू रहा अमन ते कानून की व्यवस्था का। ये असीं नहीं कहिंदे, ये आम आदमी पार्टी वाले कहिंदे हुंदे सी कि भाई आ देखो पंजाब दे विच लोकां दा घरों निकलना औखा हो गया, कतल होई जांदे आ। कैप्टन अमरिंदर सिंह होरी कहते जी गैंगस्टर पंजाब च वध गए, हालांकि फैसला भी पिछले दिन ही कर दिता गया कि एक टास्क फोर्स बनावांगे, एंटी गैंगस्टर टास्क फोर्स। हुण उहदा ADGP रैंक का जिम्मेवार अधिकारी होएगा, उहदे विशेष थाणे होणगे, पर वो बनने आ ते काबू पाया जाना। पर सारियां लीडरां ने
ਇਸ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨਾ ਸ਼ੁਰੂ ਕਰਤਾ। ਕੈਪਟਨ ਸਾਹਿਬ ਕਹਿੰਦੇ ਜੀ ਫ੍ਰੀ ਹੈਂਡ ਦਿਓ ਪੁਲਿਸ ਨੂੰ। ਆਮ ਆਦਮੀ ਪਾਰਟੀ ਵਾਲੇ ਸਰਕਾਰ ਬਣਾ ਲਈ ਹੈ, ਪਰ ਸਰਕਾਰ ਦੇ ਅਧੀਨ ਪੁਲਿਸ ਤਾਂ ਕੰਮ ਕਰ ਸਕੂਗੀ ਜੇ ਫ੍ਰੀ ਹੈਂਡ ਦਓਗੇ। ਨਵਜੋਤ ਸਿੰਘ ਸਿੱਧੂ ਹੋਰੀ ਕਹਿੰਦੇ ਵਾਹ, ਵਾਦੀਆਂ 'ਚ ਘੁੰਮੀ ਜਾਂਦੇ ਹੋ, ਪਹਾੜਾਂ 'ਚ ਸੈਰਾਂ ਕਰਦੇ ਹੋ, ਪਾਰਟੀ ਦਾ ਵਿਸਾਰ ਕਰਦੇ ਹੋ, ਤੁਹਾਡੀ ਸਰਕਾਰ ਬਣਨ ਤੋਂ ਬਾਅਦ 1.5 ਦਰਜਨ ਕਤਲ ਹੋ ਗਿਆ ਪੰਜਾਬ ਦੇ ਵਿੱਚ, ਉਧਰ ਤੁਹਾਡਾ ਧਿਆਨ ਹੀ ਨਹੀਂ। ਇਸੇ ਤਰੀਕੇ ਮਨਜਿੰਦਰ ਸਿੰਘ ਸਿਰਸਾ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ, ਪ੍ਰਗਟ ਸਿੰਘ ਕਾਂਗਰਸ ਦੇ ਲੀਡਰ ਨੇ, ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਲੀਡਰ ਨੇ, ਉਹਨਾਂ ਸਾਰਿਆਂ ਨੇ ਵੀ ਚਰਚਾ ਛੇੜ ਦਿੱਤੀ। ਉਹ ਕਹਿੰਦੇ ਆਹ ਕੀ ਪੰਜਾਬ 'ਚ ਹੋਈ ਜਾਂਦਾ। ਜਾਣੀ ਠੀਕ ਹੈ, ਪਾਰਟੀ ਦਾ ਵਿਸਥਾਰ ਜ਼ਰੂਰੀ ਹੈ, ਪਰ ਵਿਰੋਧੀ ਧਿਰਾਂ ਜਿਹਨਾਂ ਮੁੱਦਿਆਂ ਤੇ ਨਿਸ਼ਾਨੇ ਲਾ ਰਹੀਆਂ, ਜਵਾਬ ਵੀ ਤਾਂ ਦੇਣਾ ਪਊਗਾ ਨਾ। ਨਹੀਂ, ਇਹ ਮੇਰੇ ਖਿਆਲ ਨਾਲ ਜਿੱਧਰ ਨੂੰ ਕੰਮ ਚੁੱਕਿਆ ਗਿਆ ਨਾ, ਹੋ ਸਕਦਾ ਜੇ 2-4-5 ਦਿਨ ਇਸੇ ਤਰ੍ਹਾਂ ਹੀ ਚੱਲਦਾ ਰਿਹਾ, ਵੀ ਮੰਨ ਲਓ ਮਾਨ ਸਾਹਿਬ ਦੀ ਗੈਰ ਹਾਜ਼ਰੀ ਰਹਿ ਗਈ ਜਾਂ ਪਾਰਟੀ ਦੇ ਕੰਮਾਂ ਦਾ ਕਰਕੇ ਕਹਿ ਲਓ, ਜਾਂ ਉਹਨਾਂ ਦਾ ਧਿਆਨ ਕਿਤੇ ਹੋਰ ਲੱਗਾ ਰਿਹਾ, ਇਹ ਕੰਮ ਚੱਲ ਪਿਆ, ਤੇ ਫਿਰ ਹੋ ਸਕਦਾ ਵੀ ਅਜੇ ਤੁਹਾਨੂੰ ਲੱਗਦਾ ਹੋਵੇ ਵੀ ਸਿਰਫ ਬਿਆਨ ਦਿੰਦੇ ਆ, ਕੱਲ੍ਹ ਨੂੰ ਫਿਰ ਪ੍ਰਦਰਸ਼ਨ ਵਾਲਾ ਕੰਮ ਵੀ ਸ਼ੁਰੂ ਹੋ ਜਾਵੇ। ਅਤੇ ਇੱਕ ਜਦੋਂ ਬਿਆਨਾਂ ਤੋਂ ਪ੍ਰਦਰਸ਼ਨ ਵਾਲਾ ਕੰਮ ਤੁਰ ਪਿਆ, ਤੇ ਫਿਰ ਹੌਲੀ ਹੌਲੀ ਉਹ ਇਹ ਕਹਿਣਾ ਬੜਾ ਸੌਖਾ ਹੋ ਜਾਂਦਾ ਬਾਕੀ ਵਿਰੋਧੀਆਂ ਲਈ, ਜੀ ਆਹ ਲਓ ਜੀ ਬਣਾ ਲਓ ਸਰਕਾਰ, ਕਹਿੰਦੇ ਮਹੀਨਾ ਨਹੀਂ ਅਜੇ ਲੰਘਿਆ ਤੇ ਵੇਖ ਲਓ ਵਿਰੋਧ ਪ੍ਰਦਰਸ਼ਨ ਹੋਣ ਵੀ ਲੱਗ ਪਏ। ਫਿਰ ਜਿਹੜੇ ਹੰਡੇ ਹੋਏ ਸਿਆਸਤਦਾਨ ਉਹਨਾਂ ਨੂੰ ਆਪਣਾ ਪੁਰਾਣਾ ਬਿਆਨ ਦੁਹਰਾਉਣ ਦਾ ਮੌਕਾ ਮਿਲ ਜਾਣਾ। ਉਹਦੇ 'ਚ ਉਹਨਾਂ ਨੇ ਇਹ ਗੱਲ ਕਹਿਣੀ, ਵੇਖੋ ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਤਜਰਬਾ ਹੀ ਹੁੰਦਾ, ਨਵੇਂ ਬੰਦੇ ਨਵੇਂ ਹੀ ਹੁੰਦੇ ਆ, ਅਸੀਂ ਤਾਂ ਪੰਜਾਬ ਵਾਲੇ ਤੁਹਾਨੂੰ ਸਮਝਾਉਂਦੇ ਰਹਿ ਗਏ, ਤੁਸੀਂ ਨਹੀਂ ਸਮਝਦੇ, ਨਾ ਜੀ ਨਵੇਂ ਬੰਦੇ ਲਿਆਉਣੇ, ਲਿਆਓ ਫਿਰ ਨਵੇਂ ਬੰਦੇ। ਸੋ ਇਹ ਜਿਹੜੀਆਂ ਗੱਲਾਂ ਉਹ ਵਾਰ-ਵਾਰ ਕਰਨਗੇ, ਜਾਂ ਆਉਣ ਵਾਲੇ ਟਾਈਮ ਜਾਪਦਾ ਵੀ ਜੇ ਇੱਦਾਂ ਹੀ ਚੱਲਦਾ ਰਿਹਾ ਤਾਂ ਸ਼ਾਇਦ ਹੁਣ ਉਹ ਹੋ ਸਕਦਾ ਵੀ ਆਮ ਆਦਮੀ ਪਾਰਟੀ ਨੂੰ ਤੰਗ ਕਰਨ। ਨਹੀਂ, ਦੇਖੋ ਕਈ ਚੀਜ਼ਾਂ ਨੇ ਜਿਹੜੀਆਂ ਬਹੁਤ ਛੇਤੀ ਕਰ ਲੈਣੀਆਂ ਚਾਹੀਦੀਆਂ। PSSB ਦਾ ਜਿਹੜਾ ਉਹ ਚੇਅਰਪਰਸਨ ਲਾਉਣਾ ਹੈ, ਉਹ ਸਾਰੀ ਬਾਡੀ ਭੰਗ ਕੀਤੀ ਹੋਈ ਹੈ, ਉਹਨਾਂ ਦੇ ਕਰਕੇ ਕਈ ਤਰ੍ਹਾਂ ਦੀਆਂ ਭਰਤੀਆਂ ਜਿਹੜੀਆਂ ਕਿ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਸਾਹਿਬ ਦੇ ਵੇਲੇ ਸ਼ੁਰੂ ਹੋਈਆਂ ਸੀ, ਉਦੋਂ ਦੀਆਂ ਰੁਕੀਆਂ। ਰੋਜ਼ ਸੁਨੇਹੇ ਆਉਂਦੇ ਆ ਜੀ ਉਹ ਚੇਅਰਪਰਸਨ ਲਾ ਦਿਓ, ਬਾਡੀ ਭੰਗ ਕੀਤੀ ਹੈ ਦੁਬਾਰਾ ਬਣਾ ਦਿਓ, ਜਿਹੜੀਆਂ ਭਰਤੀਆਂ ਅੱਧ ਵਿਚਾਲੇ ਪਈਆਂ ਉਹ ਮੁਕੰਮਲ ਕਰਾ ਦਿਓ, ਨਵੀਆਂ ਭਰਤੀਆਂ ਸ਼ੁਰੂ ਕਰਾ ਦਿਓ। ਉਹ ਕੰਮ ਵੇਲੇ ਸਿਰ ਮੁਕੰਮਲ ਹੋਣਾ ਚਾਹੀਦਾ। ਅੱਧੀਆਂ ਦਰੀਆਂ ਤਾਂ ਨਾਲ ਹੀ ਫੋਲਡ ਹੋ ਜਾਣੀਆਂ, ਲਪੇਟੀਆਂ ਜਾਣੀਆਂ ਕਿ ਭਾਈ ਆਪੋ ਆਪਣੇ ਘਰੇ ਰੱਖੋ, ਸਾਰਿਆਂ ਨੂੰ ਕੰਮ ਕਰਨ ਦਿਓ। ਇਸੇ ਹੀ ਤਰੀਕੇ ਸੰਧਾਲੀਆ ਸਾਹਿਬ ਖਾਸ ਤੌਰ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਮਾਫੀਆ ਦਾ ਜ਼ਿਕਰ ਖੁਦ ਅਰਵਿੰਦ ਕੇਜਰੀਵਾਲ ਪੰਜਾਬ 'ਚ ਆ ਕੇ ਕਰਦੇ ਹੁੰਦੇ ਸੀ। यहाँ पर नशा माफिया है, ट्रांसपोर्ट माफिया है, शराब माफिया है, रेत माफिया है। ठीक है, ਰੇਤਾ ਵਾਲੇ ਮੁੱਦੇ ਦੇ ਉੱਤੇ ਇੱਕ ਸਮਾਂ ਆਉਣਾ ਜਦੋਂ ਤੁਸੀਂ ਨੀਤੀ ਬਣਾ ਸਕਦੇ ਹੋ। ਇਸੇ ਤਰੀਕੇ ਐਕਸਾਈਜ਼ ਪਾਲਿਸੀ ਦਾ ਵੀ ਇੱਕ ਸਮਾਂ ਹੁੰਦਾ, ਤੁਸੀਂ ਪਹਿਲੀਆਂ ਚੀਜ਼ਾਂ ਤੋੜ ਨਹੀਂ ਸਕਦੇ, ਉਹ ਜਦੋਂ ਸਾਲ ਮੁਕੰਮਲ ਹੋਊਗਾ ਉਸ ਤੋਂ ਬਾਅਦ ਹੀ ਬਣਾਉਣਾ। ਪਰ ਬਾਕੀ ਮੁੱਦਿਆਂ ਦੇ ਉੱਤੇ ਤਾਂ ਕੰਮ ਫੌਰੀ ਤੌਰ ਤੇ ਕਰ ਲੈਣਾ ਚਾਹੀਦਾ। ਖਾਸ ਤੌਰ ਦੇ ਉੱਤੇ ਟਰਾਂਸਪੋਰਟ ਮਾਫੀਆ, ਠੀਕ ਹੈ, ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮਿਨਿਸਟਰ ਨੇ ਅੰਮ੍ਰਿਤਸਰ ਗਏ ਬੱਸ ਅੱਡੇ ਤੇ, ਇਹ ਇੱਕ ਉਦਾਹਰਣ ਹੀ ਹੈ। ਵੜਿੰਗ ਸਾਹਿਬ ਵੀ ਜਾਂਦੇ ਸੀ। ਅਸੀਂ ਨਹੀਂ ਕਹਿੰਦੇ ਕਿਸੇ ਦੀ ਮਨਸ਼ਾ ਗਲਤ ਹੈ ਜਾਂ ਕਿਸੇ ਦੀ ਸਹੀ ਹੈ। ਹੁਣ ਲਾਲਜੀਤ ਸਿੰਘ ਭੁੱਲਰ ਨੇ ਕਿਹਾ, ਕਹਿੰਦੇ ਯਾਰ ਟੈਕਸ ਤਾਂ ਆ ਰਿਹਾ ਨਹੀਂ, ਬੱਸਾਂ ਤੁਰੀਆਂ ਫਿਰਦੀਆਂ, ਕੋਈ ਅੱਡਿਓਂ ਬਾਹਰੋਂ ਚੱਲਦੀ ਹੈ, ਕੋਈ ਅੰਦਰੋਂ ਚੱਲਦੀ, ਗੱਲ ਕੀ ਹੈ? ਸਭ ਤੋਂ ਕਮਾਲ ਦੀ ਗੱਲ ਹੈ ਕਿ ਉੱਥੋਂ ਟਰਾਂਸਪੋਰਟਰ ਅੱਗੇ ਆਏ, ਕਹਿੰਦੇ ਜੀ ਗੱਲ ਇਹ ਹੈ, ਹੱਥ ਜੋੜੇ ਤੁਹਾਡੇ ਅੱਗੇ, ਪਹਿਲੇ ਮੰਤਰੀਓ ਜਿਨ੍ਹਾਂ ਨੇ ਆ ਕੇ ਸਾਡੇ ਤੋਂ ਇੱਦਾਂ ਗੱਲ ਪੁੱਛੀ ਹੈ, ਸਾਡੇ ਤੋਂ ਸਾਨੂੰ ਮੌਕਾ ਦਿੱਤਾ ਗੱਲ ਕਰਨ ਦਾ, ਉਹ ਕਹਿੰਦੇ ਜੀ ਅਸੀਂ ਪੈਸੇ ਦਿੰਨੇ ਆ, ਸਾਲਾਂ ਤੋਂ ਦਿੰਨੇ ਆ, ਸਰਕਾਰੀ ਖਜ਼ਾਨੇ 'ਚ ਨਹੀਂ ਜਮ੍ਹਾਂ ਹੁੰਦੇ। ਇੱਥੇ KSI ਸਾਹਿਬ ਨੇ, ਉਹ ਟਰਾਂਸਪੋਰਟ ਵਿਭਾਗ ਦੇ ਵਿੱਚ ਤਾਇਨਾਤ ਨੇ, ਡੈਪੂਟੇਸ਼ਨ ਤੇ ਆਏ ਆ, ਉਹ ਪੈਸੇ ਇਕੱਠੇ ਕਰਕੇ ਲੈ ਜਾਂਦੇ ਆ, ਸਾਡੀਆਂ ਬੱਸਾਂ ਨਹੀਂ ਕੋਈ ਰੋਕਦਾ। ਅਸੀਂ ਪੈਸੇ ਦਿੰਨੇ ਆ, ਪੰਜਾਬ ਦੇ ਖਜ਼ਾਨੇ 'ਚ ਜਮ੍ਹਾਂ ਨਹੀਂ ਹੁੰਦੇ, ਅਸੀਂ ਚਾਹੁੰਦੇ ਹਾਂ ਕਿ ਜਮ੍ਹਾਂ ਹੋਵੇ, ਪਰ ਜੇ ਅਸੀਂ ਖਜ਼ਾਨੇ 'ਚ ਜਮ੍ਹਾਂ ਕਰਾਉਣ ਦੀ ਗੱਲ ਕਰੀਏ ਤਾਂ ਸਾਡਾ ਨੁਕਸਾਨ ਹੁੰਦਾ ਹੈ, ਇਸ ਕਰਕੇ ਅਸੀਂ ਇੱਦਾਂ ਹੀ ਚਲਾਈ ਜਾਂਦੇ ਹਾਂ। ਉਹ ਕਹਿੰਦੇ ਜੀ ਉਹ ਕੌਣ ਆ? ASI ਦਾ ਨਾਮ ਵੀ ਦੱਸਦਾ, ਉਹ ਵੀ ਉੱਥੇ ਹੀ। ਮੰਤਰੀ ਸਾਹਿਬ ਕਹਿੰਦੇ ਇੱਧਰ ਆਓ ਜੀ, ਤੁਹਾਡੀ ਗੱਲ ਚੱਲਦੀ ਹੈ, ਕਹਿੰਦੇ ਵਿਜੀਲੈਂਸ ਦੀ ਜਾਂਚ ਕਰਾਵਾਂਗੇ, ਜੇ ਪ੍ਰਾਪਰਟੀ ਆਮਦਨ ਦੇ ਸਰੋਤਾਂ ਤੋਂ ਵੱਧ ਨਿਕਲਦੀ ਹੈ ਸਾਰੀ ਪ੍ਰਾਪਰਟੀ ਕੁਰਕ ਕਰਾਂਗੇ, ਜੇ ਕੋਈ ਅਧਿਕਾਰੀ ਨਾਲ ਰਲਿਆ ਹੋਇਆ ਉਹਦੇ ਤੇ ਵੀ ਕਾਰਵਾਈ ਹੋਏਗੀ। ਤੇ ਜਾਣ ਲੱਗੇ ਵੀ ਕਹਿ ਗਏ, ਉਹ ਕਹਿੰਦੇ ਜੀ ਗੱਲ ਇੱਦਾਂ, ਪਹਿਲਾਂ ਮੰਤਰੀਆਂ ਨੇ ਬੰਨੇ ਸੀ ਮਹੀਨੇ, ਹੁਣ ਮਹੀਨੇ ਨਹੀਂ ਬੰਨਣੇ, ਸਵੇਰੇ ਟੈਕਸ ਉਤਾਰੋ, ਬੱਸਾਂ ਚਲਾਓ। ਪਰ ਜੇ ਇਸ ਤਰੀਕੇ ਦੇ ਨਾਲ ਪਹਿਲੀ ਫੇਰੀ ਸੀ ਲਾਲਜੀਤ ਸਿੰਘ ਭੁੱਲਰ ਦੀ ਟਰਾਂਸਪੋਰਟ ਮੰਤਰੀ ਸਾਹਿਬ ਦੀ, ਕੋਈ ਇਹ ਨਹੀਂ ਕਿ ਕਿਸੇ ਨੇ ਸ਼ਿਕਾਇਤ ਕੀਤੀ ਆ, ਸ਼ਰੇਆਮ ਕੈਮਰੇ ਦੇ ਮੂਹਰੇ ਆ ਕੇ ਦੱਸਿਆ ਜੀ ਅਸੀਂ ਪੈਸੇ ਦਿੰਨੇ ਆ, ਤੇ ਲੈ ਜਾਂਦੇ ਆ, ਤੇ ਸਾਲਾਂ ਬੱਧੀ ਹੋ ਗਿਆ ਦਿੰਦਿਆਂ ਨੂੰ। ਉਹ ਪੈਸੇ ਕਿਤੇ ਤਾਂ ਜਾਂਦੇ ਹੀ ਆ, ਕੋਈ ਲੈ ਕੇ ਜਾਂਦਾ, ਕਿਸੇ ਨੂੰ ਫੜਾਉਂਦਾ ਹੈ, ਉਹ ਕਿਤੇ ਵਰਤੇ ਜਾਂਦੇ ਹੋਣੇ ਆ। ਮੈਂ ਕਹਿੰਦਾ ਕਿ ਲਾਲਜੀਤ ਸਿੰਘ ਭੁੱਲਰ ਨੇ ਨਿੱਠ ਕੇ 8-10 ਦਿਨ ਲਾਉਣ ਕਿ ਜਿੱਥੋਂ ਕਿਤੇ ਬੱਸਾਂ ਚੱਲਦੀਆਂ, ਹਰ ਇੱਕ ਥਾਂ ਦੇ ਪੈਸੇ ਕਲੈਕਸ਼ਨ ਵਾਲੇ ਬੰਦੇ ਹੋਣੇ ਆ, ਉਹ ਬੰਦੇ ਵੀ ਕਿਸੇ ਨੂੰ ਪੈਸੇ ਦਿੰਦੇ ਹੋਣੇ ਆ। ਇੱਕ ਵਾਰੀ ਐਨ ਜਾ ਕੇ ਨਿਚੋੜ ਕੇ ਰੱਖ ਦੇਣ ਕੰਮ ਕਿ ਭਾਈ ਆਹ ਕੁਛ ਹੁੰਦਾ ਰਿਹਾ, ਇਸ ਕਰਕੇ ਪੰਜਾਬ ਦੇ ਖਜ਼ਾਨੇ 'ਚ ਪੈਸੇ ਨਹੀਂ ਸੀ ਹੁੰਦੇ, ਇਸੇ ਕਰਕੇ ਕੱਚੇ ਕਰਮਚਾਰੀ ਪੱਕੇ ਨਹੀਂ ਸੀ ਹੁੰਦੇ, ਇਸੇ ਕਰਕੇ ਖਾਲੀ ਅਸਾਮੀਆਂ ਤੇ ਭਰਤੀਆਂ ਨਹੀਂ ਸੀ ਹੁੰਦੀਆਂ, ਕਿਉਂਕਿ ਪੈਸੇ ਆਉਣਗੇ ਤਾਂ ਤਨਖਾਹਾਂ ਦੇਣੀਆਂ, ਹੋਰ ਦੇਣੀਆਂ ਕਿੱਥੋਂ? ਇੱਕ ਨਾ ਮੈਨੂੰ ਲੱਗਦਾ ਜਿਹੜਾ ਆਮ ਹੀ ਸ਼ਬਦ ਵਰਤਿਆ ਜਾਂਦਾ, ਉਹ ਕਹਿੰਦਾ ਵੀ ਹਾਂ ਵੀ ਆਪਣਾ ਕਾਹਦਾ ਕਾਰੋਬਾਰ, ਕਹਿੰਦਾ ਵੀ ਪੱਕੇ ਦਾ ਜੀ, ਕਹਿੰਦਾ ਆਪਣਾ ਕੱਚੇ ਦਾ।
ਉਹ ਜਿਹੜਾ ਕੱਚੇ ਦਾ ਤੇ ਪੱਕੇ ਦਾ ਕਾਰੋਬਾਰ ਚਲੋ ਵੈਸੇ ਤਾਂ ਹੋ ਗਿਆ ਵੀ ਨਿੱਕੇ ਮੋਟੇ ਕਾਰੋਬਾਰ ਤਾਂ ਹੋਣੇ ਆ, ਪਰ ਹੁਣ ਤਾਂ ਐਂ ਲੱਗਦਾ ਵੀ ਜਿਵੇਂ ਸਰਕਾਰ ਦਰਬਾਰ ਤੱਕ ਹੀ ਕੰਮ ਉਹ ਕੱਚੇ ਤੇ ਪੱਕੇ ਵਾਲਾ ਉਸੇ ਤਰ੍ਹਾਂ ਚੱਲੇ ਜਾਂਦਾ। ਉਹ ਕਹਿੰਦਾ ਵੀ ਜੇ ਤਾਂ ਪੱਕੇ 'ਚ ਕਰਨਾ ਫਿਰ ਇਦਾਂ ਚੱਲਣਾ ਪੈਣਾ, ਤੇ ਜੇ ਕੱਚੇ 'ਚ ਕਰਨਾ ਫਿਰ ਤੂੰ ਨਜ਼ਾਰੇ ਲੈਣੇ ਆ, ਬਾਕੀ ਕੰਮ ਸਾਡਾ ਜੀ। ਇਹ ਗੱਲ ਇੱਕ ਇਹ ਵੀ ਆਪਾਂ ਬੇਨਤੀ ਕਰੀਏ, ਦੇਖੋ ਭੁੱਲਰ ਸਾਹਿਬ ਗਏ ਉੱਥੇ ਵਧੀਆ ਗੱਲ ਆ, ਬਾਕੀ ਉੱਥੇ ਲੋਕ ਵੀ ਵਿਚਾਰੇ ਪਰੇਸ਼ਾਨ ਸੀ। ਉਹ ਕਹਿੰਦਾ ਮਹਾਰਾਜ ਅਸੀਂ ਟਿਕਟ ਲਈ ਆ, ਮੈਂ ਉੱਥੇ ਪਹੁੰਚਣਾ, ਤੁਸੀਂ ਬੱਸ ਫੜ ਕੇ ਥਾਣੇ ਡੱਕ ਲਈ, ਮੇਰਾ ਥੋੜਾ ਕਸੂਰ ਆ ਵੀ ਮੈਂ ਟਿਕਟ ਲੈਣ ਤੋਂ ਪਹਿਲਾਂ ਪੁੱਛਾਂ ਵੀ ਵੀਰ ਤੂੰ ਟੈਕਸ ਤਾਰਿਆ ਹੀ? ਹਾਂ ਵੀ ਮੈਂ ਹੁਣ ਟੈਕਸ ਦੇ ਕਾਗਜ਼ ਦੇ ਠੀਕ ਆ, ਚਲੋ ਲੋਕਾਂ ਨੂੰ ਪਰੇਸ਼ਾਨੀ ਹੋਈ ਉਹ ਵੀ ਗੱਲ ਠੀਕ ਆ ਆਪਣੀ ਥਾਂ ਤੇ, ਪਰ ਚਲੋ ਜੇ ਕੋਈ ਹੱਲ ਕਰਨਾ ਤਾਂ ਕਿਤੇ ਨਾ ਕਿਤੇ ਮੁਸ਼ਕਲ ਤਾਂ ਆਊਗੀ। ਦੂਜੀ ਗੱਲ ਇਹ ਆ ਵੀ ਇਹ ਨਹੀਂ ਹੈ ਵੀ ਅੰਮ੍ਰਿਤਸਰ ਜਿਹੜਾ ਇੰਡੀਆ ਤੋਂ ਬਾਹਰ ਹੈ ਕਿਤੇ, ਜੇ ਅੰਮ੍ਰਿਤਸਰ 'ਚ ਇਹ ਕੰਮ ਚੱਲਦਾ ਤੇ ਇਹ ਪੰਜਾਬ ਦੇ ਬਾਕੀ ਥਾਵਾਂ 'ਤੇ ਵੀ ਚੱਲਦਾ ਹੋਊਗਾ। ਇਹ ਵੀ ਗੱਲ ਪੱਕੀ ਆ ਵੀ ਇਹ ਫਾਰਮੂਲਾ ਹੋ ਸਕਦਾ ਪੰਜਾਬੋਂ ਬਾਹਰੋਂ ਕਿਤੋਂ ਆਇਆ ਹੋਵੇ, ਤੇ ਜਿਹੜੀਆਂ ਬੱਸਾਂ ਪੰਜਾਬੋਂ ਬਾਹਰ ਤੋਂ ਪੰਜਾਬ ਆਉਂਦੀਆਂ ਨੇ ਜਾਂ ਪੰਜਾਬ ਤੋਂ ਬਾਹਰ ਜਾਂਦੀਆਂ ਨੇ ਉਹਨਾਂ ਨੂੰ ਜ਼ਰੂਰ ਚੈੱਕ ਕਰ ਲੈਣਾ ਚਾਹੀਦਾ ਵੀ ਮਹਾਰਾਜ ਇਹ ਫਿਰ ਕਿਹੜੇ ਹਿਸਾਬ ਨਾਲ, ਕਿਉਂਕਿ ਹੋ ਸਕਦਾ ਟਰੱਕਾਂ ਵਾਲਿਆਂ ਨੂੰ ਕਿਤੇ ਨਾ ਕਿਤੇ ਪੁੱਛ ਕੇ ਦੇਖਣਾ, ਉਹ ਵੀ ਕਈ ਨਾਲ ਗੱਲ ਕਰ ਦਿੰਦੇ ਅੱਛਾ ਹੋਵੇ ਕਿੱਦਾਂ ਹੋਵੇ, ਕੁਛ ਨਹੀਂ ਕਹਿੰਦਾ ਉਹ ਪਰਚੀ ਅੱਜ ਫਿਰ ਇਸ ਰੰਗ ਦੀ ਚੱਲਦੀ ਆ, ਫਿਰ ਆਵੇ ਠੀਕ ਆ ਉੱਥੇ ਫਿਰ ਉਹ ਵੀ ਕਿਤੇ ਨਾ 2-4 ਨਾਕਿਆਂ 'ਤੇ ਗਏ, ਤੇ ਹੋ ਸਕਦਾ ਭੁੱਲਰ ਸਾਹਿਬ ਨੂੰ ਅਚਾਨਕ ਲੱਗੇ ਵੀ ਤੇਰਾ ਭਲਾ ਜੀ ਯਾਰ ਇਹਨਾਂ ਦੇ ਪੱਕੇ 'ਚ ਕੰਮ ਵਧੀਆ ਨਹੀਂ ਚੱਲਦਾ ਜਿੰਨੇ ਕੱਚੇ 'ਚ ਵਧੀਆ ਚਲਾਉਣ ਦੇ ਬੰਦੇ। ਸੰਧਾਲੀਆ ਸਾਹਿਬ ਜੇ ਕਿਤੇ, ਕਿਉਂਕਿ ਤੁਹਾਨੂੰ ਤਾਂ ਚਲੋ ਮੌਕਾ ਕੀ ਮਿਲਣਾ, ਤੁਸੀਂ ਮਾਲਕ ਬੰਦੇ ਹੋ, ਕਦੇ ਕਦੇ ਟਰੱਕ ਵਾਲੇ ਨੂੰ ਹੱਥ ਦੇ ਕੇ ਜਾਣੀ ਚਲੋ ਹੁੰਦਾ ਕਿ ਬਹਿ ਕੇ ਚਲੇ ਜਾਓ ਭਾਈ ਹੈ ਨਾ, ਵੀ ਜਾਂ ਕਿਤੇ ਜਾਂਦਾ ਉਹ ਇੱਕੋ ਹੀ ਹੁੰਦਾ, ਮੋਹਰਿਓਂ ਵੀ ਟਰੱਕ ਆਉਂਦਾ ਇੱਧਰੋਂ ਵੀ ਆਉਂਦਾ, ਉਹ ਐਂ ਕਰਦੇ ਹੁੰਦੇ ਜਾਂ ਐਂ ਕਰਦੇ ਹੁੰਦੇ, ਉਹਨਾਂ ਦੇ ਵੱਖਰੇ ਇਸ਼ਾਰੇ ਹੁੰਦੇ, ਉਹਦਾ ਮਤਲਬ ਹੁੰਦਾ ਕਿ ਉੱਥੇ ਖੜਾ ਹੀ ਕੋਈ ਯਾਨੀ ਜਦੋਂ ਇਸ਼ਾਰਿਆਂ ਵਾਲਾ ਕੰਮ ਹੋ ਗਿਆ ਡਰ ਕਾਹਦਾ ਬਈ, ਅਗਲੇ ਟੈਕਸ ਦਿੰਦੇ ਆ, ਸਾਰਾ ਕੁਛ ਹੁੰਦਾ, ਟੈਕਸ ਥੋੜਾ ਹੋਵੇ ਸਾਰੇ ਜਾਣੇ ਦੇਣ, ਘੱਟੋ ਘੱਟ ਟਰੱਕਾਂ ਦੇ ਇਸ਼ਾਰੇ ਹੀ ਮੁੱਕ ਜਾਂ ਟੈਕਸੀਆਂ ਵਾਲੇ ਦੇ ਵਿੱਧੇ ਹੁੰਦੇ ਆ, ਉਹਨਾਂ ਨੇ ਯਾਦ ਕਰਨਾ ਲੰਘ ਜਾ ਖੜ ਜਾ ਪਈ, ਯਾਨੀ ਮੂਹਰੇ ਖੜਾ ਹੀ, ਇੱਕ ਦੂਜੇ ਨੂੰ ਇਸ਼ਾਰਿਆਂ ਦੇ ਵਿੱਚ ਹੀ ਸਮਝਾ ਦਿੰਦੇ, ਉਹਨਾਂ ਦੀ ਕਿਹੜਾ ਕਿਤੇ ਕਲਾਸਾਂ ਸਾਂਝੀਆਂ ਲੱਗਦੀਆਂ, ਲੋਡ ਕਾਰਡ ਦੀ ਮਾਂ ਹੁੰਦੀ ਹੈ। ਨਹੀਂ ਇਹ ਜ਼ਰੂਰੀ ਨਹੀਂ ਵੀ ਟਰੱਕ ਵਾਲੇ ਨੇ ਟਰੱਕ ਵਾਲੇ ਨੂੰ ਇਸ਼ਾਰਾ ਕਰਨਾ, ਕਈ ਵਾਰ ਟੈਕਸੀ ਵਾਲਾ ਵੀ ਟਰੱਕ ਵਾਲੇ ਨੂੰ ਇਸ਼ਾਰਾ ਕਰਦਾ ਹੁੰਦਾ, ਕਈ ਵਾਰ ਜਿਹੜੀ ਉਹ ਦੂਜੀ ਟੂਰਿਸਟ ਬੱਸ ਚੱਲਦੀ ਹੁੰਦੀ ਉਹਦੀਆਂ ਲਾਈਟਾਂ ਐਂ ਕਰ ਦਿੰਦੇ ਬੰਦਾ ਬਈ ਯਾਰ ਇਹ ਲਾਈਟਾਂ ਉਹ ਹੋਣਾ, ਫਿਰ ਆਪਾਂ ਵੀ ਚਾਹ ਪੀ ਲਈ ਇੱਧਰ। ਇੱਕ ਸੰਧਾਲੀਆ ਸਾਹਿਬ ਮੈਂ ਇੱਥੇ ਬੇਨਤੀ ਹੋਰ ਕਰਨੀ ਸੀ ਕਿ ਠੀਕ ਹੈ ਪਿਛਲੀ ਵਾਰ ਜਦੋਂ ਰਾਜਾ ਵੜਿੰਗ ਹੋਰਾਂ ਨੇ ਕੰਮ ਕੀਤਾ ਸੀ ਤਾਂ ਮੂਹਰਿਓਂ ਫਿਰ ਡਿੰਪੀ ਢਿੱਲੋਂ ਸਾਹਿਬ ਜਾਂ ਬਾਦਲ ਪਰਿਵਾਰ ਦੀਆਂ ਇਹ ਬੱਸਾਂ ਸੀ ਤੇ ਅਦਾਲਤ ਨੇ ਕਹਿਤਾ ਸੀ ਇਹ ਚੱਲਣਗੀਆਂ। ਹੁਣ ਉਹ ਸਾਰਾ ਕੁਝ ਦੇਖ ਕੇ ਕੰਮ ਕਰਨ ਜਿਹਦੇ ਨਾਲ ਕਿ ਘੱਟੋ ਘੱਟ ਅਦਾਲਤੀ ਅੜਿੱਕਾ ਨਾ ਪਵੇ, ਤਾਂ ਇਹ ਵੀ ਨਾ ਦੇਖਣ ਕਿ ਸਾਡੇ ਬੰਦੇ ਆ ਕਿ ਕਿਸੇ ਦੇ ਬੰਦੇ ਆ। ਤੀਸਰੀ ਗੱਲ ਹੈ ਟਾਈਮ ਟੇਬਲ ਦੀ, ਉਹ ਤਾਂ ਮਸਲਾ ਅਦਾਲਤ 'ਚ ਨਹੀਂ ਨਾ ਜਾ ਸਕਦਾ। ਜੇ ਲਾਲਜੀਤ ਸਿੰਘ ਭੁੱਲਰ ਹੋਰੀ ਨਵੇਂ ਨੇ, ਕੋਈ ਗੱਲ ਨਹੀਂ, ਪੰਜਾਬ ਰੋਡਵੇਜ਼ ਚੋਂ ਪੈਪਸੂ ਚੋਂ ਬੜੇ ਬੰਦੇ ਸੇਵਾ ਮੁਕਤ ਹੋਏ, ਬੇਦਾਗ ਹੋਏ, ਉਹਨਾਂ ਨੂੰ ਮਿਲਣਾ, ਘਰੇ ਜਾਣਾ ਪੈਂਦਾ ਘਰੇ ਜਾਣ, ਮੀਟਿੰਗ ਸੱਦਣੀ ਪੈਂਦੀ ਮੀਟਿੰਗ ਸੱਦਣ, ਸਾਂਝੇ ਤੌਰ ਤੇ ਕਰਨੀ ਪੈਂਦੀ ਸਾਂਝੀ ਕਰਨ, ਗੁਪਤ ਸੱਦਣੀ ਪੈਂਦੀ, ਉਹ ਸਾਰਾ ਕੁਝ ਦੱਸ ਦੇਣਗੇ। ਜੇ ਇੱਥੋਂ ਚੋਰ ਮੁਰੀ ਆ, ਇੱਥੋਂ ਆ ਕੁਛ ਹੁੰਦਾ, ਇੱਥੋਂ ਪੈਸੇ ਬਚਦੇ ਆ, ਆਹ ਕਮਾਈ ਵਾਲਾ ਸਮਾਂ, ਆਹ ਨਹੀਂ ਕਮਾਈ ਵਾਲਾ ਸਮਾਂ, ਇੱਧਰਲੇ ਪਾਸੇ ਨੂੰ ਬੱਸਾਂ ਜਿਹੜੀਆਂ ਸੀਗੀਆਂ ਇੰਨੇ ਕਿਲੋਮੀਟਰ ਐਨੇ ਵਧਾ ਲੈ, ਐਨੇ ਵਧਾ ਲੈ, ਆਹ ਟਾਈਮ ਟੇਬਲ ਆਪਾਂ ਇੱਦਾਂ ਬਣਾ ਦਈਏ, ਤਾਂ ਫਿਰ ਪੰਜਾਬ ਰੋਡਵੇਜ਼ ਨੂੰ ਤੇ ਪੈਪਸੂ ਨੂੰ ਬਰਾਬਰ ਸਮਾਂ ਮਿਲਦਾ ਹੈ। ਇੱਕ ਦੋ ਹੀ ਮੀਟਿੰਗਾਂ ਦੀ ਗੱਲ ਹੈ, ਉਹਨਾਂ ਨੇ ਅੰਦਰ ਖਾਤੇ ਇੰਨਾ ਕੁਝ ਦੱਸ ਦੇਣਾ ਜਿਹੜਾ ਸ਼ਾਇਦ ਅਫਸਰ ਵੀ ਨਾ ਦੱਸ ਸਕਣ। ਨਹੀਂ ਟਾਈਮ ਟੇਬਲ ਹੀ ਸੈੱਟ ਕਰ ਲੈਣਾ, ਤੇ ਕੁਛ ਮੈਂ ਨਾ ਵੀ ਮੁਲਾਜ਼ਮ ਜਿਹੜਾ ਭਾਈਚਾਰਾ ਕੰਮ ਕਰਦਾ, ਇਹ ਨਹੀਂ ਆਪਾਂ ਦੇ ਵੀ ਮਾੜੇ ਨੇ, ਸਾਰੇ ਹੀ ਬੜੇ ਵਧੀਆ ਨੇ ਜੀ, ਕਿਸੇ ਵੇਲੇ ਕੋਈ ਇੱਕ ਅੱਧਾ ਮਿਰਗਾ ਹੁੰਦਾ, ਆਪਾਂ ਇੱਦਾਂ ਕਹਿ ਲੈਂਦੇ ਹਾਂ। ਕਿਉਂਕਿ ਪਿਛਲੇ ਦਿਨ ਇੱਕ ਵੀਡੀਓ ਬੰਦੇ ਨੇ ਭੇਜੀ ਤੇ ਉਹ ਅੱਗੇ ਜਾਵੇ ਬੱਸ ਸਰਕਾਰੀ, ਪਿੱਛੇ ਮਿਲਦਾ ਦਾ ਵੀ ਉਹ ਬੰਦੇ ਨੇ ਜਿਹਨੇ ਵੀਡੀਓ ਬਣਾਈ ਉਹ ਪ੍ਰਾਈਵੇਟ 'ਚ ਬੈਠਾ ਸੀ, ਉਹਨੇ ਵੇਖਿਆ ਵੀ ਆਹ ਲਓ ਜੀ ਟਾਈਮ ਤੁਸੀਂ ਇਹਦਾ ਫਰਕ ਕੀ ਕੱਢ ਲਓਗੇ ਵੀ ਅੱਡੇ ਤੇ ਉਹ ਰੁਕੀ ਨਹੀਂ ਆ ਤੇ ਇਹਨਾਂ ਨੇ ਚੜਾ ਲੀਆਂ, ਹੁਣ ਅੱਗੇ ਉਹਨੇ ਤੁਰੀ ਜਾਣਾ ਮਗਰ ਪ੍ਰਾਈਵੇਟ ਬੱਸ ਚਲੇ। ਹੁਣ ਤੁਸੀਂ ਤੇ ਹੋ ਸਕਦਾ ਵੀ ਆਖਿਆ ਵੀ ਲੈ ਵੀ 12:16 ਤੇ ਇਹਦਾ ਟਾਈਮ, 12:25 ਤੇ ਇਹਦਾ ਟਾਈਮ, ਹੁਣ ਜੇ 16 ਵਾਲੀ ਢੀਚਕ ਜਾ ਕੇ ਚੜਾਊ ਕਿਸੇ ਨੂੰ ਨਾ, ਤੇ 25 ਵਾਲੀ ਲਈ ਤਾਂ ਸਵਾਰੀਆਂ ਹੈਗੀਆਂ ਅੱਡੇ ਤੇ ਖਲੋਤੀਆਂ, ਉਹਨੂੰ ਕੀ ਫਰਕ ਪੈਂਦਾ। ਇਹ ਵੀ ਇੱਕ ਫਾਰਮੂਲਾ ਹੈਗਾ। ਹੁਣ ਦੇਖੋ ਕਾਰਨ ਇਹ ਆ ਵੀ ਇਹਦੇ 'ਚ ਹੋ ਸਕਦਾ ਵੀ ਅਗਲਾ ਵੀ ਤੂੰ ਇੱਦਾਂ ਕਰੀ, ਐਂਡ ਦੇ ਜਾ ਕੇ ਜਾਂ ਸ਼ਾਮ ਨੂੰ ਹਿਸਾਬ ਕਰ ਲਾਂਗੇ ਵੀ 16-25 'ਚ ਕਿੰਨਾ ਕੁ ਫਰਕ ਪਿਆ। ਜੇ ਤੇ ਆਪਾਂ, ਮੈਂ ਤਾਂ ਇਹ ਬੇਨਤੀ ਕਰਦਾ ਵੀ ਹਰੇਕ ਬੰਦਾ ਜਿਹੜਾ ਇਹ ਸਿਸਟਮ 'ਚ ਆ, ਜੇ ਉਹਨੂੰ ਵੀ ਲੱਗਦਾ ਵੀ ਆਪਣੇ ਆਸ-ਪਾਸ ਕੋਈ ਇਹੋ ਜਿਹਾ ਕੰਮ ਕਰਦਾ, ਉਹਨੂੰ ਵੀ ਸਮਝਾਉਣ ਦੀ ਲੋੜ ਆ ਵੀਰ ਮੇਰਾ, ਵੀ ਹੋ ਸਕਦਾ ਵੀ ਤੈਨੂੰ 300 ਵੱਜਦਾ ਹੋਵੇ, ਤੈਨੂੰ 500 ਵੱਜਦਾ ਹੋਵੇ, ਪਰ ਤੇਰੇ 300-500 'ਚ ਉੱਧਰ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਦਾ ਫਰਕ ਪਈ ਜਾਂਦਾ। ਨਹੀਂ ਜ਼ਰੂਰੀ ਹੈ। ਇੱਕ ਨਾ ਹੋਰ ਹੁਣ ਰੌਲਾ ਰੱਪਾ ਪਈ ਜਾਂਦਾ ਕਿ ਮਾਨ ਸਾਹਿਬ ਦੀ ਸਰਕਾਰ ਨੇ ਐਲਾਨ ਤਾਂ ਕੀਤਾ ਸੀ ਕਿ ਕੱਚੇ ਬੰਦੇ ਪੱਕੇ ਕਰਨੇ ਆ, ਪਰ ਹੁਣ ਕਹਿ ਦਿੱਤਾ ਜਿਹੜੇ ਕੱਚੇ ਆ 1 ਸਾਲ ਲਈ ਐਕਸਟੈਂਸ਼ਨ ਸਮਝੋ ਉਹਨਾਂ ਦੀ, ਕਿ ਭਾਈ ਜੇ ਉਹਨਾਂ ਦਾ ਸਮਾਂ ਮੁੱਕਣ ਵਾਲਾ ਕੱਚਿਆਂ ਦਾ 1 ਸਾਲ ਦੇ ਲਈ ਸਮਾਂ ਸੀਮਾ ਵਧਾ ਦੂ। ਦੋ ਤਰ੍ਹਾਂ ਦੇ ਤੱਥ ਇਹਦੇ ਤਿਆਰ ਹੈ। ਇੱਕ ਤਾਂ ਵਿਰੋਧੀ ਧਿਰਾਂ ਨੇ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ, ਕਹਿੰਦੇ ਜੀ ਆਹ ਦੇਖ ਲਓ, ਇਹਦਾ ਮਤਲਬ ਹੈ ਕਿ ਜੇ ਉਹਨਾਂ ਨੂੰ ਤਨਖਾਹ ਘੱਟ ਮਿਲਦੀ ਹੈ ਤਾਂ 1 ਸਾਲ ਹੋਰ ਤਨਖਾਹ ਘੱਟ ਮਿਲੂਗੀ। ਇਹਨਾਂ ਨੇ ਤਾਂ ਬੰਦੇ ਪੱਕੇ ਕਰਨੇ ਸੀ, ਇਹ ਐਕਸਟੈਂਸ਼ਨ ਕਰਨ ਲੱਗ ਪਏ ਉਹਨਾਂ ਦੀ, ਕਿ ਭਾਈ ਆਪਾਂ ਸਾਲ ਇੱਕ ਇਹਨਾਂ ਦੀ ਮਿਆਦ ਵਧਾ ਦਿੰਦੇ ਹਾਂ ਐਗਰੀਮੈਂਟ ਦੀ, ਕੰਟਰੈਕਟ ਦੀ। ਦੂਜੇ ਪਾਸੇ ਕੁਝ ਇੱਕ ਲੋਕ ਇਹਨੂੰ ਇੱਦਾਂ ਵੀ ਸੋਚਦੇ ਆ ਕਿ ਭਾਈ ਹੁਣ ਜੇ ਉਹਨਾਂ ਦੀ ਮਿਆਦ ਖਤਮ ਹੋਣ ਵਾਲੀ ਸੀ,
ਕਿੱਥੇ ਉਹਨਾਂ ਨੇ ਘਰ ਬਹਿਣਾ ਪੈਣਾ ਸੀ ਤੇ ਹੁਣ ਹੋ ਸਕਦਾ ਕਿ ਸਾਲ ਦੇ ਵਿੱਚ 2 ਮਹੀਨਿਆਂ ਨੂੰ 4 ਮਹੀਨਿਆਂ ਨੂੰ 6 ਮਹੀਨਿਆਂ ਨੂੰ ਜਾਂ ਅਗਲੇ ਵਿਧਾਨ ਸਭਾ ਦੇ ਸੈਸ਼ਨ ਤੱਕ ਉਹ ਦੱਸ ਦੇਣ ਕਿ ਕਿਹੜੇ ਵਿਭਾਗ ਦੇ ਵਿੱਚੋਂ ਕਿਹੜੇ ਕੱਚੇ ਮੁਲਾਜ਼ਮ ਅਸੀਂ ਐਤਕੀ ਪੱਕੇ ਕਰਨੇ ਆ ਤੇ ਕਿਹੜੇ ਅਗਲੀ ਵਾਰੀ ਪੱਕੇ ਕਰਨੇ ਆ। ਉਦੋਂ ਤੱਕ ਘੱਟ ਘੱਟ ਰੋਟੀ ਖਾਂਦੇ ਰਹਿ ਜਾਣ। ਦੋਨੇ ਚੀਜ਼ਾਂ ਨੇ, ਪਰ ਜਿਹੜਾ ਵੀ ਫੈਸਲਾ ਲੈਣਾ ਛੇਤੀ ਲਿਆ ਜਾਵੇ। ਨਹੀਂ, ਛੇਤੀ ਫੈਸਲੇ ਦਾ ਫਾਇਦਾ ਮੈਨੂੰ ਲੱਗਦਾ ਵੀ ਇਹੀ ਫੈਸਲਾ ਦੇਖਦੇ ਆ ਹਰਭਜਨ ਸਿੰਘ ਈਟੀਓ ਸਾਹਿਬ ਬਿਜਲੀ ਮੰਤਰੀ ਨੇ। ਉਹ ਪਹਿਲਾਂ ਤਾਂ ਇੱਥੇ ਉਹਨਾਂ ਨੇ ਬਿਆਨ ਦਿੱਤਾ, ਉਹ ਕਹਿੰਦੇ ਮਹਾਰਾਜ ਕੋਲੇ ਦੀ ਚਿੰਤਾ ਕੋਈ ਨਹੀਂ ਕਰਨੀ, ਕੋਲਾ ਜਿੰਨਾ ਕਹੋ ਜਿੱਦਣ ਕਹੋ। ਦੂਜੀ ਗੱਲ ਇਹ ਵੀ ਉਹਨਾਂ ਵੇਖਿਆ ਵੀ ਗੱਲ ਹੁਣ ਜੇ ਨਹੀਂ ਸੈੱਟ ਆਉਂਦੀ, ਇਸ ਕਰਕੇ ਕੇਂਦਰ ਨਾਲ ਗੱਲ ਕਰਨੀ ਪੈਣੀ, ਕਿਉਂਕਿ ਪਿਛਲੇ ਦਿਨੀ ਜਿਹੜੀਆਂ ਉੱਧਰੋਂ ਸੁਨੇਹੇ ਜੇ ਆਏ ਸੀ ਵੀ ਹਾਂਜੀ ਤੁਸੀਂ ਫਲਾਨਾ ਮੀਟਰ ਲਾਓਗੇ ਫਿਰ ਗੱਡੀ ਚੱਲੂਗੀ, ਢੀਂਡਾ ਕੰਮ ਕਰੋਗੇ ਫਿਰ ਤੁਹਾਨੂੰ ਪੈਸੇ ਮਿਲਣਗੇ। ਉਹਨਾਂ ਨੇ ਵੇਖਿਆ ਵੀ ਇੱਦਾਂ ਗੱਲ ਬਣਨੀ ਨਹੀਂ, ਆਪਾਂ ਨੂੰ ਜਾ ਕੇ ਮਿਲਣਾ ਪੈਣਾ। ਉਹ ਜਾ ਕੇ ਉੱਥੇ ਮਿਲੇ, ਉਹਨਾਂ ਨੇ ਉੱਥੇ ਕਿਹਾ, ਉਹ ਕਹਿੰਦੇ ਵੀ ਕੇਂਦਰ ਸਰਕਾਰ ਨੇ ਬਹੁਤ ਵਧੀਆ ਮਤਲਬ ਉੱਥੇ ਸਾਨੂੰ ਹਾਮੀ ਭਰੀ। ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਆਉਣ ਵਾਲਾ ਟਾਈਮ ਸਾਨੂੰ ਪਤਾ ਵੀ ਗਰਮੀ ਦਾ, ਉਦੋਂ ਤੁਹਾਨੂੰ ਖੇਤੀ ਸੈਕਟਰ ਲਈ ਵੀ ਬਿਜਲੀ ਚਾਹੀਦੀ ਹੋਣੀ ਆ, ਜਿਹੜੇ ਆਮ ਉਦਯੋਗਿਕ ਸੈਕਟਰ ਉਹਦੇ ਲਈ ਵੀ ਚਾਹੀਦੀ, ਘਰਾਂ ਨੂੰ ਤਾਂ ਚਾਹੀਦੀ ਤੇ ਅਸੀਂ ਆਪਣੇ ਪੂਲ ਦੇ ਵਿੱਚੋਂ ਜਿੰਨੀ ਤੁਸੀਂ ਮੰਗਦੇ ਹੋ ਕੋਸ਼ਿਸ਼ ਕਰਾਂਗੇ ਦੇ ਦਈਏ ਜੀ। ਰਹੀ ਗੱਲ ਕੋਲੇ ਦੀ, ਕਹਿੰਦੇ ਵੀ ਉਹਦੀ ਵੀ ਚਿੰਤਾ ਨਾ ਕਰੋ, ਆਪਾਂ ਦੇਖਦੇ ਹਾਂ ਵੀ ਵਾਧਾ ਘਾਟਾ ਜਿਹਾ ਕਰਕੇ ਕਿਵੇਂ ਤੁਹਾਡਾ ਟਾਈਮ ਸਾਰਿਆ ਜਾ ਸਕਦਾ। ਹੁਣ ਜੀ ਗੱਲ ਆਪਾਂ ਇਹ ਮੰਨੀਏ ਵੀ ਹੈ ਤਾਂ ਦੋਵੇਂ ਐਂਟੀ ਪਾਰਟੀਆਂ, ਪਰ ਫਿਰ ਵੀ ਕੇਂਦਰ ਸਰਕਾਰ ਵਾਲੇ ਪਾਸਿਓਂ ਜੇ ਇੱਧਰੋਂ ਜਾ ਕੇ ਇਹ ਮਿਲੇ, ਉਹਨਾਂ ਨੇ ਕਿਹਾ ਵੀ ਹਾਂਜੀ ਠੀਕ ਆ, ਤੇ ਗੱਲ ਤੇ ਇੰਨੀ ਕੀ ਹੁੰਦੀ ਹੈ ਜੇ ਲੋਕਾਂ ਦਾ ਭਲਾ ਹੋ ਜੇ ਫਰਕ ਹੀ ਪੈਂਦਾ ਉਹਦੇ 'ਚ। ਬਿਲਕੁਲ ਸੰਧਾਲੀਆ ਸਾਹਿਬ, ਦੇਖੋ ਮੈਂ ਕਹਿੰਦਾ ਕਿ ਉਹਨਾਂ ਨੇ ਚੰਗਾ ਕੀਤਾ ਤੇ ਕੇਂਦਰ ਵਾਲਿਆਂ ਨੇ ਵੀ ਚੰਗਾ ਕੀਤਾ ਕਿ ਵੇਲੇ ਸਿਰ ਸਮਾਂ ਦੇ ਦਿੱਤਾ ਮਿਲਣ ਦਾ। 2 ਮਿਨਿਸਟਰਾਂ ਨੂੰ ਮਿਲਿਆ, ਇੰਜੀਨੀਅਰ ਸਰਾਂ ਸਾਹਿਬ ਨਾਲ, ਕਿਉਂਕਿ ਉਹਨਾਂ ਦੇ ਕੋਲੇ ਸਾਰਾ ਪ੍ਰਬੰਧਕੀ ਕਾਰਜਭਾਰ ਉਹਨਾਂ ਦੇ ਕੋਲ ਹੀ ਆ ਬਿਜਲੀ ਦਾ। ਹੁਣ ਦੋਨੋਂ ਸੱਜਣ ਗਏ, ਮੰਤਰੀ ਸਾਹਿਬ ਤੇ ਸਰਾਂ ਸਾਹਿਬ, ਤੇ ਦੋਨਾਂ ਨੇ ਜਾ ਕੇ 2 ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ। ਸਰਾਂ ਸਾਹਿਬ ਨੇ ਫਿਰ ਤੱਥ ਵੀ ਰੱਖੇ ਹੋਣਗੇ ਕਿਉਂਕਿ ਲੰਬੇ ਸਮੇਂ ਤੋਂ ਨਾਲ ਜੁੜੇ ਹੋ ਆ। ਜੇ ਥੋੜੀ ਬਹੁਤ ਵੀ ਸਹਾਇਤਾ ਉਧਰਲੇ ਪਾਸੋਂ ਮਿਲ ਗਈ, ਕਿਉਂਕਿ ਦੇਖੋ ਮੰਤਰੀ ਨੇ ਤਾਂ ਉਹਨਾਂ ਨੂੰ ਵੀ ਤਾਂ ਦੇਸ਼ ਦਾ ਫਿਕਰ ਹੀ ਹੈ ਨਾ, ਤੇ ਦੇਸ਼ ਦਾ ਹੀ ਹਿੱਸਾ ਪੰਜਾਬ ਹੈ। ਜੇ ਕੋਈ ਨਾ ਕੋਈ ਸਹਾਇਤਾ ਉੱਥੇ ਤੱਥ ਸਹਿਤ ਸਾਰਾ ਕੁਝ ਰੱਖ ਕੇ ਲਿਆਉਣ ਦੇ ਵਿੱਚ ਕਾਮਯਾਬ ਹੋ ਗਿਆ ਤਾਂ ਹੋ ਸਕਦਾ ਹੈ ਕਿ ਐਤਕੀ ਸਮੱਸਿਆ ਘੱਟ ਆਵੇ। ਹਾਲਾਂਕਿ ਬਹੁਤ ਸਾਰੇ ਥਾਵਾਂ ਤੋਂ ਇਹ ਸਾਨੂੰ ਸੁਨੇਹੇ ਵੀ ਆਉਂਦੇ ਆ ਜੀ ਬੱਤੀ ਆਉਂਦੀ ਨਹੀਂ, ਕਰੀਏ ਕੀ ਜੀ, ਮੱਛਰ ਲੜਦਾ, ਗਰਮੀ ਬਥੇਰੀ ਹੈ, ਫਸਲਬਾੜੀ ਸੁੱਕ ਰਹੀ ਹੈ। ਪਰ ਵਿਭਾਗ ਵਾਲੇ ਕਹਿੰਦੇ ਹੁੰਦੇ ਜੀ ਕਣਕਾਂ ਪੱਕੀਆਂ ਸੀ, ਥੋੜ੍ਹੀ ਜਿਹੀ ਬੱਤੀ ਘੱਟ ਤਾਂ ਦਿੰਦੇ ਆ, ਚੰਗਿਆੜੇ ਜਾਂ ਨਿਕਲਦੇ ਆ, ਫਿਰ ਨੁਕਸਾਨ ਨਾ ਹੋ ਜਾਵੇ। ਹੁਣ ਜੇ ਤਾਂ ਉੱਧਰੋਂ ਸਹਾਇਤਾ ਕੁਝ ਮਿਲ ਗਈ ਤਾਂ ਫਿਰ ਤਾਂ ਵਧੀਆ ਤਰੀਕੇ ਨਾਲ ਸਰ ਜੂਗਾ, ਨਹੀਂ ਤਾਂ ਆਪਣਾ ਕੋਈ ਨਾ ਕੋਈ ਪ੍ਰਬੰਧ ਜਿਹੜਾ ਉਹ ਪੰਜਾਬ ਨੂੰ ਕਿਸੇ ਨਾ ਕਿਸੇ ਹੀਲੇ ਵਸੀਲੇ ਕਰਨਾ ਪੈਣਾ। ਬਾਕੀ ਸੰਧਾਲੀਆ ਸਾਹਿਬ, ਇੱਕ ਜੇ ਇਧਰਲੇ ਪਾਸੇ ਆਪਾਂ ਦਿੱਲੀ ਵਾਲੇ ਪਾਸੇ ਗਏ ਆ ਤਾਂ ਗੁਰਜੀਤ ਸਿੰਘ ਔਜਲਾ ਸਾਹਿਬ ਬੋਲੇ ਆ ਲੋਕ ਸਭਾ 'ਚ। ਹਾਲਾਂਕਿ ਜਦੋਂ ਬੋਲੇ ਸੀ ਤਾਂ ਉਹਨਾਂ ਨੇ ਹਜ਼ਾਰਾਂ ਉਹਨਾਂ ਕਿਸਾਨਾਂ ਦੀ ਗੱਲ ਕੀਤੀ ਜਿਨ੍ਹਾਂ ਦੀ ਜ਼ਮੀਨ ਪਾਕਿਸਤਾਨ ਦੇ ਬਾਰਡਰ ਦੇ ਨਾਲ ਲੱਗਦੀ ਹੈ, ਕੰਡਿਆਲੀ ਤਾਰ ਤੋਂ ਪਾਰ ਹੈ। ਉਹ ਕਹਿੰਦੇ 10,000 ਰੁਪਈਆ ਸਾਲ ਦਾ ਏਕੜ ਦਾ ਮੁਆਵਜ਼ਾ ਸਰਕਾਰ ਕੇਂਦਰ ਦਿੰਦੀ ਹੈ, ਕਿਉਂਕਿ ਬਹੁਤੀਆਂ ਫਸਲਾਂ ਨਹੀਂ ਬੀਜੀਆਂ ਜਾ ਸਕਦੀਆਂ, ਖੇਤੀ ਕਰਨ ਦਾ ਸਮਾਂ ਥੋੜ੍ਹਾ ਹੁੰਦਾ, ਉੱਚੀ ਫਸਲ ਨਹੀਂ ਬੀਜੀ ਜਾ ਸਕਦੀ, ਕਈ ਵਾਰੀ ਫਸਲ ਦੀ ਪੂਰੀ ਸਾਂਭ ਸੰਭਾਲ ਨਹੀਂ ਹੁੰਦੀ, ਕਈ ਵਾਰੀ ਪਾਣੀ ਦੀ ਸਮੱਸਿਆ ਹੁੰਦੀ ਹੈ, ਕੰਬਾਈਨਾਂ ਨਾਲ ਵੱਢਣ ਦੀ ਸਮੱਸਿਆ ਹੁੰਦੀ ਹੈ। ਉਹ ਕਹਿੰਦੇ ਜੀ ਮੈਂ ਬੜਾ ਔਖਾ ਹੋ ਕੇ ਪਿਛਲੀ ਵਾਰੀ 5 ਸਾਲਾਂ ਦੇ ਪੈਸੇ ਦਵਾਏ ਸੀ, ਹੁਣ 5 ਸਾਲਾਂ ਦੇ ਫੇਰ ਖੜੇ ਆ, ਸੈਂਕੜੇ ਕਰੋੜ ਰੁਪਈਆ ਬਣਦਾ, ਤੇ ਮੈਂ ਕਹਿੰਦੇ ਸਰਕਾਰ ਨੂੰ ਬੇਨਤੀ ਕਰਦਾ ਕਿ ਉਹਨਾਂ ਕਿਸਾਨਾਂ ਦੀ ਸਾਰ ਲਓ। ਚੰਗੀ ਗੱਲ ਹੈ, ਕਿਸੇ ਨੇ ਉਹਨਾਂ ਦੀ ਵੀ ਗੱਲ ਪੁੱਛੀ ਹੈ, ਕਿਸੇ ਨੇ ਗੱਲ ਉੱਥੇ ਕੀਤੀ ਹੈ। ਜੇ 2-3 ਕਿਸ਼ਤਾਂ ਪੈਸਿਆਂ ਦੀਆਂ ਜਾਰੀ ਹੋ ਜਾਣ ਤਾਂ ਵਧੀਆ ਹੀ ਹੈ। ਨਹੀਂ ਵਧੀਆ, ਨਾਲੇ ਇੱਕ ਗੱਲ ਜਿਹੜੀ ਚੰਗੀ ਰਹੀ ਨਾ ਉਹ ਇਹ ਹੈ ਕਿ ਵੀ ਹਾਲਾਂਕਿ MP ਉਹ ਅੰਮ੍ਰਿਤਸਰੋਂ ਜੀ, ਉਹ ਇਹ ਵੀ ਕਹਿ ਸਕਦੇ ਵੀ ਮਹਾਰਾਜ ਵੀ ਮੇਰਾ ਹਲਕਾ ਜਿਹੜਾ ਉਹਦੇ 'ਚ ਫਲਾਨੇ ਤੋਂ ਲੈ ਕੇ ਫਲਾਨਾ ਏਰੀਆ ਲੱਗਦਾ, ਉਹਦੇ 'ਚ ਇੰਨੇ ਕੁ ਕਿਸਾਨ ਪੈਂਦੇ ਨੇ ਜੀ, ਉਹਨਾਂ ਦਾ ਕਰ ਦਿਓ ਹਿਸਾਬ ਦਾ। ਉਹਨਾਂ ਪੂਰੀ ਦੀ ਪੂਰੀ ਬਾਰਡਰ ਬੈਲਟ ਦਾ ਹਿਸਾਬ ਕੀਤਾ। ਉਹ ਕਹਿੰਦੇ ਵੀ ਇੰਨੇ ਜ਼ਿਲ੍ਹੇ ਬਣਦੇ ਆ ਮਹਾਰਾਜ ਪੰਜਾਬ ਦੇ, ਤੇ ਸਾਰਿਆਂ ਦੇ ਵਿੱਚ ਖੇਤੀ ਹੁੰਦੀ, ਤੇ ਉਹਨਾਂ ਦੀ ਬਹੁਤ ਸਾਰੀ ਜ਼ਮੀਨ ਤਾਰ ਤੋਂ ਪਾਰ ਆ। ਇੱਕ ਗੱਲ ਉਹਨਾਂ ਨੇ ਵਧੀਆ ਕੀਤੀ, ਉਹ ਕਹਿੰਦੇ ਵੀ ਚਲੋ ਅਸੀਂ ਇਦੋਂ ਗੱਲ ਨੂੰ ਮੰਨਦੇ ਹਾਂ ਵੀ ਤੁਸੀਂ ਕੁਛ ਤੇ ਬਾਂਹ ਫੜਦੇ ਹੋ, ਭਾਵੇਂ 10,000 ਕਿੱਲੇ ਦਾ ਹੀ ਸਹੀ ਜੀ, ਪਰ ਰੌਲਾ ਇਹ ਆ ਵੀ ਉਹ ਮਿਲਦਾ ਕਿਤੇ 5 ਸਾਲੀਆਂ ਵੀ ਰੌਲਾ ਰੱਪਾ ਪਾ ਕੇ ਪਲਾਨ ਨਹੀਂ ਕੀਤਾ ਜਾ ਸਕਦਾ। ਬਸ ਹੁਣ ਇਹ ਆ ਵੀ ਹੁਣ ਜਿਹੜੇ ਬੰਦੇ ਨੂੰ ਤੇ ਇਹ ਆਸ ਹੋਵੇ ਵੀ ਚਲੋ ਮੰਨ ਲਓ ਜੇ ਕਿਸੇ ਦੀ 4 ਕਿੱਲੇ ਆ, ਹੁਣ 40,000 ਮਿਲਣਾ, ਜੇ ਇਹਦੇ 40,000 ਮਿਲ ਗਿਆ ਤੇ ਫਿਰ ਤੇ ਠੀਕ ਹੈ, ਤੇ ਜੇ 40,000 ਐਤਕੀ ਵੀ ਨਹੀਂ ਆਇਆ, ਅਗਲੇ ਸਾਲ ਵੀ ਨਹੀਂ ਆਇਆ, ਉਦੋਂ ਅਗਲੇ ਸਾਲ ਵੀ ਨਹੀਂ ਆਇਆ, ਤੇ ਉਹ ਜਿਹੜਾ ਉਹਦਾ ਘਾਟਾ ਵਿਚਾਰੇ ਦਾ ਉਹ ਤੇ ਵੱਧਦਾ ਹੀ ਜਾਣਾ ਨਾ। ਹੁਣ ਜਿਹੜਾ ਕਿਸਾਨ ਉਹਦੀ ਕਿਹੜਾ ਉੱਥੇ ਮਿਲ ਲੱਗੀ, ਉਹ ਕਹਿੰਦਾ ਵੀ ਚੱਲ ਦਵਾ ਕਰ, ਨਹੀਂ ਆਇਆ ਨਾ ਸਹੀ, ਇਧਰੋਂ ਨਹੀਂ ਤੇ ਇਧਰੋਂ ਸਹੀ, ਉਹਨੇ ਦੇ ਵਿਚਾਰੇ ਨੇ ਉੱਥੋਂ ਹੀ ਖਾਣੇ ਆ। ਸੋ ਚਲੋ ਔਜਲਾ ਸਾਹਿਬ ਨੇ ਗੱਲ ਕੀਤੀ ਆ, ਵੈਸੇ ਮੈਨੂੰ ਲੱਗਦਾ ਵੀ ਉਹਨਾਂ ਦੀ ਗੱਲ ਸ਼ਾਇਦ ਸੁਣੀ ਜਾਵੇ, ਕਿਉਂਕਿ ਜਿਹੜੇ ਉਹਨਾਂ ਨੇ ਪੁਲਾਂ ਦੀ ਗੱਲ ਕੀਤੀ ਵੀ ਮਾਰਾ ਪਿਲਰਾਂ ਵਾਲੇ ਬਣਾ ਦਿਓ, ਮਿੱਟੀ ਵਾਲੇ ਨਾ ਬਣਾਇਓ। ਗਡਕਰੀ ਸਾਹਿਬ ਨੂੰ ਗਏ ਸੀ ਨਾ ਇੱਕ ਦਿਨ ਪਹਿਲਾਂ, ਉਹ ਕਹਿੰਦੇ ਗਡਕਰੀ ਸਾਹਿਬ ਨੇ ਮੰਨ ਲਈ, ਉਹ ਕਹਿੰਦੇ ਕੋਈ ਗੱਲ ਨਹੀਂ ਪਿਲਰਾਂ ਵਾਲੇ ਬਣਾ ਦੇਣਗੇ, ਗੱਲ ਕਿਹੜੀ, ਹੋਰ ਦੱਸੋ ਕੀ ਚਾਹੀਦਾ। ਹਾਂ ਨਹੀਂ ਦੇਖੋ, ਜੇ ਤਾਂ ਪਿਲਰਾਂ ਵਾਲੇ ਬਣ ਜਾਣ ਤਾਂ ਵਧੀਆ, ਫਿਰ ਬਹੁਤ ਸਾਰਾ ਨੁਕਸਾਨ ਨਹੀਂ ਹੁੰਦਾ। ਹਾਲਾਂਕਿ ਰੁਪਈਏ ਉਹਦੇ ਤੇ ਵੱਧ ਲੱਗਦੇ ਆ, ਮਿੱਟੀ ਵਾਲੇ ਤੇ ਖਰਚ ਘੱਟ ਹੁੰਦਾ, ਪਰ ਜੇ ਗਡਕਰੀ ਸਾਹਿਬ ਨੂੰ ਉਹ ਸਮੱਸਿਆ ਨੂੰ ਅੰਡਰਸਟੈਂਡ ਕਰ ਗਿਆ, ਸਮਝ ਗਿਆ, ਤਾਂ ਬੜੀ ਚੰਗੀ ਗੱਲ ਹੈ। ਇੱਕ ਚੀਜ਼ ਮੈਨੂੰ ਲੱਗਦਾ ਆਪਾਂ ਜਿਹੜੀ ਇੱਥੇ ਵਾਹਵਾ ਈਵਨ ਇਲੈਕਸ਼ਨਾਂ ਤੋਂ ਪਹਿਲਾਂ ਦੀ ਆਪਾਂ ਤਾਂ ਗੱਲ ਕਰੀ ਜਾਂਦੇ ਵੀ ਮਹਾਰਾਜ BJP ਪੰਜਾਬ ਵਾਲੇ ਲੀਡਰ ਸਾਹਿਬਾਨ ਉੱਤੇ ਜਾ ਕੇ ਗੱਲ ਪਾ ਦੇਣ ਵੀ ਮਹਾਰਾਜ ਇੱਕ ਹੁੰਦੀ ਹੈ ਚਾਬੀ ਜੀ, ਇੱਕ ਹੁੰਦੀ ਮਾਸਟਰ ਚਾਬੀ, ਮਾਸਟਰ ਕੀ ਜਿਹੜੀ ਹਰੇਕ ਜਿੰਦਰੇ ਨੂੰ ਲੱਗ ਜਾਂਦੀ, ਉਹ ਮਾਸਟਰ ਕੀ ਆ ਕੇਂਦਰ ਸਰਕਾਰ ਕੋਲ ਜੀ।
इधर वाले डिमांड करन सही नाल ऐ चक्को ऐश करो नज़ारे लाओ नाल ही डायरी 'च नोट कर लिया करन भी फलाने थां आ दिता ढींडे थां आ दिता इत्थे आ दिता ते मुड़ के गां इलैक्शनां च आके गिना देण। मतलब लगदा जिद्दां हुण बिजली मंत्री साहब ने कहा भी कोई गल नहीं परवाह ना करो मिलूगी बिजली। औजला साहब गए जी वो महाराज सड़कां दा कोई गल नहीं जी कर देंगे वो महाराज मुआवजा हो सकदा इहदी भी गल भी दिता जी होर दसो की। इन्हां गल्लां नूं कल नूं हो सकदा भी बीजेपी वालिਆਂ ਨੂੰ ਲੋਕਾਂ ਨੂੰ ਦੱਸਣਾ ਸਮਝਾਉਣਾ ਕਹਿਣਾ ਸੌਖਾ ਹੋ ਜਾਏ ਵੀ ਆਹ ਦੇਖ ਲਓ महाराज ਇਹਦਾ ਕੀਤਾ। ਸੰਧਾਲੀਆ ਸਾਹਿਬ ਰੋਜ਼ ਇੱਕ ਕੰਮ ਕਰੀ ਜਾਣ ਸਾਡੇ ਨੂੰ ਨਾਲ ਹੀ ਅਖਬਾਰਾਂ 'ਚ ਫੁੱਲ ਪੇਜ ਦਾ ਇਸ਼ਤਿਹਾਰ ਵੀ ਦੇ ਦਿਆ ਕਰਨ ਆਹੋ ਪੰਜਾਬ 'ਚ ਵੀ ਅਸੀਂ ਕੀਤਾ ਹੀ ਧੰਨਵਾਦ ਕਰਦੇ ਕਰ ਮੁੜ ਕੇ ਇਕੱਠਾ ਵੀ ਦੇ ਦੇਣ ਮਹੀਨੇ ਬਾਅਦ ਇੱਕ ਖਰਚ ਹੋਣਾ ਲੋਕਾਂ ਦੇ ਪੈਸੇ 'ਚੋਂ ਖਰਚ ਹੋਣਾ ਪਰ ਘੱਟੋ ਘੱਟ ਪੰਜਾਬ ਦੇ ਕੰਮ ਹੋ ਜਾਣਗੇ ਨਾ ਉਹਨਾਂ ਦੇ ਲੱਗ ਜਾਣਗੇ। ਆ ਵੀ ਇਹ ਹੋਵੇ ਨਾ ਵੀ 1 ਤੋਂ ਲੈ ਕੇ 30 ਤੱਕ ਵੀ ਐਸ ਇੱਕ ਮਹੀਨੇ 'ਚ ਪੰਜਾਬ ਨੂੰ ਕੇਂਦਰ ਸਰਕਾਰ ਨੇ ਆ ਦਿੱਤਾ ਜੀ ਨਾਲ ਹੀ ਉਹਦਾ ਉਹ ਜ਼ੀਰੋਆਂ ਪਾ ਕੇ ਲਿਖ ਦੇਣ ਵੀ ਇੰਨੇ 1000 ਕਰੋੜ ਰੁਪਈਆ ਲੱਗਾ ਬਈ ਇੱਥੇ MP ਸਾਹਿਬ ਦੀ ਵੀ ਛੋਟੀ ਫੋਟੋ ਲਾ ਦੇਣ ਨਾਲ ਵੀ ਇਹਨਾਂ ਕਿਹਾ ਸੀ ਜਿਹੜੇ ਵੀ ਬੰਦੇ ਕਹਿਣ ਜਾਂਦੇ ਆ। ਚਲੋ ਸੰਧਾਲੀਆ ਸਾਹਿਬ ਨਾਲ ਦੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਗ ਕੀਤੀ ਹੈ ਉਹ ਕਹਿੰਦੇ ਜੀ ਸਿੰਘ ਬੰਦੀ ਨੇ ਸਜ਼ਾਵਾਂ ਪੂਰੀਆਂ ਨੇ ਰਿਹਾਈ ਹੁੰਦੀ ਨਹੀਂ। ਪ੍ਰਧਾਨ ਮੰਤਰੀ ਸਾਹਿਬ ਨੇ ਕਹਿੰਦੇ ਐਲਾਨ ਕੀਤਾ ਸੀ ਬੜੇ ਪਾਵਨ ਪਵਿੱਤਰ ਦਿਹਾੜੇ ਦੇ ਮੌਕੇ ਦੇ ਉੱਤੇ ਕਿ ਭਾਈ ਇੰਨੇ ਸਿੱਖ ਕੈਦੀ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਅਸੀਂ ਛੱਡ ਦੇਣੇ ਆ ਪਰ ਉਹ ਕਹਿੰਦੇ ਅਮਲੀ ਰੂਪ ਨਹੀਂ ਦਿੱਤਾ ਜਾ ਸਕਿਆ ਸਾਰੀਆਂ ਗਤੀਵਿਧੀਆਂ ਨੂੰ। ਅਸੀਂ ਹੁਣ ਕਹਿੰਦੇ 14 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਹਾੜੇ ਉਮੀਦ ਕਰਦੇ ਹਾਂ ਕਿ ਕੇਂਦਰ ਦੀ ਸਰਕਾਰ ਵਿਸਾਖੀ ਦੇ ਦਿਹਾੜੇ ਦੇ ਮੌਕੇ ਦੇ ਉੱਤੇ ਉਹਨਾਂ ਸਿੱਖ ਕੈਦੀਆਂ ਨੂੰ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਆ ਰਿਹਾ ਜ਼ਰੂਰ ਕਰੂ। ਨਾਲ ਹੀ ਉਹ ਕਹਿੰਦੇ ਕੇਜਰੀਵਾਲ ਤੋਂ ਨਹੀਂ ਆਸ ਪ੍ਰਧਾਨ ਸਾਹਿਬ ਧਾਮੀ ਸਾਹਿਬ ਉਹ ਕਹਿੰਦੇ ਕੇਜਰੀਵਾਲ ਤੋਂ ਨਹੀਂ ਆਸ। ਹਾਂ ਕਹਿੰਦੇ ਜੀ ਕਾਹ ਤੋਂ ਨਹੀਂ ਆਸ ਕਹਿੰਦੇ ਜੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਹੋਰਾਂ ਨੂੰ ਛੱਡ ਸਕਦੇ ਸੀ ਉਹ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਨੂੰ ਤਾਂ ਛੱਡਿਆ ਨਹੀਂ ਤੇ ਉਹਨਾਂ ਤੋਂ ਅਸੀਂ ਕੀ ਆਸ ਕਰੀਏ ਕਿ ਭਾਈ ਉਹ ਪੰਜਾਬ ਦੇ ਜਾਂ ਸਿੱਖਾਂ ਦੇ ਹਤੈਸ਼ੀ ਨੇ। ਅਸੀਂ ਕੇਂਦਰ ਨੂੰ ਜ਼ਰੂਰ ਬੇਨਤੀ ਕਰਦੇ ਹਾਂ ਕਿ ਤੁਸੀਂ ਵਿਸਾਖੀ ਦੇ ਮੌਕੇ ਦੇ ਉੱਤੇ ਕੋਈ ਐਲਾਨ ਇੱਦਾਂ ਤਾਂ ਕਰੋ ਜ਼ਰੂਰ। ਨਹੀਂ ਵੈਸੇ ਆਸ ਤਾਂ ਜਾਪਦੀ ਹੈ ਕਿਉਂਕਿ ਦੇਖੋ ਇੱਕ ਦਿਨ ਪਹਿਲਾਂ ਬੀਬੀ ਹਰਸਿਮਰਤ ਬਾਦਲ ਹੋਣੀ ਗੱਲ ਕਰਦੇ ਆ ਲੋਕ ਸਭਾ ਦੇ ਵਿੱਚ ਉਹ ਵੀ ਇਸੇ ਮੁੱਦੇ ਨੂੰ ਚੁੱਕਦੇ ਆ ਉਸ ਤੋਂ ਬਾਅਦ SGPC ਸੇਮ ਡਿਮਾਂਡ ਰੱਖਦੀ ਹੈ। ਮੈਨੂੰ ਲੱਗਦਾ ਵੀ ਇਹ ਵੀ ਜੇ ਹੋ ਜਾਵੇ ਤੇ ਇਹ ਵੀ ਜਿਹੜੀ ਆਪਾਂ ਹੁਣੇ ਗੱਲ ਕੀਤੀ ਵੀ BJP ਦੇ ਖਾਤੇ ਜਾ ਸਕਦੀ ਹੈ ਗੱਲ ਕਿਉਂਕਿ ਇਸ ਤੋਂ ਪਹਿਲਾਂ ਬੜੀ ਚਰਚਾ ਚੱਲਦੀ ਸੀ ਵੀ ਮਹਾਰਾਜ ਉਹਨਾਂ ਨੇ ਬਹੁਤ ਵਧੀਆ ਪਲੈਨਿੰਗ ਕਰ ਲਈ ਹੈ ਨਾ। ਆਪਾਂ ਇੱਥੇ ਬਹਿ ਕੇ ਗੱਲਾਂ ਕਰਦੇ ਸੀ ਮਹਾਰਾਜ ਇਸ ਚੀਜ਼ ਤੋਂ ਆਹ ਇਸ਼ਾਰਾ ਮਿਲਦਾ ਜੀ ਦੇਖਿਓ ਹੁਣ ਬੰਦੀ ਸਿੰਘਾਂ ਦੀ ਰਿਹਾਈ ਹੋ ਜਾਣੀ ਹੈ ਜੀ ਉਹਨਾਂ ਨੇ ਕਹਿਣਾ ਜੀ ਆਹ ਦੇਖੋ ਅਸੀਂ ਤੁਹਾਡੇ ਲਈ ਕਰ ਰਹੇ ਹਾਂ ਪਰ ਹੁਣ ਤੇ ਇਲੈਕਸ਼ਨਾਂ ਲੰਘ ਗਈਆਂ ਜੇ ਹੁਣ ਉਹ ਕੀਤਾ ਜਾਂਦਾ ਤੇ ਕਲੀਅਰ ਕੱਟ ਉਹ ਹੋਊਗਾ ਕਿ ਮਹਾਰਾਜ ਅਸੀਂ ਇਨਸਾਫ ਦੀ ਗੱਲ ਕਰਦੇ ਹਾਂ ਵੀ ਜਿਹੜਾ ਜਿੱਥੇ ਜਿਹਦਾ ਹੱਕ ਬਣਦਾ ਅਸੀਂ ਦੇ ਰਹੇ ਹਾਂ ਹੋਰ ਕੀ ਚਾਹੀਦਾ। ਨਹੀਂ ਜੇ ਹੋ ਜਾਵੇ ਨਾ ਸੰਧਾਲੀਆ ਸਾਹਿਬ ਫਿਰ ਤਾਂ ਕਿਆ ਹੀ ਬਾਤਾਂ ਫਿਰ ਤਾਂ ਕਮਾਲ ਹੀ ਹੋ ਜੂਗੀ ਕਿਉਂਕਿ ਬਹੁਤ ਸਾਰੇ ਮੁੱਦੇ ਜਿਹੜੇ ਆ ਉਹ ਗਰਮ ਹੁੰਦੇ ਆ ਠੰਡੇ ਹੋ ਜਾਂਦੇ ਗਰਮ ਹੁੰਦੇ ਠੰਡੇ ਹੋ ਜਾਂਦੇ ਕਿਉਂਕਿ ਜ਼ਿੰਦਗੀਆਂ ਨੇ ਅੰਦਰ ਇਸ ਕਰਕੇ ਉਧਰਲੇ ਪਾਸੇ ਛੇਤੀ ਫੈਸਲਾ ਲੈਣਾ ਜ਼ਰੂਰੀ ਹੈ। ਹੁਣ ਮੈਨੂੰ ਆਸ ਲੱਗਦੀ ਪਤਾ ਕਿਉਂ ਕਿਉਂਕਿ ਇੱਕ ਤਾਂ ਦੇਖੋ 2 ਦਿਨ ਪਹਿਲਾਂ ਜੇ ਸਿਰਸਾ ਸਾਹਿਬ ਨੇ ਐਲਾਨ ਕੀਤਾ ਸੀ ਨਾ ਉਹ ਕਹਿੰਦੇ ਵੀ ਕੇਂਦਰ ਸਰਕਾਰ ਨੇ ਡਿਸਾਈਡ ਕਰ ਲਿਆ ਵੀ ਲਾਲ ਕਿਲੇ ਦੇ ਵਿੱਚ ਆਪਾਂ ਉਹ ਮਨਾਉਣਾ 400 ਸਾਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਤੇ ਉੱਥੇ ਤੁਸੀਂ ਦੇਖੋਗੇ ਵੀ ਕਿਵੇਂ ਕੇਂਦਰ ਸਰਕਾਰ ਤੇ ਕੇਂਦਰ ਦੇ ਵੱਡੇ ਵੱਡੇ ਲੀਡਰ ਈਵਨ ਪ੍ਰਧਾਨ ਮੰਤਰੀ ਸਾਹਿਬ ਹੈ ਨਾ ਵੀ ਉੱਥੇ ਉਹ ਹਾਜ਼ਰ ਹੋਣਗੇ। ਇਹਦਾ ਮਤਲਬ ਇਹ ਹੋ ਗਿਆ ਵੀ ਇਲੈਕਸ਼ਨਾਂ ਨਾਲ ਕੋਈ ਲੈਣਾ ਦੇਣਾ ਨਹੀਂ। ਇਸ ਤੋਂ ਪਹਿਲਾਂ ਬੜਾ ਸ਼ੱਕ ਕੀਤਾ ਜਾਂਦਾ ਸੀ ਵੀ ਯਾਰ BJP ਤੇ ਸਿਰਫ ਇਲੈਕਸ਼ਨ ਕਰਕੇ ਕਰ ਰਹੀ ਇਹਦਾ ਮਤਲਬ ਇਲੈਕਸ਼ਨਾਂ ਲੰਘ ਗਈਆਂ ਹੁਣ ਤਾਂ ਕੋਈ ਇਲੈਕਸ਼ਨ ਨਹੀਂ ਪੰਜਾਬ 'ਚ ਜਾਂ ਕੋਈ ਸਿੱਖਾਂ ਦੀ ਪਰ ਜੇ ਉਹਦੇ ਬਾਵਜੂਦ ਵੀ ਇਹ ਸਾਰਾ ਕੁਛ ਕੀਤਾ ਜਾ ਰਿਹਾ ਇਹਦਾ ਮਤਲਬ ਵੀ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਵੀ ਇਸ ਚੀਜ਼ ਨੂੰ ਦੇਖਣਾ ਪਊਗਾ ਵੀ ਫਰਕ ਤਾਂ ਹੈਗਾ ਪਹਿਲਾਂ ਦਾ ਤੇ ਹੁਣ ਦਾ। ਹਾਂ ਹੁਣ ਉਹ ਗਾਂ ਦੀ ਪਲੈਨਿੰਗ ਆ ਕੀ ਪਲੈਨਿੰਗ ਆਪਾਂ ਉਹਦੇ 'ਚ ਜਾਂਦੇ ਹੀ ਨਹੀਂ ਜੋ ਮੌਕੇ ਦੀ ਗੱਲ ਹੈਗੀ ਆਪਾਂ ਉਹ ਗੱਲ ਕਰ ਸਕਦੇ। ਇਹ ਗੱਲ ਤੁਹਾਡੀ ਠੀਕ ਹੈ। ਲੁਧਿਆਣੇ ਦੀ ਇੱਕ ਅਦਾਲਤ ਨੇ ਹੁਣ ਹਦਾਇਤ ਦਿੱਤੀ ਹੈ ਕਹਿੰਦੇ ਜੀ ਜਾਂਚ ਕਰੋ ਦੁਬਾਰਾ ਜਾਂਚ ਕਰੋ ਪੜਤਾਲ ਕਰੋ ਸਾਰੀ ਜਲੰਧਰੋਂ ਹੁਸ਼ਿਆਰਪੁਰ ਜਾਈਦਾ ਹੁਸ਼ਿਆਰਪੁਰ ਤੋਂ ਚਿੰਤਪੁਰਨੀ ਸੜਕ ਜਿਹੜੀ ਹੈ ਉਹ ਕਹਿੰਦੇ ਜੀ 4 ਮਾਰਗੀ ਕਰਨੀ ਹੈ ਕਿਉਂਕਿ ਭੀੜੀ ਸੜਕ ਸੀ ਟ੍ਰੈਫਿਕ ਬਹੁਤ ਹੋ ਗਿਆ ਸੀ ਹੌਲੀ ਹੌਲੀ ਐਕਸੀਡੈਂਟ ਕਾਫੀ ਹੁੰਦੇ ਸੀ ਗੱਡੀਆਂ ਸਕੂਟਰ ਚਲਾਉਣ ਦੇ ਵਿੱਚ ਔਖ ਹੁੰਦੀ ਸੀ। ਪ੍ਰੋਜੈਕਟ ਪਾਸ ਹੋ ਗਿਆ ਤੇ 6 ਸਾਲ ਪਹਿਲਾਂ ਰੌਲਾ ਪਿਆ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਤੋਂ ਸਾਲ ਕੁ ਬਾਅਦ ਦੀ ਗੱਲ ਹੈ। ਰੌਲਾ ਕੀ ਪੈਂਦਾ ਕਿ ਭਾਈ ਇਹ ਜਿਹੜੀ ਜਲੰਧਰੋਂ ਹੁਸ਼ਿਆਰਪੁਰ ਵਾਲੀ ਸੜਕ ਚੌੜੀ ਹੋਣੀ ਹੈ 4 ਮਾਰਗੀ ਉਸ 4 ਮਾਰਗੀ ਸੜਕ ਤੋਂ ਬਹੁਤ ਸਾਰੇ ਸੱਜਣਾ ਨੇ ਰੁਪਈਏ ਕਮਾ ਲਏ ਕੁਝ ਅਧਿਕਾਰੀਆਂ ਨਾਲ ਮਿਲ ਕੇ ਦੋਸ਼ ਲੱਗਾ। ਦੋਸ਼ ਕੀ ਲੱਗਾ ਕਿ ਭਾਈ ਜਦੋਂ ਕਈਆਂ ਨੂੰ ਪਹਿਲਾਂ ਪਤਾ ਲੱਗ ਗਿਆ ਕਿ ਸੜਕ ਚੌੜੀ ਹੋਣੀ ਹੈ ਕਈ ਲੀਡਰਨੁਮਾ ਲੋਕ ਸੀ ਦੋਸ਼ ਲੱਗਾ ਕਿ ਉਹਨਾਂ ਨੇ ਖੇਤੀਬਾੜੀ ਵਾਲੀਆਂ ਜ਼ਮੀਨਾਂ ਸੜਕ ਦੇ ਨਾਲ ਨਾਲ ਇਹ ਕਹਿ ਕੇ ਖਰੀਦ ਲਈਆਂ ਕਿ ਤੁਹਾਡੀਆਂ ਜ਼ਮੀਨਾਂ ਐਕਵਾਇਰ ਹੋ ਜਾਣੀਆਂ ਸਸਤੇ ਭਾਅ ਖਰੀਦ ਲਈਆਂ ਫਿਰ ਉੱਥੇ ਪਲਾਟ ਕੱਟ ਦਿੱਤੇ 2-2 ਇੱਟਾਂ ਐ ਰੱਖ ਦਿੱਤੀਆਂ ਕਿ ਭਾਈ ਆ 1 ਪਲਾਟ 2 ਪਲਾਟ ਤੇ ਉਹ ਇੱਟਾਂ ਵੀ ਸੀਮੈਂਟ ਨਾਲ ਨਹੀਂ ਕਹਿੰਦੇ ਰੇਤਾ ਰੂਤਾ ਨਾਲ ਹੀ ਲਾਤੀਆਂ ਸੀ ਤੇ ਬਾਅਦ ਵਿੱਚ ਮਹੀਨੇ ਡੂਢ ਮਹੀਨੇ ਬਾਅਦ ਉਹੀ ਖੇਤੀਬਾੜੀ ਵਾਲੀ ਸਸਤੇ ਭਾਅ ਲਈ ਜ਼ਮੀਨ ਸਰਕਾਰ ਨੂੰ ਇਹ ਕਹਿ ਕੇ ਵੇਚੀ ਕਿ ਭਾਈ ਇਹ ਤਾਂ ਕਮਰਸ਼ੀਅਲ ਹੈ ਰੈਜ਼ੀਡੈਂਸ਼ੀਅਲ ਹੈ ਇਹ ਦੇਖੋ ਜੀ ਪਿੱਛੇ ਘਰ ਬਣਨੇ ਆ ਮੂਹਰੇ ਤਾਂ ਦੁਕਾਨਾਂ ਬਣਨੀਆਂ ਉੱਥੇ ਤਾਂ ਸਾਰਾ ਕੁਝ ਮੈਪਿੰਗ ਮੂਪਿੰਗ ਹੋ ਗਈ ਹੈ ਉੱਥੇ ਆ ਦੇਖੋ ਕਿੱਟਾਂ ਰੱਖ ਕੇ ਅਸੀਂ ਸਾਰਾ ਕੁਝ ਕਰ ਦਿੱਤਾ ਹੈ ਜਾਣੀ ਸੈਂਕੜੇ ਕਰੋੜ ਰੁਪਈਏ ਦਾ ਘਪਲਾ ਇਹ ਚਰਚਾ ਚੱਲੀ। ਇੱਕ ਜਾਂਚ ਕਮੇਟੀ ਬਣੀ
ਕਿਉਂਕਿ 2016 ਤੋਂ ਲੈ ਕੇ ਤਾਂ 2022 ਤੱਕ 4 ਮੁੱਖ ਮੰਤਰੀ ਬਦਲ ਚੁੱਕੇ ਆ। ਪਹਿਲਾਂ ਬਾਦਲ ਸਾਹਿਬ ਰਹੇ, ਫਿਰ ਕੈਪਟਨ ਸਾਹਿਬ, ਫਿਰ ਚੰਨੀ ਸਾਹਿਬ, ਫਿਰ ਭਗਵੰਤ ਮਾਨ ਸਾਹਿਬ। ਇੱਕ ਜਾਂਚ ਟੀਮ ਆਈ, ਉਹ ਕਹਿੰਦੇ ਜੀ ਘਪਲਾ, ਤੇ ਵੱਡਾ ਘਪਲਾ। ਤੇ ਇੱਥੋਂ ਤੱਕ ਕਿ ਕੇਂਦਰ ਸਰਕਾਰ ਕੋਲ ਗੱਲ ਗਈ ਸੀ ਤੇ ਉਹਨਾਂ ਨੇ ਕਿਹਾ ਯਾਰ ਇਹ ਕਿਵੇਂ ਹੋ ਸਕਦਾ, ਇੰਨੇ ਰੇਟ ਫੇਰ ਕਹਿੰਦੇ ਜੀ ਘਟਾ ਕੇ ਭੇਜ ਦਿੰਦੇ ਆ, ਇਹਨਾਂ ਨੇ ਤਾਂ ਚਲੋ ਇੰਨੇ ਕੁ ਦੇ ਦਿਓ। ਸ਼ੱਕ ਪੈ ਗਈ। ਪਹਿਲੀ ਜਾਂਚ ਟੀਮ ਨੇ ਕਿਹਾ ਜੀ ਘਪਲਾ ਵੱਡਾ ਹੈ, ਇੱਥੋਂ ਤੱਕ ਕਿ ਅਦਾਲਤ ਦੇ ਵਿੱਚ ਮਾਮਲਾ ਚਲੇ ਗਿਆ। ਫਿਰ ਦੂਜੀ ਜਾਂਚ ਟੀਮ ਬਣਾਤੀ, ਉਹ ਕਹਿੰਦੇ ਘਪਲਾ ਕਿੱਥੇ ਹੈ, ਸਾਫ਼ ਤਾਂ ਹੈ, ਸੜਕ ਚੌੜੀ ਕਰਨੀ ਹੈ, ਜ਼ਮੀਨਾਂ ਜਿਹੜੀਆਂ ਸੀਗੀਆਂ ਉਹ ਸਰਕਾਰ ਨੇ ਅਕਵਾਇਰ ਕਰਨੀਆਂ ਸੀ, ਜੇ ਕਿਸੇ ਨੇ ਪਹਿਲਾਂ ਖਰੀਦ ਲਈ ਸਰਕਾਰ ਨੇ ਉਹਦੀ ਖਰੀਦ, ਗੱਲ ਕਿਹੜੀ ਹੈ। ਹੁਣ ਉਹਦੇ ਤੋਂ ਬਾਅਦ ਹੁਣ ਤੀਸਰੀ ਜਾਂਚ ਟੀਮ ਬਣੀ ਹੈ ਕਿ ਭਾਈ ਜਦੋਂ 2 ਜਾਂਚ ਟੀਮਾਂ ਦੇ ਵਿੱਚੋਂ ਇੱਕ ਕਹਿੰਦੀ ਹੈ ਜੀ ਘਪਲਾ ਹੀ ਘਪਲਾ, ਦੂਜੀ ਕਹਿੰਦੀ ਜੀ ਘਪਲਾ ਹੀ ਕੋਈ ਨਹੀਂ, ਕੰਮ ਮਿੱਟੀ। ਹੁਣ ਤੀਸਰੀ ਟੀਮ, ਪਹਿਲਾ ਸਵਾਲ ਇਹ ਕਿ ਕੀ ਆਖਰੀ ਜਾਂਚ ਟੀਮ ਹੋਊਗੀ, ਕਿਉਂਕਿ ਅਦਾਲਤ ਨੇ ਕਿਹਾ ਨਾ ਜਾਂਚ ਕਰੋ। ਜੇ ਆਖਰੀ ਟੀਮ ਹੋਏਗੀ ਤਾਂ ਕੀ ਉਹ ਨਿਰਪੱਖਤਾ ਦੇ ਨਾਲ ਜਾਂਚ ਤੋਂ ਬਾਅਦ ਸਜ਼ਾ ਕਿਸੇ ਨੂੰ ਮਿਲੂ, ਕਿਉਂਕਿ ਬੜੀ ਚਰਚਾ ਸੀ ਕਿ ਬੜੇ ਲੋਕ ਇਸ ਘਪਲੇ ਤੋਂ ਬਾਅਦ ਬਣ ਗਏ। ਹੁਣ ਉਹ ਘਪਲੇ ਦੇ ਵਿੱਚੋਂ ਦੋਸ਼ੀ ਕੌਣ ਨਿਕਲੂਗਾ, ਸਜ਼ਾ ਕਿਹਨੂੰ ਮਿਲੂ, ਫਿਰ ਦੇਖਦੇ ਹਾਂ। ਹਾਂ, ਨਹੀਂ ਹੋ ਸਕਦਾ ਇਸ ਗੱਲ ਤੋਂ ਆਪਣੇ ਪਰਿਵਾਰ ਦੇ ਮੈਂਬਰ ਆਖਣ ਵੀ ਯਾਰ ਇਹ ਤਾਂ ਚੱਲਦਾ ਹੀ ਰਹਿੰਦਾ, ਪਰ ਇਹ ਚੱਲਦਾ ਹੀ ਰਹਿੰਦਾ ਦਾ ਅਸਰ ਦੇਖੀ ਆਪਾਂ। ਹੁਣ ਇੰਨੇ ਸਾਲ ਹੋ ਗਏ ਇਸ ਕੰਮ ਨੂੰ ਹੋਇਆ, ਉਹ ਤੋਂ ਬਾਅਦ ਜਿਹੜੀਆਂ ਪੰਜਾਬ ਦੇ ਵਿੱਚ ਹੋਰ ਸੜਕਾਂ ਬਣਨੀਆਂ ਸੀ ਜਾਂ ਅਕਵਾਇਰ ਹੋਣੀਆਂ ਸੀ ਜਾਂ ਚੌੜੀਆਂ ਹੋਣੀਆਂ ਸੀ, ਉਹਨਾਂ ਦੇ ਲਈ ਉਹ ਜਿਹੜਾ ਮੁਆਵਜ਼ਾ ਦਿੱਤਾ ਜਾਂਦਾ ਸੀ, ਹਰ ਵਾਰ ਧਰਨੇ ਪ੍ਰਦਰਸ਼ਨ ਹੁੰਦੇ ਰਹੇ। ਹੁਣ ਜਿਹੜੀ ਇੱਕ ਵੱਖਰੀ ਤਰ੍ਹਾਂ ਦੀ ਇੱਕ ਉਹ ਜਿਹੜਾ ਐਕਸਪ੍ਰੈਸ ਵੇ ਬਣਨਾ ਜੀ ਜੰਮੂ ਕਟੜੇ ਤੱਕ ਦਿੱਲੀ ਤੋਂ ਲੈ ਕੇ, ਉਹਦੇ ਲਈ ਹਰ ਰੋਜ਼ ਉੱਥੇ ਪ੍ਰਦਰਸ਼ਨ ਹੁੰਦੇ। ਉਹ ਕਹਿੰਦੇ ਮਹਾਰਾਜ ਸਾਨੂੰ ਤੁਸੀਂ ਪੈਸੇ ਨਹੀਂ ਦਿੰਦੇ, ਜੋ ਸਾਡਾ ਬਣਦਾ ਤੁਸੀਂ ਸਾਡਾ ਬਣਦਾ ਹੱਕ ਨਹੀਂ ਦਿੰਦੇ। ਇਹ ਜਿਹੜੇ ਸਵਾਲ ਹੈ ਕੀ ਪਤਾ ਉੱਪਰ ਤੱਕ ਵੀ ਪਹੁੰਚਣ ਵੀ ਹਰੇਕ ਬੰਦਾ ਹੁਣ ਉਸ ਚੀਜ਼ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਪਿਆ ਵੀ ਮਹਾਰਾਜ ਪੰਜਾਬ ਮੇਂ ਇਹ ਹੁਆ ਥਾ ਪਹਿਲੇ, ਤਾਂ ਆਪ ਗੌਰ ਸੇ ਦੇਖ ਲੈਣਾ ਵੀ ਇੱਦਾਂ ਹੈ ਕਿ ਨਹੀਂ ਹੈ। ਹੁਣ ਤੁਸੀਂ ਇਹ ਦੇਖੋ ਵੀ ਜੇ ਉਹ ਇੱਕ ਬਹੁਤ ਛੋਟਾ ਸਪੈਨ ਸੀਗਾ, ਜਿਹੜੀ ਉਹ ਪਹਿਲੀ ਸੜਕ ਦੀ ਗੱਲ ਹੈ, ਜੇ ਉਹਦੇ 'ਚ ਇੰਨਾ ਕੁਝ ਨਿਕਲ ਸਕਦਾ, ਇਹ ਤਾਂ ਕਿੱਥੋਂ ਦਿੱਲੀ ਤੇ ਕਿੱਥੇ ਕਟੜਾ ਹੈ ਨਾ। ਹੁਣ ਉਹਦੇ ਵਿੱਚ ਕਿੰਨਾ ਕੁਝ ਹੋਏਗਾ ਵਾਧ ਕਾਟ। ਸ਼ਾਇਦ ਉਹੀ ਇੱਕ ਕਾਰਨ ਹੈ ਵੀ ਜਦੋਂ ਇੱਕ ਬੰਦਾ ਕੁਝ ਵੀ ਇਹੋ ਜਿਹਾ ਕੁਝ ਕਰ ਲੈਂਦਾ, ਉਹਦਾ ਹਰਜਾਨਾ ਲੱਖਾਂ ਲੋਕਾਂ ਨੂੰ ਭੁਗਤਣਾ ਪੈਂਦਾ ਬਾਅਦ, ਜਿਹੜੇ ਵਿਚਾਰੇ ਜੈਨੂਅਨ ਨੇ ਜੀ। ਤੇ ਬਾਕੀ ਉਹਦੇ ਵਿੱਚੋਂ ਇਹ ਵੀ ਚਰਚਾ ਚੱਲਦੀ ਸੀ ਕਿ ਉਹ ਜੇ ਘਪਲਾ ਹੋਇਆ, ਇੱਕ ਬੰਦਾ ਇਕੱਲਾ ਨਹੀਂ ਕਰ ਸਕਦਾ, ਇੱਕ ਅਫਸਰ ਇਕੱਲਾ ਨਹੀਂ ਕਰ ਸਕਦਾ, ਵੀ ਉਹਦੇ ਵਿੱਚ ਹੇਠੋਂ ਉੱਪਰ ਤੱਕ ਕਿਤੇ ਨਾ ਕਿਤੇ ਸੀਟੀ ਫਿਰ ਰਲੀ ਹੋਣੀ ਹੈ। ਜੇ ਘਪਲਾ ਹੋਇਆ, ਜੇ ਸੀਟੀ ਰਲੀ ਤਾਂ ਕਿਹਦੀ ਸੀਟੀ ਰਲੀ ਆ, ਉਹ ਬੰਦੇ ਸਾਹਮਣੇ ਆਉਣੇ ਚਾਹੀਦੇ ਆ। ਇਹ ਗੱਲ ਬੜੀ ਕਲੀਅਰ ਹੈ। ਹੁਣ ਬਿਕਰਮ ਸਿੰਘ ਮਜੀਠੀਆ ਸਾਹਿਬ ਦੀ ਗੱਲ ਕਰੀਏ। ਅਰਜ਼ੀ ਉਹਨਾਂ ਨੇ ਦਿੱਤੀ ਸੀ ਕਿ ਮੈਨੂੰ ਪਟਿਆਲੇ ਜੇਲ੍ਹ 'ਚ ਖਤਰਾ, ਮੇਰੀ ਬੈਰਕ ਤਬਦੀਲ ਕੀਤੀ ਗਈ ਹੈ। ਅਦਾਲਤ ਨੇ ਅਰਜ਼ੀ ਮਨਜ਼ੂਰ ਕੀਤੀ, ਕਹਿੰਦੇ ਜੀ ਭਲ ਕੇ ਗੱਲ ਕਰ ਲੈਂਦੇ ਹਾਂ। ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਚਰਚਾ ਦੇ ਵਿੱਚ ਬੜੇ ਰਹੇ ਪਟਿਆਲੇ ਵਾਲੇ, ਉਹਨਾਂ ਨੂੰ ਸੱਦਿਆ। ਉਹ ਕਹਿੰਦੇ ਜੀ ਬਿਲਕੁਲ ਸੁਰੱਖਿਆ ਦੇ ਪ੍ਰਬੰਧ ਪੂਰੇ ਹੈ, ਬਿਕਰਮ ਸਿੰਘ ਮਜੀਠੀਆ ਸਾਹਿਬ ਨੂੰ ਖਤਰਾ ਕੋਈ ਨਹੀਂ। ਮੈਂ ਆਪ ਦੀ ਕੁਰਸੀ ਕਹਿੰਦੇ ਉਹਨਾਂ ਦੀ ਬੈਰਕ ਦੇ ਮੂਹਰੇ ਡਾਲੀ ਨਾ ਵਾਲੀ ਗੱਲ ਆ, ਤਾਂ ਜਾਣੀ ਉਹਨਾਂ ਨੇ ਕਹਿਤਾ ਕਹਿੰਦੇ ਖਤਰੇ ਵਾਲੀ ਗੱਲ ਹੀ ਕੋਈ ਨਹੀਂ, ਜੋ ਕੁਝ ਵੀ ਕੀਤਾ ਗਿਆ ਜੇਲ੍ਹ ਦੇ ਨਿਯਮਾਂ ਦੇ ਮੁਤਾਬਕ ਕੀਤਾ ਗਿਆ। ਬੀਬੀ ਗਨੀਪ ਕੌਰ ਮਜੀਠੀਆ ਜੀ ਮਜੀਠਾ ਵਿਧਾਨ ਸਭਾ ਹਲਕੇ ਤੋਂ ਲੋਕਾਂ ਦੀਆਂ ਵੋਟਾਂ ਦੇ ਨਾਲ ਚੁਣੇ ਗਏ ਵਿਧਾਇਕਾਂ ਨੇ ਬੀਬੀ ਜੀ, ਉਹ ਵੀ ਆਏ ਸੀ, ਹਾਲਾਂਕਿ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲ ਨਹੀਂ ਕੋਈ ਕੀਤੀ। ਇੱਥੇ ਹੀ ਨਵੀਂ ਅਰਜ਼ੀ ਦੇ ਦਿੱਤੀ ਗਈ ਬਿਕਰਮ ਸਿੰਘ ਮਜੀਠੀਆ ਸਾਹਿਬ ਦੇ ਵਕੀਲ ਸਾਹਿਬ ਵੱਲੋਂ। ਉਹ ਕਹਿੰਦੇ ਨੇ ਮੈਂ ਮਜੀਠੀਆ ਸਾਹਿਬ, ਕਿਉਂਕਿ ਮੈਂ ਉਹਨਾਂ ਦਾ ਕੇਸ ਲੜ ਰਿਹਾ, ਮੈਂ ਮਿਲਣ ਗਿਆ, 8x8 ਦੀ ਬੜੀ ਇੱਕ ਛੋਟੀ ਜੀ ਬੈਰਕ ਦੇ ਵਿੱਚ ਕੋਠੜੀ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਗਿਆ, ਤੇ ਉੱਥੇ ਬਣਦਾ ਹੀ ਨਹੀਂ ਹੈ ਉਹਨਾਂ ਨੂੰ ਬੰਦ ਕਰਨਾ ਨਿਯਮ ਦੇ ਮੁਤਾਬਕ ਵੀ। ਬੜੀ ਖਸਤਾ ਹਾਲ ਹੈ ਕਹਿੰਦੇ ਜੀ ਉਹ ਕੋਠੜੀ, ਤੇ ਉਹਨਾਂ ਨੂੰ ਉੱਥੇ ਖਤਰਾ ਹੈ। ਤੇ ਮੈਂ ਕਹਿੰਦੇ ਇਹ ਵੀ ਦੇਖਦਾ ਕਿ ਇੰਨੀ ਖਸਤਾ ਹਾਲ ਹੈ ਕਿ ਉੱਥੇ ਨਹੀਂ ਕਿ ਬੰਦੇ ਰੱਖਿਆ ਜਾ ਸਕੇ ਕਿਸੇ ਨੂੰ। ਸੰਧਾਲੀਆ ਸਾਹਿਬ, ਉਹਦੇ ਤੇ ਅਦਾਲਤ ਕੀ ਫੈਸਲਾ ਲੈਂਦੀ ਹੈ, ਕੀ ਫੈਸਲਾ ਨਹੀਂ ਲੈਂਦੀ, ਸਰਕਾਰ ਕੀ ਪੱਖ ਰੱਖਦੀ ਹੈ, ਪਰ ਇੱਕ ਸਵਾਲ ਖੜਾ ਹੋ ਗਿਆ। ਇਹ ਤਾਂ ਬਿਕਰਮ ਸਿੰਘ ਮਜੀਠੀਆ ਸਾਹਿਬ ਵੱਡੇ ਲੀਡਰ ਨੇ, ਉਹਨਾਂ ਦੇ ਵਕੀਲ ਸਾਹਿਬ ਜਿਹੜੇ ਕਿ ਜ਼ਿੰਮੇਵਾਰ ਵਿਅਕਤੀ ਨੇ, ਉਹ ਕਹਿ ਰਹੇ ਨੇ ਕਿ ਭਾਈ ਉਹ ਬੈਰਕ ਕੋਈ ਰਹਿਣ ਜੋਗੀ ਥੋੜ੍ਹੀ ਹੈ, ਖਸਤਾ ਹੈ। ਹੁਣ ਆਪਾਂ ਨੂੰ ਪਤਾ ਹੈ ਕਿ ਭਾਰਤ ਦੀਆਂ ਅਦਾਲਤਾਂ ਦੇ ਵਿੱਚੋਂ 15-15 ਸਾਲ ਬਾਅਦ ਵੀ ਲੋਕ ਬਰੀ ਹੁੰਦੇ ਆ, 2-2 3-3 ਸਾਲ ਲੋਕਾਂ ਨੂੰ ਆਮ ਹੀ ਜੇਲ੍ਹ ਦੇ ਵਿੱਚ ਰਹਿਣਾ ਪੈਂਦਾ, ਤੇ ਬਾਅਦ ਵਿੱਚ ਸਾਬਿਤ ਨਹੀਂ ਹੁੰਦੇ ਦੋਸ਼। ਤੇ ਜੇ ਇੱਕ ਬੈਰਕ ਦੀ ਹਾਲਤ ਖਸਤਾ, ਤੇ ਹੋ ਸਕਦਾ ਕਿ ਹੋਰ ਜੇਲ੍ਹਾਂ ਦੇ ਵਿੱਚ ਹੋਰ ਬੈਰਕਾਂ ਦੀ ਹਾਲਤ ਵੀ ਖਸਤਾ ਹੋਵੇ, ਕਿ ਉਹ ਇੱਕ ਮਨੁੱਖ ਦੇ ਰਹਿਣ ਯੋਗ ਨਾ ਹੋਣ। ਇਸ ਕੇਸ ਦੇ ਵਿੱਚ ਫੈਸਲਾ ਕੀ ਹੁੰਦਾ, ਮਜੀਠੀਆ ਸਾਹਿਬ ਦੇ ਮੁਤਾਬਕ ਹੁੰਦਾ, ਉਹਨਾਂ ਦੀ ਅਰਜ਼ੀ ਦੇ ਮੁਤਾਬਕ ਹੁੰਦਾ। ਉਹ ਕਹਿੰਦੇ ਜੀ ਵਕੀਲ ਸਾਹਿਬ ਕਹਿੰਦੇ ਕਈਆਂ ਲੈ ਕੇ ਤੁਰੇ ਫਿਰਦੇ ਕਈ ਬੰਦੇ ਉੱਥੇ ਖੁੱਲ੍ਹੇ ਆਮ, ਜਾਣੀ ਉਹਨਾਂ ਨੇ ਕਿ ਖਤਰਾ ਤਾਂ ਹੈਗਾ। ਉਹਦੇ ਤੇ ਫੈਸਲਾ ਕੀ ਹੁੰਦਾ ਇੱਕ ਵੱਖਰੀ ਗੱਲ ਹੈ, ਪਰ ਕਿਤੇ ਨਾ ਕਿਤੇ ਕਿਉਂਕਿ ਸੁਧਾਰ ਘਰ, ਤੁਸੀਂ ਪਿਛਲੇ ਦਿਨੀ ਕਿਹਾ ਸੀ ਕਿ ਸੁਧਾਰ ਘਰ ਲਿਖਿਆ ਹੁੰਦਾ, ਉਹ ਸੁਧਾਰ ਘਰ ਦੇ ਵਿੱਚ ਕੀ ਆਮ ਕੈਦੀਆਂ ਤੇ ਹਵਾਲਾਤੀਆਂ ਦੇ ਰਹਿਣ ਯੋਗ ਹਾਲਾਤ ਨੇ, ਜਿਹੜੇ ਆਸ਼ੇ ਉਦੇਸ਼ਾਂ ਦੇ ਨਾਲ ਜੇਲ੍ਹ ਦੀ ਜਗ੍ਹਾ ਦੇ ਉੱਤੇ ਸੁਧਾਰ ਘਰ ਲਿਖਿਆ ਗਿਆ ਕਿ ਸੱਚੀ ਸੁਧਾਰ ਕਰਨ ਦੇ ਮਾਹੌਲ ਨੂੰ ਉੱਥੇ ਤਿਆਰ ਵੀ ਕੀਤਾ ਗਿਆ। ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਨਹੀਂ, ਮਤਲਬ ਜਿਹੜੀ ਚੀਜ਼ ਜੇਲ੍ਹ 'ਚ ਸੁਧਾਰਨ ਵਾਲੀ ਪਹਿਲਾਂ ਉਹਨੂੰ ਸੁਧਾਰ ਲਿਆ ਜਾਵੇ, ਪਹਿਲਾਂ ਇਨਫਰਾਸਟ੍ਰਕਚਰ ਜਿਹੜਾ ਉਹ ਸੁਧਾਰ ਲਿਆ ਜਾਵੇ, ਵੀ ਬੰਦੇ ਵੀ ਸੁਧਰ ਜਾਣਗੇ। ਚਲੋ ਹੌਲੀ ਹੌਲੀ ਸੁਧਾਰ ਵਾਲੇ ਪਾਸੇ ਤੁਰੇ ਆ, ਤੇ ਇਸੇ ਸੁਧਾਰ ਦੇ ਲਈ ਹੁਣ ਆਸ ਕੀਤੀ ਜੀ
ਢਾਲੀਵਾਲ ਸਾਹਿਬ ਨੇ, ਕਿਉਂਕਿ NRIਆਂ ਦਾ ਮਹਿਕਮਾ ਵੀ ਉਹਨਾਂ ਦੇ ਕੋਲ ਆ, ਤੇ ਵੀਡੀਓ ਜਾਰੀ ਕਰਕੇ ਉਹਨਾਂ ਨੇ ਬੇਨਤੀ ਕੀਤੀ। ਉਹ ਕਹਿੰਦੇ ਵੀ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ, ਤੇ ਇਸ ਕਰਕੇ NRI ਜਿਹੜੇ ਨੇ ਉਹਨਾਂ ਦੀ ਸਾਨੂੰ ਬਹੁਤ ਲੋੜ ਹੈ ਵੀ ਉਹ ਇੱਕ ਵਾਰ ਦੁਬਾਰਾ ਪੰਜਾਬ ਨੂੰ ਸਪੋਰਟ ਕਰਨ। ਫਿਰ ਉਹਨਾਂ ਨੇ ਇਹ ਵੀ ਕਿਹਾ, ਉਹ ਕਹਿੰਦੇ ਵੀ 2 ਹਫ਼ਤੇ ਦੇ ਵਿੱਚ ਸਾਰੀ ਪਾਲਿਸੀ ਐਨ ਅਫਸਰਾਨਾਂ ਨੂੰ ਮੈਂ ਕਹਿ ਦਿੱਤਾ, ਉਹਨਾਂ ਨੇ ਐਨ ਚਿੱਟਿਆਂ ਕਾਗਜ਼ਾਂ ਦੇ ਉੱਪਰ ਝਰੀਟ ਕੇ ਕੱਲੀ ਚੀਜ਼ ਦੱਸ ਦੇਣੀ ਆ, ਤਾਂ ਜੋ ਰੋਡ ਮੈਪ ਆਪਣੇ ਕੋਲ ਹੋਵੇ ਵੀ ਕਿੱਥੇ NRIs ਨੂੰ ਮੁਸ਼ਕਿਲ ਆਉਂਦੀ, ਉੱਥੇ ਪੰਜਾਬ ਸਰਕਾਰ ਕੀ ਕਰੂਗੀ, ਕਿੱਥੇ ਪੰਜਾਬ ਸਰਕਾਰ ਦੀ NRIs ਮਦਦ ਕਰ ਸਕਦੇ ਤੇ ਉਹ ਸਾਡੀ ਮਦਦ ਕਰਨ, ਤੇ ਦਿਲ ਖੋਲ੍ਹ ਕੇ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ। ਸੰਧਾਲੀਆ ਸਾਹਿਬ ਦੇਖੋ, ਇੱਕ ਗੱਲ ਤਾਂ ਪੱਕੀ ਹੈ ਕਿ ਜਿਹੜਾ ਬੰਦਾ ਪੁਰਾਣਾ ਵਿਦੇਸ਼ 'ਚ ਆਇਆ, ਜਿਹਨੇ ਪਹਿਲਾਂ 20-25 ਸਾਲ ਹੱਡ ਭੰਨਵੀਂ ਮਿਹਨਤ ਕੀਤੀ, ਇੱਥੇ ਘਰ ਘਾਟ ਬਣਾਇਆ, ਕੰਮਕਾਰ ਸੈੱਟ ਕੀਤੇ, 20-25 ਸਾਲ ਉਹਨਾਂ ਦੇ ਵਿਦੇਸ਼ਾਂ 'ਚ ਰਹਿੰਦਿਆਂ ਦੇ ਬੀਤਦੇ ਆ, ਪਰ ਦਿਲ ਉੱਥੇ ਧੜਕਦਾ ਹੁੰਦਾ ਪੰਜਾਬ 'ਚ। ਉਹੀ ਕੋਠਾ, ਉਹੀ ਹਵੇਲੀ, ਉਹੀ ਵਿਹੜਾ, ਉਹੀ ਚੁੱਲ੍ਹਾ, ਉਹੀ ਰੋਟੀ, ਉਹੀ ਸਾਗ ਉਹਨਾਂ ਨੂੰ ਚੇਤੇ ਆਉਂਦਾ ਹੈ। ਕੋਈ ਮੰਨੇ ਨਾ ਮੰਨੇ, ਇਹ ਗੱਲ ਆਮ ਹੀ ਹੈ। ਤੇ ਉਹਨਾਂ ਦੇ ਮਨ 'ਚ ਇਹ ਵੀ ਹੁੰਦਾ ਕਿ ਮੈਂ ਪਿੰਡ ਲਈ ਕੁਛ ਕਰਨਾ, ਜਿੱਥੇ ਮੈਂ ਪੜ੍ਹਿਆ, ਜਿੱਥੇ ਮੈਂ ਘੁੰਮਿਆ, ਕਿ ਮੇਰੇ ਤੋਂ ਕੁਛ ਕਰਾ ਲਓ। ਪਰ ਪਿਛਲੇ ਸਮੇਂ ਦੇ ਵਿੱਚ ਜਿਸ ਤਰੀਕੇ NRIs ਦੀਆਂ ਜ਼ਮੀਨਾਂ 'ਤੇ ਕਬਜ਼ੇ ਹੋਏ, ਜਿਸ ਤਰੀਕੇ ਉਹਨਾਂ ਦੀਆਂ ਕੋਠੀਆਂ 'ਤੇ ਕਬਜ਼ੇ ਹੋਏ, ਜਿਸ ਤਰੀਕੇ ਉਹਨਾਂ ਦੀ ਬਣਾਈ ਗਈ ਪ੍ਰੋਪਰਟੀ, ਕਿਸੇ ਨੇ ਦੁਕਾਨ ਨਹੀਂ ਛੱਡੀ, ਕਿਸੇ ਨੇ ਪਲਾਟ ਨਹੀਂ ਛੱਡਿਆ, ਤੇ ਕਈਆਂ ਦੇ ਵੀ ਧਮਕੀਆਂ ਮਿਲਦੀਆਂ, ਕੋਈ ਗੱਲ ਨਹੀਂ ਆ ਜਾ ਇੱਧਰ ਕਿਸੇ ਕੇਸ ਫਸਾ ਕੇ ਪਾਸਪੋਰਟ ਤੇਰਾ ਜਦੋਂ ਜਮ੍ਹਾਂ ਕਰਾਇਆ ਅਦਾਲਤ 'ਚ ਧੱਕੇ ਖਾਊਂਗਾ ਇੱਥੇ, ਤੈਨੂੰ ਫੇਰ ਪਤਾ ਲੱਗੂ। ਸਾਰਿਆਂ ਨਾਲ ਨਹੀਂ, ਕੁਝ ਕੁ ਨਾ ਇੱਦਾਂ ਹੋਈ, ਉਹਦਾ ਡਰ ਪੈ ਫੈਲਿਆ। ਫਿਰ ਬਹੁਤ ਚੰਗੀ ਗੱਲ ਹੈ, ਕੁਲਦੀਪ ਸਿੰਘ ਢਾਲੀਵਾਲ ਸਾਹਿਬ ਦੇ ਕੋਲੇ NRI ਅਫੇਅਰਸ ਦਾ, ਪ੍ਰਵਾਸੀ ਭਾਰਤੀਆਂ ਬਾਰੇ ਮੰਤਰਾਲੇ ਦਾ ਚਾਰਜ ਹੈ, ਕੈਬਨਿਟ ਮਿਨਿਸਟਰ ਨੇ। ਉਹ ਕਹਿੰਦੇ ਜੀ ਅਧਿਕਾਰੀਆਂ ਨਾਲ ਗੱਲ ਕੀਤੀ ਆ, 15 ਦਿਨਾਂ ਦੀ ਨੀਤੀ ਬਣਾ ਲਈ। ਢਾਲੀਵਾਲ ਸਾਹਿਬ ਮਹੀਨਾ ਲਓ। ਮੈਨੂੰ ਯਾਦ ਹੈ ਪੰਜਾਬ 'ਚ ਇੱਕ ਸਰਕਾਰ ਨੇ ਇਹ ਕਿਹਾ ਸੀ, ਐਲਾਨ ਕੀਤਾ ਸੀ ਕਿ NRIs ਜੇ ਚਾਹਣਗੇ ਸਕੂਲਾਂ ਦੇ ਵਿੱਚ ਯੋਗਦਾਨ ਦੇਣਗੇ ਸਿੱਖਿਆ ਦੇ ਪੱਖ ਤੋਂ, ਤਾਂ ਅਸੀਂ ਸਕੂਲ ਦਾ ਨਾਮ ਉਹਨਾਂ ਦੇ ਬਜ਼ੁਰਗਾਂ ਦੇ ਜਾਂ ਉਹਨਾਂ ਦੇ ਕਿਸੇ ਪਰਿਵਾਰ ਦੇ ਮੈਂਬਰ ਦੇ ਨਾਂ 'ਤੇ ਰੱਖ ਦਿਆਂਗੇ, ਤਾਂ ਜੋ ਉਹਨਾਂ ਨੂੰ ਬੜਾ ਜਿਹਾ ਮਾਣ ਮਹਿਸੂਸ ਹੋਊਗਾ ਹੁੰਦਾ। ਬੜੀ ਚੰਗੀ ਸਕੀਮ ਸੀ। ਸਾਨੂੰ ਸਕੂਲਾਂ 'ਚ ਕਮਰੇ ਚਾਹੀਦੇ ਆ, ਸਾਨੂੰ ਸਕੂਲਾਂ 'ਚ ਕੰਪਿਊਟਰ ਚਾਹੀਦੇ ਆ, ਸਕਰੀਨਾਂ ਚਾਹੀਦੀਆਂ, ਆਧੁਨਿਕ ਤਕਨੀਕ ਚਾਹੀਦੀ ਹੈ, ਚੰਗਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਚਾਹੀਦਾ, ਵਧੀਆ ਲਾਇਬ੍ਰੇਰੀ ਚਾਹੀਦੀ, ਵਧੀਆ ਲੈਬੋਰਟਰੀ ਚਾਹੀਦੀ ਹੈ। ਪਰ ਅੱਜ ਉਹ ਸਕੀਮ ਕਿੱਥੇ ਹੈ? ਜਾਣੀ ਇੱਕ ਲੋਹੇ ਦੇ ਬੋਰਡ ਦੇ ਉੱਤੇ ਨਾਂ ਲਿਖ ਵੀ ਦਿੱਤਾ ਕਿ ਫਲਾਨਾ ਸਿੰਘ ਯਾਦਗਾਰੀ ਸਕੂਲ, ਰੰਗ ਲਿੱਥ ਗਿਆ, ਜੰਗ ਲੱਗ ਗਿਆ, ਬੋਰਡ ਟੁੱਟ ਗਿਆ, ਮੁੜ ਕੇ ਕਿੱਥੇ ਗਈ? ਨੀਤੀ ਬਣਾਓ, ਪਰ ਐਸੀ ਠੋਕ ਵਜਾ ਕੇ ਬਣਾਓ। ਉਹਨਾਂ ਨੇ ਕਿਹਾ ਜੀ ਛੱਪੜ ਸਾਫ਼ ਕਰਨ ਦੀ ਸਕੀਮ ਵੀ ਹੋ ਸਕਦੀ ਹੈ, ਪਿੰਡ ਦੇ ਵਿੱਚ ਪੀਣ ਵਾਲੇ ਪਾਣੀ, ਸ਼ੁੱਧ ਪਾਣੀ ਦੀ ਉਪਲਬਧਤਾ ਦੀ ਸਕੀਮ ਹੋ ਸਕਦੀ ਹੈ, ਜਿਮ ਦੀ ਸਕੀਮ ਹੋ ਸਕਦੀ, ਲਾਇਬ੍ਰੇਰੀ ਦੀ ਹੋ ਸਕਦੀ ਹੈ, ਤੁਹਾਡੇ ਕੋਲੇ ਜਿਹੜਾ ਪਿੰਡ ਦੇ ਵਿੱਚ ਬਣਾਉਣਾ ਹੈ ਆਪਾਂ ਸਟੇਡੀਅਮ, ਉਹਦੀ ਸਕੀਮ ਹੋ ਸਕਦੀ ਹੈ ਕਿ ਤੁਸੀਂ ਯੋਗਦਾਨ ਦਿਓ। ਬਹੁਤ ਵਧੀਆ ਗੱਲ ਹੈ। ਛੱਪੜ ਸਾਫ਼ ਕਰਾ ਦੇਣਗੇ NRI, ਉਹਨਾਂ ਨੂੰ ਯਕੀਨ, ਉਹਨਾਂ ਨੂੰ ਵਿਸ਼ਵਾਸ ਬਹਾਲ ਕਰਾਓ ਕਿ ਭਾਈ ਇੱਕ ਵਾਰੀ ਤਾਂ ਕਰਾ ਦੇਣਗੇ ਕਿ ਮੁੜ ਕੇ ਗੰਦਾ ਨਹੀਂ ਹੋਊਗਾ। ਉਹ ਸਟੇਡੀਅਮ ਤਾਂ ਬਣਾ ਦੇਣਗੇ, ਪਰ ਉਹਦੇ ਵਿੱਚ ਘਾਹ ਨਹੀਂ ਉੱਗਿਆ ਰਹੂਗਾ, ਉਹਦਾ ਰੱਖ ਰਖਾਵ ਵੀ ਤਾਂ ਕਿਸੇ ਨੇ ਕਰਨਾ ਨਾ। ਜਾਂ ਉਹ ਸਕੂਲ ਦੇ ਵਿੱਚ ਲਾਇਬ੍ਰੇਰੀ ਬਣਾ ਦੇਣਗੇ, ਇਹ ਨਾ ਹੋਵੇ ਕਿ ਮੁੜ ਕੇ ਕਿਤਾਬਾਂ ਜਿਹੜੀਆਂ ਨੇ ਉੱਥੇ ਕੋਈ ਭੇਜੇ ਹੀ ਨਾ, ਜਾਂ ਕਿਤਾਬਾਂ ਨੂੰ ਕੋਈ ਧੁੱਪ ਨਾ ਲਵਾਵੇ। ਜਾਣੀ ਕਿ NRIs ਕੰਮ ਕਰਨ ਨੂੰ ਤਿਆਰ ਨੇ। 1 ਸਟੈਪ ਪਾਲਿਸੀ ਉਹਨਾਂ ਨੇ ਕਿਹਾ ਜੀ ਇੱਕੋ ਹੀ ਜਗ੍ਹਾ ਦੇ ਉੱਤੇ ਸਾਰਾ ਕੁਝ ਹੋ ਜੂ, ਕੋਈ ਗੱਲ ਹੀ ਨਹੀਂ, NRI ਅੱਗੇ ਆਉਣ ਬਸ। ਉਹ ਸਾਰਾ ਕੁਝ ਠੀਕ ਆ, ਪਰ ਉਹਦੀ ਕੰਟੀਨਿਊਟੀ, ਉਹਦੀ ਲਗਾਤਾਰਤਾ, ਉਹਦੀ ਨਿਰੰਤਰਤਾ, ਤੇ ਸਭ ਤੋਂ ਵੱਡੀ ਗੱਲ ਕਿ ਉਹਦੇ ਤੋਂ ਕੋਈ ਸਿਆਸੀ ਲਾਹਾ ਨਹੀਂ ਲਊਗਾ, ਤੇ ਸਿਆਸੀ ਤੌਰ ਤੇ ਔਕੜ ਕੋਈ ਨਹੀਂ ਆਊਗੀ। ਯਕੀਨ ਦਵਾ ਦਿਓ, ਤੁਹਾਨੂੰ ਹਾਕ ਮਾਰਨ ਦੀ ਲੋੜ ਨਹੀਂ, ਇਹਨਾਂ ਨੇ ਆਪੇ ਭੱਜੇ ਜਾਣਾ। ਇੱਕ ਮੈਂ ਬੇਨਤੀ ਕਰਾਂ, ਢਾਲੀਵਾਲ ਸਾਹਿਬ ਕਿਉਂਕਿ ਖੁਦ NRI ਰਹੇ ਆ, ਉਹਨਾਂ ਨੂੰ ਪਤਾ। ਮੈਨੂੰ ਲੱਗਦਾ ਹੁੰਦਾ ਵੀ ਇੱਕ ਵੇਲਾ ਆ ਗਿਆ ਜਦੋਂ ਪੰਜਾਬ ਦੇ ਵਿੱਚ NRI ਮੰਤਰਾਲਾ ਜਾਂ ਉਹਦੇ ਚੋਂ 2-4 ਅਫਸਰ ਇੱਧਰ ਉੱਧਰ ਲਾ ਕੇ ਤੇ ਇੱਕ ਕਮਰੇ ਨੂੰ ਰੰਗ ਕਰਕੇ ਤੇ ਇੱਕ 250 ਵਾਲਾ ਫਲੈਕਸ ਕੱਢ ਕੇ ਤੇ ਵੱਖਰਾ NRI ਵਿੰਗ ਲਿਖ ਕੇ 2 ਕੁਰਸੀਆਂ ਟੇਬਲ ਲਾ ਕੇ ਮਸਲਾ ਹੱਲ ਨਹੀਂ ਹੋਣਾ ਜੀ। ਕਿਉਂਕਿ ਪਹਿਲਾਂ ਜਦੋਂ ਚਰਚਾ ਚੱਲੀ ਸੀ ਉਦੋਂ ਪੰਜਾਬ ਦੇ ਵਿੱਚ ਬਹੁਤ ਘੱਟ NRI ਹੁੰਦੇ ਸੀ। ਅੱਜ ਦੀ ਡੇਟ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਅੱਜ ਹਰੇਕ ਪਿੰਡ ਦੇ ਤੁਸੀਂ ਹਰੇਕ ਦੂਜੇ ਘਰ ਚੋਂ ਦੇਖ ਲਓ, ਇੱਕ ਤੇ ਹੋ ਗਏ ਵੀ ਉਹ NRI ਜਿਹੜੇ ਤੁਹਾਨੂੰ ਲੱਗਦਾ ਵੀ ਹਾਂ ਪੁਰਾਣੇ ਗਏ, ਇੱਕ ਉਹ NRI ਜਿਹੜਾ ਕਹਿੰਦਾ ਵੀ ਕਾਕਾ ਤੂੰ +2 ਕੀਤੀ ਹੈ ਤੇ ਤੂੰ ਜਾਣਾ। ਤੁਸੀਂ ਦੇਖੋ ਵੀ ਆਇਲ ਸੈਂਟਰ ਖੁੱਲ੍ਹੇ, ਉਸ ਤੋਂ ਬਾਅਦ ਬਹੁਤ ਸਾਰੇ ਲੋਕ ਨੇ ਜਿਹੜੇ ਵਿਦੇਸ਼ ਭੇਜਣ ਦਾ ਕੰਮ ਕਾਰੋਬਾਰ ਕਰਦੇ ਆ। ਇਹਦਾ ਮਤਲਬ ਇਹ ਹੋ ਗਿਆ ਵੀ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਗਿਣਤੀ, ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਹੁਣ ਬਾਹਰ ਨੇ, ਤੇ ਕਿਉਂ ਨਾ ਉਹਨਾਂ ਸਾਰੇ ਕੁਝ ਦੇ ਲਈ ਤੁਸੀਂ ਇੱਕ ਵੱਖਰਾ ਡਿਪਾਰਟਮੈਂਟ ਬਣਾ ਲਓ ਆਪਣੇ ਮੰਤਰਾਲੇ ਦੇ ਅੰਦਰ ਵੀ ਆਹ ਭਾਈ ਸਾਹਿਬ ਡਿਸਟ੍ਰਿਕਟ ਲੈਵਲ ਦੇ ਉੱਪਰ ਜਾਂ ਤਹਿਸੀਲ ਲੈਵਲ ਦੇ ਉੱਪਰ ਇਸੇ ਵਿੰਗ ਦਾ ਇੱਕ ਦਫ਼ਤਰ ਆ, ਉਹਦਾ ਇੱਕ ਨੰਬਰ ਹੋਵੇ, ਉਹਦੇ ਨਾਲ ਜਿਹੜਾ ਸੰਪਰਕ ਹੋਣਾ ਵੀ ਆਹ ਜੀ ਇਸ ਤਹਿਸੀਲ ਦਾ, ਇਸ ਤਹਿਸੀਲ ਦੇ ਸਾਰੇ ਪਿੰਡਾਂ ਦੇ ਲਈ ਆਹ ਨੰਬਰ ਹੈ ਵੀ ਜੇ ਤੁਹਾਨੂੰ ਕੋਈ ਲੱਗਦਾ ਤਾਂ ਤੁਸੀਂ ਇਸ ਦਫ਼ਤਰ ਨਾਲ ਸੰਪਰਕ ਕਰਨਾ। ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਜਿਹੜਾ ਬੰਦਾ ਬਾਹਰ ਬੈਠਾ ਉਹਨੇ 1-2 ਵਾਰ ਚੈੱਕ ਕਰਕੇ ਦੇਖਣਾ। ਜੇ ਆਪਣੇ ਪੰਜਾਬੀ ਨੂੰ ਆਦਤ ਹੁੰਦੀ ਨਾ ਵੀ ਜੇ ਆਪਾਂ ਮਿੱਠਾ ਲੈਣ ਗਏ ਤਾਂ ਬਰਫੀ ਥੋੜ੍ਹੀ ਜਿਹੀ ਚੈੱਕ ਕਰਨੀ ਹੈ, ਜੇ ਕਿਤੇ ਕੋਈ ਤਾਰ ਤੂਰ ਹਿਲਾਉਣੀ ਤਾਂ ਪਹਿਲਾਂ ਮਾੜਾ ਜਿਹਾ ਉਂਗਲ ਲਾ ਕੇ ਕਰੰਟ ਤਾਂ ਨਹੀਂ ਮਾਰਦੀ। ਉੱਦਾਂ ਹੀ NRI ਇਹ ਨਹੀਂ ਆਇਆ ਵੀ ਹੁਣ ਜੇ ਆਪਾਂ ਢਾਲੀਵਾਲ ਸਾਹਿਬ ਕਹਿਣ ਵੀ ਆ ਜਾਓ ਅਤੇ ਸਵੇਰੇ ਇੱਥੋਂ ਟਿਕਟਾਂ ਕਰਾ ਕੇ ਚਲੋ ਬਈ ਪੰਜਾਬ ਨੂੰ, ਇੱਦਾਂ ਕਿਸੇ ਨਹੀਂ ਜਾਣਾ। ਹਰੇਕ ਨੇ ਪਹਿਲਾਂ ਚੈੱਕ ਕਰਨਾ ਜੀ ਵੀ ਵੀਰ ਮੇਰੇ ਉੱਥੇ ਹੁਣ ਜਾ ਕੇ ਵੇਖੋ NRI ਨਾਲ ਬਿਹੇਵ ਕਿੱਦਾਂ ਦਾ ਹੁੰਦਾ, ਵੀ ਜੇ ਕੋਈ ਕੰਮ ਆ ਤਾਂ ਅਗਲਾ ਇਹ ਤਾਂ ਨਹੀਂ ਕਹਿੰਦਾ ਵੀ ਪਤਾ ਕਰੋ ਕਿੱਥੋਂ ਆਇਆ, ਫਿਰ ਉਸ ਹਿਸਾਬ ਨਾਲ ਰੇਟ ਲਾਈ ਇਹਨੂੰ।
ਜੇ ਅਗਲਿਆਂ ਨੂੰ 2 4 6 ਮਹੀਨਿਆਂ ਦੇ ਵਿੱਚ ਉਹ ਵਿਸ਼ਵਾਸ ਵੱਜ ਗਿਆ ਵੀ ਨਹੀਂ ਯਾਰ ਹੁਣ ਤੇ ਸਾਡੀ ਸੁਣਵਾਈ ਹੈ, ਜੇ ਕੋਈ ਗੱਲ ਹੋਵੇ ਤਾਂ ਆਪਾਂ ਫਲਾਣੇ ਥਾਂ ਦੇ ਉੱਪਰ ਨੰਬਰ ਕਰਨਾ, ਉੱਥੇ ਫੋਨ ਕਰਨਾ, ਆਪਣਾ ਮਸਲਾ ਹੱਲ ਹੋ ਜਾਣਾ। ਫਿਰ ਜਦੋਂ ਆਉਣ ਜਾਣ ਲੱਗ ਪਏ ਨਾ, ਉਹਨਾਂ ਨੇ ਮਸਲੇ ਵੀ ਆਪੇ ਲੱਭ ਲੈਣੇ ਆ, ਉਹਨਾਂ ਨੇ ਪੈਸੇ ਲਾਉਣ ਲਈ ਥਾਂ ਵੀ ਲੱਭ ਲੈਣੀ। ਤੇ ਜਦੋਂ ਉਹਨਾਂ ਦਾ ਗੇੜਾ ਵੱਜਣ ਲੱਗ ਪਿਆ, ਜਿਹੜੀ ਮੁਸ਼ਕਿਲ ਤੁਸੀਂ ਕਹਿੰਦੇ ਸੀ ਵੀ ਹਾਂਜੀ ਇੱਕ ਵਾਰ ਪੈਸੇ ਲਾ ਕੇ ਮੁੜ ਕੇ ਉਹਦਾ ਕੋਈ ਪਤਾ ਹੀ ਨਹੀਂ ਲੈਂਦਾ, ਜੇ ਅਗਲਾ ਆਪ ਹੀ ਆਉਣ ਜਾਣ ਲੱਗ ਪਿਆ ਤਾਂ ਉਹਨੇ ਆਪੇ ਹੀ ਮਸਲੇ ਹੱਲ ਕਰ ਲੈਣੇ। ਸੰਧਾਲੀਆ ਸਾਹਿਬ ਗੱਲ ਤੁਹਾਡੀ ਠੀਕ ਹੈ, ਬਸ ਉਹਦੀ ਆਉਣ ਜਾਣ ਬਣ ਜਾਵੇ। ਤੇ ਇੱਕ ਧਾਲੀਵਾਲ ਸਾਹਿਬ ਜੇ ਹੋ ਸਕੇ, ਬਹੁਤ ਸਾਰੇ NRIs ਨੇ ਜਿਨ੍ਹਾਂ ਦੇ ਕੇਸ ਫਸੇ ਪਏ ਆ, ਉੱਥੇ ਮੁਕੱਦਮੇ ਫਸੇ ਪਏ ਆ, ਕੋਈ ਜ਼ਮੀਨ ਦਾ ਮਸਲਾ ਹੈ, ਕੋਈ ਬੈਂਕ ਦਾ ਮਸਲਾ ਹੈ, ਕਿਸੇ ਦਾ ਡਾਕਖਾਨੇ 'ਚ ਕੰਮ ਹੈ, ਕਿਸੇ ਦੇ ਕਾਗਜ਼ ਪੱਤਰ ਦਾ ਕੋਈ ਕੰਮ ਹੈ, ਧੱਕੇ ਖਾਂਦੇ ਆ ਜਾ ਕੇ, ਗੱਲ ਨਹੀਂ ਕੋਈ ਸੁਣਦਾ। ਆ ਪਿਛਲੇ ਦਿਨੀ ਇੱਕ NRI ਜਿਹੜੇ ਆ, ਮੇਰਾ ਖਿਆਲ ਆ ਕਿ ਉਹ ਕਿਸੇ ਕੋਠੀ ਦੇ ਮੂਹਰੇ ਮੈਂ ਧਰਨਾ ਦਿੰਦੇ ਦੀ ਖਬਰ ਮੇਰੇ ਜ਼ਿਹਨ 'ਚ ਮਾੜੀ ਜਿਹੀ ਹੈਗੀ ਆ, ਸਭ ਬਹੁਤ ਕੁਝ ਕਲੀਅਰ ਨਹੀਂ। 24 ਘੰਟੇ ਦੀ ਹੈਲਪਲਾਈਨ ਜ਼ਰੂਰੀ ਹੈ। NRI ਨੇ ਅੱਧੀ ਰਾਤ ਨੂੰ ਉਤਰਨਾ ਹੈ ਏਅਰਪੋਰਟ 'ਤੇ, ਉੱਥੇ ਕੋਈ ਦਿੱਕਤ ਆ ਜਾਵੇ, ਰਾਹ 'ਚ ਆਉਂਦਿਆਂ ਕੋਈ ਦਿੱਕਤ ਆ ਜਾਵੇ, ਦੇਖੋ ਚਾਹੇ 2-2 ਬੰਦੇ ਹੀ ਰੱਖੋ ਤੇ 6 ਬੰਦਿਆਂ ਦੀ ਸ਼ਿਫਟ ਹੋਵੇ, 8-8 ਘੰਟੇ 2-2 ਬੰਦੇ ਹੁਣ ਟੈਲੀਫੋਨ 'ਤੇ, ਕਿਉਂਕਿ ਸਾਰੀ ਦਿਹਾੜੀ ਨਹੀਂ ਖੜਕਦਾ ਰਹਿਣਾ। ਪਹਿਲੇ 5-4 ਮਹੀਨੇ ਕੰਮ ਪੈਣਾ ਜ਼ਿਆਦਾ, ਜਦੋਂ ਤੁਸੀਂ ਕੱਢ ਦਿੱਤੇ ਕੰਮ ਬਹੁਤੇ। NRIs ਨੂੰ ਇਹ ਨਾ ਹੋਵੇ, NRI ਸਭਾ ਬਣੀ ਸੀ, ਬੜੀ ਵਧੀਆ ਚੱਲੀ, ਕਿ ਜੇ NRI ਉੱਥੇ ਸ਼ਿਕਾਇਤ ਭੇਜਣ, ਉਹਦੇ ਤੋਂ ਬਾਅਦ ਸਾਰਾ ਕੰਮ ਕਰ ਹੋਊਗਾ, ਉਹਦੀ ਇਲੈਕਸ਼ਨ ਹੀ ਨਾ ਹੋਈ ਮੁੜ ਕੇ, ਉਹ ਅਫਸਰਸ਼ਾਹੀ ਦੇ ਵੱਸ ਪੈ ਗਿਆ ਕੰਮ। ਇੱਦਾਂ ਨਾ ਹੋਵੇ। NRIs ਨੂੰ ਪਤਾ ਹੋਵੇ ਕਿ ਭਾਈ ਆ ਸਰਕਾਰ ਨੇ ਕੰਮ ਕੀਤਾ, ਮੈਂ ਇੱਥੇ ਜਾਣਾ, ਮੈਨੂੰ ਕੋਈ ਦਿੱਕਤ ਆ ਗਈ, ਮੈਂ 2 ਮਹੀਨੇ ਧੱਕੇ ਨਹੀਂ ਖਾਣੇ, ਮੈਨੂੰ 4-5 ਵਾਰੀ ਖੱਜਲ ਖਰਾਬ ਕਰਕੇ ਕਿਸੇ ਨੇ ਨੋਟਾਂ ਦੀ ਥਈ ਨਹੀਂ ਮੇਰੇ ਤੋਂ ਲੈਣੀ, ਫਿਰ ਕੰਮ ਨਹੀਂ ਕਰਨਾ। ਜੇ ਤਾਂ ਇਹ ਸਾਰਾ ਕੁਝ ਹੋ ਗਿਆ, ਸਤਿਕਾਰ ਉਹਨਾਂ ਨੂੰ ਮਿਲਣ ਲੱਗ ਪਿਆ, ਉਹਨਾਂ ਦੇ ਪਿਛਲੇ ਮਸਲੇ ਜਿਹੜੇ ਜਾਇਜ਼ ਨੇ, ਜੈਨੂਅਨ ਨੇ, ਜੇ ਤੋਂ ਹੱਲ ਹੋਣ ਲੱਗ ਪਿਆ, ਠੀਕ ਹੈ। ਨਹੀਂ ਤਾਂ ਫਿਰ ਆਪਾਂ ਨੂੰ ਪਤਾ ਹੀ ਹੈ, ਇੱਥੇ ਸੰਮੇਲਨ ਵੀ ਹੁੰਦੇ ਰਿਹਾ, ਇੱਥੇ ਬਹੁਤ ਕੁਝ ਹੁੰਦਾ ਰਿਹਾ, ਪਰ ਇੱਕ ਚੀਜ਼ ਨਹੀਂ ਬਹਾਲ ਹੋ ਸਕੀ ਜਿਹਨੂੰ ਭਰੋਸਾ ਕਹਿੰਦੇ ਆ। ਬਸ ਉਹ ਹੋ ਗਿਆ। ਜੇ ਇੱਕ ਨਾਲ ਮੈਨੂੰ ਪਤਾ ਲੱਗਾ ਵੀ ਇਹ ਤਾਰ ਕਰੰਟ ਨਹੀਂ ਮਾਰਦੀ, ਮਿੱਠਾ ਬਰਫੀ 'ਚ ਠੀਕ ਆ ਵੀ ਜੇ ਮੈਂ ਹੁਣ ਉੱਥੇ ਜਾਣਾ, ਮੈਂ ਇੱਕ ਫੋਨ ਕਰਦਾ ਤੇ ਅਗਲੇ ਗੱਲ ਸੁਣਦੇ ਆ, ਅਗਲਾ ਕੰਮ ਉਹਨਾਂ ਆਪੇ ਹੀ ਚੁੱਕ ਲੈਣਾ, ਉਹਨਾਂ ਬੰਦੇ ਵੀ ਲੱਭ ਲੈਣੇ ਵੀ ਕਿੱਥੇ ਕੰਮ ਕਰਨ ਦੀ ਲੋੜ ਆ। ਤੇ ਹੋ ਸਕਦਾ ਧਾਲੀਵਾਲ ਸਾਹਿਬ ਖੁਦ ਕਹਿਣ ਵੀ ਯਾਰ ਪਤਾ ਨਹੀਂ ਰੋਜ਼ ਹੀ ਮੈਨੂੰ NRI ਮਿਲਣ ਆ ਜਾਂਦੇ ਆ, ਕੋਈ ਇੰਨੇ ਪੈਸੇ ਦੇ ਜਾਂਦੇ, ਕੋਈ ਇੰਨੇ ਪੈਸੇ ਦੇ ਜਾਂਦੇ। ਉਹ ਕਰਨਗੇ ਤਾਂ, ਕਿਉਂਕਿ ਆਪਾਂ ਇੱਥੇ ਦੇਖਦੇ ਹਾਂ ਕਰਨਾ ਹਰੇਕ ਚਾਹੁੰਦਾ, ਬਸ ਅਗਲੇ ਨੂੰ ਇਹ ਲੱਗਦਾ ਵੀ ਡਰ ਜਿਹਾ ਲੱਗਦਾ ਹੀ ਗੁਰੂਓ। ਜੇ ਧਾਲੀਵਾਲ ਸਾਹਿਬ ਇਹ ਕੰਮ ਕਰ ਗਏ ਨਾ, ਗੁਰਮੀਤ ਸਿੰਘ ਮੀਤਹੇਰ ਜਿਹੜੇ ਸਿੱਖਿਆ ਮੰਤਰੀ ਨੂੰ ਥੋੜ੍ਹੇ ਜਿਹੇ ਸੌਖੇ ਹੋ ਜਾਣਗੇ, ਕਿਉਂਕਿ ਉਹਨਾਂ ਦੇ ਸਕੂਲਾਂ ਦਾ ਅੱਧਾ ਭਾਰ ਵੀ ਇਹਨਾਂ ਨੇ ਚੱਕ ਲੈਣਾ। ਚਲੀਏ ਆਪਾਂ ਹੁਣ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।